ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡੀ ਹੋਸਟ ਮਿੱਕਾ ਗਿੱਲ ਤੇ ਅੱਜ ਅਸੀਂ ਇੱਕ ਹੋਰ ਉਡਾਨ ਦੀ ਪੇਸ਼ਕਸ਼ ਲੈ ਕੇ ਤੁਹਾਡੇ ਰੂਬਰੂ ਹੋਣ ਜਾ ਰਹੇ ਹਾਂ। ਜਿੱਦਾਂ ਕਿ ਅਸੀਂ ਤੁਹਾਨੂੰ ਵਾਅਦਾ ਕੀਤਾ ਸੀ ਕਿ ਹਰ ਵਾਰੀ ਅਸੀਂ ਤੁਹਾਨੂੰ ਨਵੇਂ ਗੈਸਟ ਦੇ ਨਾਲ ਮਿਲਾਵਾਂਗੇ ਤੇ ਅੱਜ ਦੇ ਜਿਹੜੇ ਮੇਰੇ ਗੈਸਟ ਨੇ ਮੈਨੂੰ ਤੁਹਾਡੇ ਸਾਹਮਣੇ ਪੇਸ਼ ਕਰਦਿਆਂ ਹੋਇਆ ਬਹੁਤ ਹੀ ਖੁਸ਼ੀ ਹੋ ਰਹੀ ਹੈ। ਜਦੋਂ ਮੈਂ ਇਹਨਾਂ ਨੂੰ ਮਿਲੀ ਸੀਗੀ ਤੇ ਮੈਨੂੰ ਕਈ ਮੇਰੀ ਵੀ ਉਮਰ ਹੁਣ 52 ਇਅਰਸ ਹੈਗੀ ਹੈ। ਮੈਂ ਬਹੁਤ ਔਰਤਾਂ ਨੂੰ ਮਿਲੀ ਹਾਂ ਆਪਣੀ ਲਾਈਫ ਦੇ ਵਿੱਚ, ਪਰ ਇਹਨਾਂ ਨੂੰ ਮਿਲਦਿਆਂ ਸਾਰ ਮੈਨੂੰ ਇੱਕ ਬਹੁਤ ਅਜੀਬ ਜਿਹੀ ਖੁਸ਼ੀ ਹੋਈ ਸੀ ਜੋ ਕਿ ਮੈਂ ਅੱਜ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ। ਬੜੀਆਂ ਹੀ ਲੇਡੀਜ਼ ਹੁੰਦੀਆਂ ਨੇ ਜਿਹੜੀਆਂ ਕਿ ਭਰਪੂਰ ਜ਼ਿੰਦਗੀ ਜਿੰਦੀਆਂ ਨੇ, ਬੜੀ ਬੈਲੈਂਸ ਜ਼ਿੰਦਗੀ ਜਿੰਦੀਆਂ ਨੇ, ਬੜੀਆਂ ਖੁਸ਼ ਰਹਿੰਦੀਆਂ ਨੇ, ਹਰ ਮੈਦਾਨ ਵਿੱਚ ਮਾਰ ਕੇ ਮਾਰਦੀਆਂ ਨੇ। ਪਰ ਫਿਰ ਵੀ ਉਹ ਦੇ ਸਟਿਲ ਸਟੇ ਗਰਾਊਂਡਡ, ਦੇ ਸਟਿਲ ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਯੋਗਦਾਨ ਪਾਉਂਦੇ ਨੇ। ਅੱਜ ਦੇ ਮੇਰੇ ਗੈਸਟ ਜਿਨ੍ਹਾਂ ਨੂੰ ਮਿਲਾਉਣ ਲੱਗਿਆ ਮੈਨੂੰ ਬੜੀ ਹੀ ਖੁਸ਼ੀ ਹੋ ਰਹੀ ਹੈ, ਰੂਪਨ ਗਰੇਵਾਲ। ਵੈਲਕਮ ਰੂਪਨ ਗਰੇਵਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਰੂਪਨ ਗਰੇਵਾਲ। ਪਹਿਲਾਂ ਤਾਂ ਮੈਂ ਸਫਰ ਟੀਵੀ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇੱਥੇ ਇਨਵਾਈਟ ਕੀਤਾ, ਤੇ ਦੂਜਾ ਮੈਂ ਮੀਕਾ ਜੀ ਦਾ। ਅਗੇਨ ਇਹਨਾਂ ਨੇ ਮੈਨੂੰ ਉਡਾਨ ਦੇ ਵਿੱਚ ਇੱਕ ਇਨਵੀਟੇਸ਼ਨ ਭੇਜ ਕੇ ਮੈਨੂੰ ਰੈਕੋਗਨਾਈਜ਼ ਕਰਨ ਦੀ ਕੀਤਾ, ਜੋ ਵੀ ਮੈਂ ਬਹੁਤ ਧੰਨਵਾਦ ਕਰਦੀ ਹਾਂ ਇਹਨਾਂ ਦਾ। ਥੈਂਕ ਯੂ ਜੀ। ਤੇ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਰੂਪਨ ਗਰੇਵਾਲ ਬੜੇ ਹੀ ਦਿਲਚਸਪ, ਬੜੀਆਂ ਹੀ ਇਹਨਾਂ ਦੀਆਂ ਅੱਛੀਆਂ, ਤੇ ਜਦੋਂ ਆਪਾਂ ਅਗਾਂਹ ਵੱਧਦੇ ਜਾਵਾਂਗੇ ਆਪਣੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਵੀ ਬਹੁਤ ਹੀ ਅੱਛਾ ਲੱਗੇਗਾ, ਇਹ ਮੇਰਾ ਵਾਅਦਾ ਹੈ ਤੁਹਾਨੂੰ। ਜਿਵੇਂ ਕਿ ਹਰ ਉਡਾਨ ਇੱਕ ਬਚਪਨ ਤੋਂ, ਇੱਕ ਸੋਹਣੇ ਬਚਪਨ ਤੋਂ ਸ਼ੁਰੂ ਹੁੰਦੀ ਹੈ। ਅਸੀਂ ਗੱਲ ਕਰਾਂਗੇ ਤੁਹਾਡੇ ਬਚਪਨ ਦੀ। ਤੁਹਾਡਾ ਬਚਪਨ ਕਿੱਦਾਂ ਦਾ ਸੀਗਾ ਰੂਪਨ? ਹਾਂਜੀ, ਬਹੁਤ ਛੋਟੇ ਸੀ ਜਦੋਂ ਫਾਰਮ ਤੇ ਚਲੇ ਗਏ ਸੀ। ਉਸ ਤੋਂ ਬਾਅਦ ਟ੍ਰੈਜਡੀ ਹੋ ਗਈ ਸੀ ਫੈਮਿਲੀ ਦੇ ਵਿੱਚ, ਮੇਰੇ ਬ੍ਰਦਰ ਦੀ ਡੈਥ ਹੋ ਗਈ ਸੀਗੀ। ਫਿਰ ਉਹਦੇ ਕਰਕੇ ਮਤਲਬ ਫਾਦਰ ਮੇਰੇ ਜੌਬ ਕਰਦੇ ਸੀ। ਬਚਪਨ ਵਧੀਆ ਸੀ, ਪਰ ਆਈ ਥਿੰਕ ਗਰਾਊਂਡ ਲੈਵਲ ਤੇ ਸਾਰਾ ਕੰਮ ਕੀਤਾ ਆ। ਹਾਂ, ਪਿੰਡ 'ਚ ਖੇਡਣ ਵੀ ਜਾਂਦੀਆਂ ਸੀ ਅਸੀਂ, ਜਾਂ ਖਿੱਦੋ ਵਗੈਰਾ ਦੇ ਨਾਲ ਖੇਡੇ ਆਪਾਂ ਸਾਰੀਆਂ। ਜਿੱਦਾਂ ਪਿੰਡ ਦੀ ਜਿਹੜੀ ਲਾਈਫ ਹੁੰਦੀ ਆ, ਜਿਉਂ ਹੀ ਤਾਂ ਸਾਰੀ ਆ ਉਹ। ਹਾਂ, ਇਹਨਾਂ ਦੇ ਬਾਰੇ ਇੱਕ ਬਹੁਤ ਚੀਜ਼ ਹੈ ਕਿ ਸ਼ੀ ਇਜ਼ ਮਿਕਸਚਰ ਆਫ ਈਸਟ ਐਂਡ ਵੈਸਟ, ਵੈਰੀ ਵੈਲ ਜਿਵੇਂ ਵਰਸਡ ਇਨ ਈਸਟਰਨ ਕਲਚਰ ਐਂਡ ਵੈਸਟਰਨ ਕਲਚਰ। ਜਦੋਂ ਮੈਨੂੰ ਇਹਨਾਂ ਨੇ ਦੱਸਿਆ ਕਿ ਅਸੀਂ ਪਿੰਡ ਦੇ ਵਿੱਚ ਪਲੇ ਸੀਗੇ ਤੇ ਉੱਥੇ ਰਹਿੰਦਿਆਂ ਹੋਇਆਂ, ਕਿਉਂਕਿ ਇਹਨਾਂ ਦੇ ਬ੍ਰਦਰ ਦੀ ਛੋਟੀ ਉਮਰ ਦੇ ਵਿੱਚ ਹੀ ਚਲੇ ਗਏ ਸੀਗੇ, ਇਹਨਾਂ ਦੇ ਦਾਦਾ ਜੀ ਨੇ ਸੋਚਿਆ ਕਿ ਸਾਰੇ ਪਿੰਡ ਰਵਾਂਗੇ ਤੇ ਹੀ ਪ੍ਰੋਮਿਸਡ ਕਿ ਵੀ ਤੁਹਾਡੇ ਫਾਦਰ ਨੂੰ ਕਮੀ ਨਹੀਂ ਮਹਿਸੂਸ ਹੋ ਦਿੱਤੀ ਜਾਏਗੀ। ਉਹਦੇ ਬਾਰੇ ਥੋੜਾ ਜਿਹਾ ਦੱਸੋ। ਉਸ ਕਰਕੇ ਤੁਸੀਂ ਪਿੰਡ ਮੂਵ ਹੋ ਗਏ? ਹਾਂਜੀ, ਆਪਾਂ ਖੇਤਾਂ 'ਚ ਹੋਏ ਸੀ ਵੈਸੇ ਮੂਵ, ਕਿਉਂਕਿ ਕੁੜੀਆਂ ਜਦੋਂ ਜ਼ਿਆਦਾ ਹੁੰਦੀਆਂ ਘਰ ਦੇ ਵਿੱਚ, ਅਸੀਂ 4 ਸਿਸਟਰਸ ਹਾਂ, ਉਹਦੇ ਕਰਕੇ ਥੋੜੀ ਇਨਸਿਕਿਉਰਿਟੀ ਹੋ ਜਾਂਦੀ ਆ। ਫਾਰਮ ਦੇ ਵਿੱਚ ਡੈਡੀ ਨੇ ਪਲਾਨ ਕਰ ਲਿਆ ਸੀ, ਅਸੀਂ ਉੱਥੇ ਮੂਵ ਹੋ ਗਏ ਸੀ। ਪਰ ਜਦੋਂ ਟ੍ਰੈਜਡੀ ਘਰ ਦੇ ਵਿੱਚ ਹੋਈ ਆ, 16 ਸਾਲ ਦਾ ਬ੍ਰਦਰ ਸੀ, ਉਹਦੀ ਐਕਸੀਡੈਂਟ ਨਾਲ ਡੈਥ ਹੋ ਗਈ ਸੀ। ਡੈਡੀ ਜੌਬ ਕਰਦੇ ਸੀ। ਦਾਦਾ ਜੀ ਨੇ ਫਿਰ ਇਹ ਕਿਹਾ ਸੀ ਕਿ ਤੁਹਾਡੇ ਫਾਦਰ ਨੂੰ ਆਪਾਂ ਫੀਲ ਨਹੀਂ ਹੋਣ ਦੇਣਾ ਕਿ ਮੇਰੇ ਮੁੰਡਾ ਨੀ ਗਾ। ਕਹਿੰਦੇ ਸੀ ਕਿ ਜਿਹੜਾ ਵੀ ਕੰਮ ਮੁੰਡੇ ਕਰਦੇ ਆ ਉਹ ਤੁਸੀਂ ਮਤਲਬ ਮੂਹਰੇ ਹੋ ਕੇ ਕਰਨਾ ਆ। ਉਹਦੇ ਕਰਕੇ ਥੋੜੀ ਮੋਰਲ ਸਪੋਰਟ ਹੋਰ ਮਿਲਦੀ ਆ ਪੇਰੈਂਟਸ ਨੂੰ। 100% ਜੀ, ਇਹ ਬਹੁਤ ਅੱਛੀ। ਜਦੋਂ ਕਹਿੰਦੇ ਨੇ ਧੀਆਂ ਵੈਸੇ ਤੇ ਜਿਹੜੀਆਂ ਬੇਟੀਆਂ ਹੁੰਦੀਆਂ ਨੇ ਮੁੰਡਿਆਂ ਤੋਂ ਕਿਸੇ ਵੀ ਪੱਖ ਨਾਲੋਂ ਘੱਟ ਨਹੀਂ ਹੁੰਦੀਆਂ, ਪਰ ਇਹਨਾਂ ਨੂੰ ਇੱਕ ਮੌਕਾ ਮਿਲਿਆ ਕਿਉਂਕਿ ਘਾਟ ਮਹਿਸੂਸ ਹੋ ਗਈ ਘਰ ਦੇ ਵਿੱਚ, ਤੇ ਇਹਨਾਂ ਨੇ ਸ਼ੋਅ ਕੀਤਾ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਕਿ ਹਾਂ ਅਸੀਂ ਵੀ ਉਹਨਾਂ ਦੇ ਬਰਾਬਰ ਹਾਂ। ਤੁਸੀਂ ਕਿਵੇਂ ਦੇ ਕੰਮ ਕਰਦੇ ਹੁੰਦੇ ਸੀ? ਕਿਉਂਕਿ ਯੂਜਲੀ ਆਪਾਂ ਈਵਨ ਮੇਰਾ ਬਚਪਨ ਵੀ ਖੇਤਾਂ ਦੇ ਵਿੱਚ, ਸਾਡਾ ਫਾਰਮ ਤੇ ਘਰ ਸੀਗਾ, ਬਟ ਅਸੀਂ ਆਪ ਹੱਥੀਂ ਕੰਮ ਨਹੀਂ ਕੀਤਾ ਸੀਗਾ, ਬਟ ਵੀ ਯੂਜ਼ਡ ਟੂ ਸੀ। ਤੁਸੀਂ ਕਿੱਦਾਂ ਦੇ ਕੰਮ ਕਰਦੇ ਹੁੰਦੇ ਸੀਗੇ? ਹਾਂਜੀ, ਵੈਸੇ ਇਹ ਨਹੀਂ ਸੀ ਕਿ ਮਤਲਬ ਅਸੀਂ ਪੂਅਰ ਫੈਮਿਲੀ ਸੀ, ਐਵਰੇਜ ਫੈਮਿਲੀ ਸੀ, ਪਰ ਕਈ ਵਾਰੀ ਸਰਵੈਂਟ ਚਲੇ ਜਾਂਦੇ ਆ। ਉਹਦੇ ਕਰਕੇ ਫਿਰ ਸਾਨੂੰ ਮਤਲਬ ਕਾਲਜ ਜਾਣ ਤੋਂ ਪਹਿਲਾਂ ਤਾਂ ਸਵੇਰੇ 4-5 ਵਜੇ ਅਸੀਂ ਧਾਰਾਂ ਕੱਢਣੀਆਂ। ਘਰੇ ਮੱਝਾਂ ਗਾਵਾਂ ਹੁੰਦੀਆਂ ਸੀ, ਧਾਰਾਂ ਕੱਢ ਕੇ ਫਿਰ ਅਸੀਂ ਟੋਕਾ ਵੱਢ ਕੇ ਫਿਰ ਉਹਨੂੰ ਖੇਤਾਂ 'ਚ ਲਿਆ ਕੇ ਫਿਰ ਇੰਜਨ ਨਾਲ ਉਹਨੂੰ ਕਤਰ ਕੇ ਫਿਰ ਅਸੀਂ ਤਿਆਰ ਕਰਕੇ ਰੱਖ ਜਾਂਦੀਆਂ ਸੀ, ਕਿਉਂਕਿ ਫਿਰ ਮੰਮੀ ਨੂੰ ਸੌਖਾ ਹੁੰਦਾ ਸੀਗਾ। ਫਿਰ ਅਸੀਂ ਦੂਰ ਰਹਿਣ ਕਰਕੇ ਕੋਈ ਇੰਨੀ ਛੇਤੀ ਉੱਥੇ ਸਰਵਿਸ ਕਰਨੀ ਸੀ ਆਉਂਦਾ ਗੋਬਰ ਦੀ, ਫਿਰ ਅਸੀਂ ਉਹ ਵੀ ਆਪ ਹੱਥਾਂ ਨਾਲ ਚੱਕਿਆ ਆ। ਫਿਰ ਚੱਕ ਕੇ ਕਈ ਵਾਰੀ ਅਸੀਂ ਯੂਜ਼ ਵੀ ਕਰ ਲੈਂਦੇ ਸੀ, ਆਪਣੇ ਪਾਥੀਆਂ ਪੱਥ ਲੈਣੀਆਂ। ਆਈ ਥਿੰਕ ਲਿਟਰਲੀ ਕੋਈ ਕੰਮ ਛੱਡਿਆ ਨਹੀਂ ਜਿਹੜਾ ਮਤਲਬ ਨਹੀਂ ਕੀਤਾ।
ਖੇਤੀ ਦੇ ਵਿੱਚ ਰਾਤ ਨੂੰ ਕਈ ਵਾਰੀ ਬਿਜਲੀ ਆਉਣੀ, ਉੱਥੇ ਜਿਹੜੇ ਹੁਣ ਪਿੰਡਾਂ ਦੇ ਮੇਰੇ ਵੀਰ ਭੈਣ ਜਾਂ ਸਾਡੇ ਸੀਨੀਅਰ ਸੁਣਦੇ ਨੇ, ਉਹਨਾਂ ਨੂੰ ਪਤਾ ਸੀ ਕਈ ਵਾਰੀ ਲਾਈਟ ਦਾ ਟਾਈਮ ਹੁੰਦਾ ਸੀ, ਮੋਟਰਾਂ ਦੀ ਲਾਈਟ ਦਾ, ਉਹ ਫਿਰ ਰਾਤੀ 11 ਵਜੇ ਆਉਂਦੀ ਸੀ। ਉਹ ਫਿਰ ਜਦੋਂ ਰਾਤੀ 11 ਵਜੇ ਆਉਣੀ ਆ ਤਾਂ ਫਿਰ ਪਾਣੀ ਚਲਾਉਣਾ ਆ, ਫਿਰ ਕਈ ਵਾਰੀ ਨੱਕਾ ਮੋੜਨਾ ਪੈਂਦਾ ਸੀ, ਰਾਤ ਨੂੰ ਫਲੈਸ਼ ਲਾਈਟ ਲੈ ਕੇ ਜਾਣਾ, ਉਹ ਵੀ ਕੀਤਾ ਆ। ਫਿਰ ਸਮਰ ਦੇ ਵਿੱਚ ਕੱਦੂ ਵਗੈਰਾ ਕਰਨਾ ਪੈਣਾ, ਤਾਂ ਉਹ ਫਿਰ ਭੂਆ ਜੀ ਦਾ ਮੁੰਡਾ ਆਉਂਦਾ ਹੁੰਦਾ ਸੀਗਾ, ਫਿਰ ਉਹਨੇ ਕਹਿਣਾ ਵੀ ਚੱਲ ਵੀ ਰੂਪਾ ਹੁਣ ਤੂੰ ਬਹਿ ਜਾ ਟਰੈਕਟਰ ਤੇ ਫਿਰ ਮੈਂ ਟਰੈਕਟਰ ਤੇ ਕੱਦੂ ਵਗੈਰਾ ਵੀ ਕੀਤਾ ਆ, ਹਲ ਵਗੈਰਾ ਵੀ ਵਾਹਿਆ। ਸੋ ਲਿਟਰਲੀ ਆਈ ਥਿੰਕ ਸਾਰਾ ਕੁਝ ਹੀ ਕੀਤਾ ਸਾਰਾ ਕੁਝ ਕੀਤਾ। ਹਾਂਜੀ ਹਾਂ। ਜਦੋਂ ਮੈਂ ਰੂਪਨ ਨੂੰ ਦੇਖਿਆ, ਜਦੋਂ ਇਟਸ ਨਾਟ ਟੂ ਲੌਂਗ ਅਗੋ, ਜਦੋਂ ਮੈਂ ਇਹਨਾਂ ਨੂੰ ਅੱਛੀ ਤਰ੍ਹਾਂ ਮਿਲੀ, ਤੇ ਮੈਨੂੰ ਐ ਲੱਗਦਾ ਹੁੰਦਾ ਸੀ ਕਿ ਰੂਪਨ ਇਜ਼ ਵੈਰੀ ਸਪੋਇਲਡ ਵਾਈਫ ਐਂਡ ਜਿਵੇਂ ਬੜੀ ਪੈਂਪਰਡ ਹੈਗੀ ਹੈ ਨਾ। ਤੇ ਮੈਂ ਸੋਚਿਆ ਸੀ ਵੀ ਇਹਨਾਂ ਨੇ ਕਦੀ ਕੰਮ ਕਰਦੇ ਹੀ ਨਹੀਂ ਹੋਣੇ, ਕਿ ਜਿਵੇਂ ਮਤਲਬ ਇਹ ਬਾਹਰਲੀਆਂ ਜਦੋਂ ਵੀ ਇਹਨਾਂ ਬਾਰੇ ਆਪਾਂ ਗੱਲ ਕਰਦੇ ਅੱਗੇ ਜਾ ਕੇ ਕਰਾਂਗੇ, ਸ਼ੀ ਇਜ਼ ਵੈਰੀ ਮੱਚ ਇਨਵੋਲਵਡ ਇਨ ਕਮਿਊਨਿਟੀ। ਤੇ ਮੈਂ ਸੋਚਦੀ ਸੀ ਕਿ ਵੀ ਇੱਕ ਤਾਂ ਕੁਛ ਵੀ ਨਹੀਂ ਕਰਦੇ ਹੋਣੇ, ਪੈਂਪਰਡ ਬੱਚੇ ਸੀ, ਪੈਂਪਰਡ ਵਾਈਫ, ਪਰ ਜਦੋਂ ਇਹਨਾਂ ਦੇ ਨਾਲ ਗੱਲ ਕੀਤੀ ਬਹੁਤ ਹੀ ਅੱਛਾ ਲੱਗਿਆ ਕਿ ਇਹਨਾਂ ਨੇ ਹਰ ਚੀਜ਼ ਕੰਮ ਕੀਤਾ ਹੋਇਆ ਹੈ ਐਂਡ ਸ਼ੀ ਸੇਜ਼ ਇਟ ਵੈਰੀ ਪ੍ਰਾਊਡਲੀ ਕਿ ਮੈਂ ਇਹ ਸਾਰਾ ਕੁਛ ਕੀਤਾ ਹੋਇਆ। ਕਈ ਵਾਰੀ ਆਪਾਂ ਕੀਤਾ ਹੁੰਦਾ ਬਟ ਆਪਾਂ ਲੁਕੋ ਜਾਂਦੇ ਹੈਗੇ ਆ ਨਾ। ਸੋ ਇਹ ਆਪਣੇ ਕਲਚਰ ਦੇ ਨਾਲ ਤੁਸੀਂ ਮਤਲਬ ਇੱਕ ਫੈਮਿਲੀ ਦੇ ਨਾਲ ਮੋਢਾ ਮਿਲਾਇਆ ਹੈ ਨਾ, ਇਹ ਚੀਜ਼ ਮੈਨੂੰ ਤੁਹਾਡੇ 'ਚ ਬਹੁਤ ਅੱਛੀ ਲੱਗਦੀ ਹੈ। ਫਿਰ ਤੁਸੀਂ ਸਕੂਲ ਤੋਂ ਬਾਅਦ ਕਾਲਜ ਕਿੱਥੇ ਗਏ? ਦਰਾਹੇ ਪਹਿਲਾਂ ਤਾਂ ਮੈਂ ਕੁੜੀਆਂ ਦਾ ਕਾਲਜ ਸੀਗਾ, ਕੱਲੀਆਂ ਕੁੜੀਆਂ ਦਾ JV, ਮੈਂ ਉੱਥੇ 2 ਸਾਲ ਕੰਪਲੀਟ ਕੀਤੇ। ਉੱਥੇ ਵੀ ਮੈਂ ਯੂਥ ਫੈਸਟੀਵਲ ਵਗੈਰਾ 'ਚ ਜਾਂਦੀ ਸੀ। ਫਿਰ ਮੈਂ ਗੁਰੂ ਨਾਨਕ ਨੈਸ਼ਨਲ ਕਾਲਜ ਆ ਜਿੱਥੋਂ ਮੈਂ ਆਪਣੀ BCom ਪਾਸ ਕੀਤੀ ਆ, ਦਰਾਹਾ ਦੇ ਵਿੱਚ ਹੀ ਆ, ਉੱਥੇ ਹੀ ਮੈਂ ਪੜ੍ਹੀ ਆ। ਸੋ ਕਈ ਜਿਨ੍ਹਾਂ ਨੇ ਮੇਰੇ ਫਰੈਂਡਸ ਸਰਕਲ ਇੱਥੇ ਬਹੁਤ ਕਾਫੀ GTA ਦੇ ਵਿੱਚ ਰਹਿੰਦੇ ਆ, ਉਹਨਾਂ ਨੇ ਵੀ ਪਹਿਚਾਣ ਜਾਣਾ ਆ ਮੈਨੂੰ ਕਿ ਉਹੀ ਰੂਪਾ ਆ ਇਹ। ਬਿਲਕੁਲ 100%। ਹਾਂਜੀ ਹਾਂ। ਸੋ ਪੜ੍ਹਾਈ ਦੇ ਨਾਲ ਨਾਲ ਵੈਸੇ ਡੈਡੀ ਕਹਿੰਦੇ ਹੁੰਦੇ ਸੀ ਕਿ ਕੁੜੀਆਂ ਨੂੰ ਕੰਮ ਸਾਰਾ ਆਉਣਾ ਚਾਹੀਦਾ, ਕੁਆਲੀਫਿਕੇਸ਼ਨ ਜ਼ਰੂਰੀ ਆ। ਸੋ ਉਹਦੇ ਕਰਕੇ ਘਰ ਨਹੀਂ ਸੀ ਬੈਠਣ ਦਿੰਦੇ ਸਾਨੂੰ। ਉਹ ਕਹਿੰਦੇ ਸੀ ਕਿ ਜਦੋਂ ਆਫ ਆਉਂਦਾ ਆ ਕਾਲਜ ਤੋਂ, ਸਟਿਚਿੰਗ ਦਾ ਕਰਵਾਤਾ, ਨਾਲ ਹੀ ਕੁਕਿੰਗ ਦਾ ਕਰਵਾਤਾ, ਟਾਈਪਿੰਗ ਮਸ਼ੀਨ ਘਰੇ ਲਿਆਤੀ। ਉਹ ਕਹਿੰਦੇ ਸੀ ਕਿ ਜਦੋਂ ਬੰਦਾ ਘਰ ਬੈਠਦਾ ਆ ਉਹ ਲੂਜ਼ ਕਰਦਾ ਜੋ ਸਟੱਡੀ ਕੀਤੀ ਆ। ਤੁਸੀਂ ਸੋਸ਼ਲਾਈਜ਼ ਨਹੀਂ ਹੁੰਦੇ ਤਾਂ ਤੁਸੀਂ ਸਿੱਖਦੇ ਨਹੀਂਗੇ ਕੁਛ। ਹਾਂਜੀ ਬਿਲਕੁਲ। ਬੜੀ ਜੇ ਕਹਿੰਦੇ ਨੇ ਜਦੋਂ ਬਚਪਨ ਦੇ ਵਿੱਚ ਬੱਚਾ ਸਭ ਤੋਂ ਜ਼ਿਆਦਾ ਸਿੱਖਦਾ, ਜਦੋਂ ਤੁਸੀਂ ਵੱਡੇ ਹੋਈ ਜਾਂਦੇ ਹੋ ਤੁਹਾਡੀ ਸਿੱਖਣ ਦੀ, ਅਬਜ਼ਰਵ ਕਰਨ ਦੀ ਸਮਰੱਥਾ ਘਟਦੀ ਰਹਿੰਦੀ ਹੈ। ਸੋ ਉਹਨਾਂ ਦਾ ਬੜਾ ਵਧੀਆ, ਉਹਨਾਂ ਨੇ ਤੁਹਾਨੂੰ ਸ਼ੁਰੂ ਦੇ ਵਿੱਚ ਹੀ ਬਹੁਤ ਬਿਜ਼ੀ ਰੱਖਦੇ ਸੀਗੇ ਘਰ ਦੇ ਕੰਮਾਂ ਦੇ ਵਿੱਚ, ਈਵਨ ਪੜ੍ਹਾਈ ਦੇ ਵਿੱਚ ਵੀ, ਤੇ ਹਰ ਥਾਂ ਤੇ ਤੁਸੀਂ ਅੱਗੇ ਲੱਗ ਕੇ ਕੰਮ ਕਰਦੇ ਸੀ। ਸੋ ਤੁਸੀਂ ਗੱਲਬਾਤ ਕਰਦੇ ਹੋ ਇਹ ਵੀ ਦੱਸਿਆ ਸੀ ਕਿ ਤੁਸੀਂ ਆਪਣੇ ਪਿੰਡ ਦੇ ਵਿੱਚ ਇੱਕ ਤੀਆਂ ਕਰਾਉਂਦੇ ਹੁੰਦੇ ਸੀ। ਬੜਾ ਹੀ ਮਤਲਬ ਇੱਥੇ ਆਪਾਂ ਬਹੁਤ ਦੇਖਦੇ ਹਾਂ ਕਿ ਤੀਆਂ ਦਾ ਮੇਲਾ ਹੁੰਦਾ, ਚਰਖੇ ਰੱਖੇ ਹੁੰਦੇ ਨੇ, ਇਹ ਉਹ ਸਾਰਾ ਕੁਝ ਕੀਤਾ ਹੁੰਦਾ, ਪਰ ਆਈ ਡੋਂਟ ਥਿੰਕ ਸੋ ਜਿਹੜੇ ਲੋਕ ਇੱਥੇ ਕਰਦੇ ਨੇ ਉਹਨਾਂ ਨੇ ਇੰਡੀਆ 'ਚ ਕਦੀ ਇਹਨੂੰ ਸੈਲੀਬ੍ਰੇਟ ਕੀਤਾ ਹੋਏ। ਪਰ ਮੈਨੂੰ ਬਹੁਤ ਖੁਸ਼ੀ ਹੋਈ ਰੂਪਨ ਨਾਲ ਗੱਲ ਕਰਕੇ, ਇਹਨਾਂ ਨੇ ਦੱਸਿਆ ਕਿ ਤੀਆਂ ਵੀ ਮਨਾਉਂਦੇ ਹੁੰਦੇ ਸੀ ਤੇ ਗੁੱਡੀ ਵੀ ਸਾੜਦੇ ਹੁੰਦੇ ਸੀਗੇ। ਸੋ ਉਹਦੇ ਬਾਰੇ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ। ਹਾਂਜੀ, ਉਹ ਜਿਹੜਾ ਪਹਿਲਾਂ ਤਾਂ ਮੈਂ ਤੀਆਂ ਦਾ ਦੱਸ ਦਿੰਦੀ ਹਾਂ ਤੁਹਾਨੂੰ। ਅਸੀਂ ਕੁੜੀਆਂ ਪਿੰਡ 'ਚ, ਘਰ 'ਚੋਂ ਵੀ ਅਸੀਂ 4 ਸੀ, ਐਕਚੁਅਲੀ 6 ਸੀਗੀਆਂ ਅਸੀਂ। ਫਿਰ ਪਿੰਡ 'ਚੋਂ ਸਾਡੀ ਫਰੈਂਡ ਸਰਕਲ ਇਕੱਠੀਆਂ ਹੋ ਕੇ ਇੱਦਾਂ ਸੋਚਣ ਲੱਗ ਗਈਆਂ ਕਿ ਆਪਾਂ ਪਿੰਡ 'ਚ ਮਤਲਬ ਕੁਛ ਨਾ ਕੁਛ ਕਰੀਏ। ਸੋ ਅਸੀਂ ਇੱਦਾਂ 50-50 ਰੁਪਈਏ, 100-100 ਰੁਪਈਆ ਘਰਾਂ ਤੋਂ ਜਿਨ੍ਹਾਂ ਨਾਲ ਸਾਡੀ ਚੰਗੀ ਆਉਣੀ ਜਾਣੀ ਸੀ ਇਕੱਠੇ ਕਰਕੇ ਅਸੀਂ ਬਿਲਕੁਲ ਮਤਲਬ ਉੱਦਾਂ ਮੁੰਡੇ ਦਾ ਵਿਆਹ ਕੀਤਾ ਜੋ ਸ਼ਗਨ ਕਰਦੇ ਨੇ ਸਾਰੇ, ਉਹ ਕਰਕੇ ਇੱਕਦਮ ਤੀਆਂ। ਅਸੀਂ ਫਿਰ ਸਾਡੇ ਦਰਵਾਜ਼ਾ ਹੈ ਉੱਥੇ ਤੀਆਂ ਲਗਾਈਆਂ, ਜਲੇਬੀਆਂ ਦਾ ਅਸੀਂ ਲੰਗਰ ਵੀ ਚਲਾਇਆ ਸੀ। ਸਾਡੇ ਜਿਹੜੀਆਂ ਭਾਬੀਆਂ ਸੀ ਜਾਂ ਤਾਈਆਂ ਚਾਚੀਆਂ ਸੀ ਬੜੀਆਂ ਖੁਸ਼ ਹੋਈਆਂ। ਉਹ ਵੈਸੇ ਜਦੋਂ ਅਸੀਂ ਹੁਣ ਜਾਂਦੇ ਹਾਂ ਪਿੰਡ 'ਚ ਸਾਨੂੰ ਯਾਦ ਕਰਦੇ ਹਾਂ, ਕਹਿੰਦੀਆਂ ਕੁੜੀਓ ਤੁਸੀਂ ਬਹੁਤ ਰੌਣਕਾਂ ਲਾਈਆਂ ਸੀ ਪਿੰਡ ਜਦੋਂ ਹੁੰਦੀਆਂ ਸੀ। ਕਹਿੰਦੀ ਹੁਣ ਟਾਈਮ ਬਹੁਤ ਚੇਂਜ ਹੋ ਗਿਆ ਆ। ਦੂਜਾ ਸੀਗਾ ਅਸੀਂ ਜਿੱਦਾਂ ਗੁੱਡੀ ਫੂਕਣੀ ਕਹਿੰਦੇ ਆ ਕਿ ਮੀਂਹ ਨਹੀਂ ਪੈਂਦਾ ਨਾ ਤਾਂ ਸੋਕੇ ਦੀ ਤਰ੍ਹਾਂ ਇੱਕਦਮ ਹੋ ਜਾਂਦਾ ਆ ਕਿ ਆਪਣੀ ਜਿਹੜੀ ਫਸਲ ਬੀਜੀ ਹੁੰਦੀ ਪਾਣੀ ਦੀ ਜ਼ਰੂਰਤ ਹੁੰਦੀ ਆ। ਸੋ ਅਸੀਂ ਸੋਚਿਆ ਕਿ ਕਹਿੰਦੇ ਹੁੰਦੇ ਆ ਕਿ ਜਦੋਂ ਤੁਸੀਂ ਕੋਈ ਗੱਲ ਅਰਦਾਸ ਕਰਦੇ ਹੋ ਜਾਂ ਕੁੜੀਆਂ ਦੀ ਨੇੜੇ ਹੋ ਕੇ ਰੱਬ ਸੁਣਦਾ ਆ, ਇਹ ਕਿਹਾ ਜਾਂਦਾ ਆ। ਅਸੀਂ ਫਿਰ ਪ੍ਰਟੈਂਡ ਪਹਿਲਾਂ ਤਾਂ ਖਾਣਾ ਵਗੈਰਾ ਤਿਆਰ ਕਰਨਾ, ਟੋਕਰੀਆਂ 'ਚ ਜਾਂ ਜਿਨ੍ਹਾਂ 'ਚ ਵੀ ਪਾ ਕੇ ਅਸੀਂ ਲੈ ਕੇ ਫਿਰ ਉੱਦਾਂ ਦੇ ਸਿੰਪਲ ਕੱਪੜੇ ਪਾਉਣੇ ਕਿਉਂਕਿ ਆਪਣੇ ਚਿੱਟੇ ਜ਼ਿਆਦਾ ਵਿਲਾਸ ਪਾਉਂਦੇ ਆ।
ਅਸੀਂ ਫਿਰ ਰੋਂਦੀਆਂ ਨੇ ਜਾਣਾ ਬੜਾ, ਮਤਲਬ ਉਹ ਜੋ ਵੀ ਕਰਦੇ ਆ ਉਹ ਫਿਰ ਐਂਡ ਤੇ ਜਾ ਕੇ ਅਸੀਂ ਗੁੱਡੀ ਫੂਕ ਕੇ ਆਉਣੀ ਵੀ ਸ਼ਾਇਦ ਰੱਬ ਸਾਡੀ ਨੇੜਿਓਂ ਸੁਣ ਲਵੇ, ਵੀ ਸਾਡੇ ਵੀਰਾਂ ਦੀ ਜਿਹੜੀ ਫਸਲ ਬੀਜੀ ਆ ਉਹਨੂੰ ਪਾਣੀ ਮਿਲ ਜਾਵੇ। ਮੈਂ ਤਾਂ ਸੁਣਿਆ ਹੋਇਆ ਵੀ ਕਿਸੇ ਨੇ ਸੁਣਿਆ ਹੋਵੇ ਜਾਂ ਜਿਹੜੇ ਵੱਡੀ ਉਮਰ ਦੇ ਨੇ ਉਹਨਾਂ ਨੇ ਤੇ ਜ਼ਰੂਰ ਸੁਣਿਆ ਹੋਣਾ ਕਿ ਗੁੱਡੀ ਨੂੰ ਸਾੜਦੇ ਸੀਗੇ ਜਦੋਂ ਮੀਂਹ ਪੈਂਦਾ ਹੁੰਦਾ। ਸੋ ਇਹਨਾਂ ਨੇ ਇਹ ਕਰਕੇ ਦੇਖਿਆ ਹੋਇਆ ਹੈ ਤੇ ਬੜਾ ਹੀ ਅੱਛਾ ਲੱਗਿਆ ਤੁਹਾਡੇ ਨਾਲ ਸੁਣ ਕੇ, ਹਨਾ। ਸੋ ਜਦੋਂ ਤੁਸੀਂ ਕਾਲਜ ਪੜ੍ਹਦੇ ਹੁੰਦੇ ਸੀਗੇ, ਇਹਨਾਂ ਦੀ ਇੱਕ ਧਾਕੜ ਪਰਸਨੈਲਿਟੀ ਹੁੰਦੀ ਸੀਗੀ, ਹਨਾ, ਬਹੁਤ ਜ਼ਬਰਦਸਤ। ਵੀ ਇਹਨਾਂ ਨੂੰ ਹੁੰਦਾ ਸੀ ਕਿ ਕੁੜੀਆਂ ਨੇ, ਜੇ ਕੁੜੀਆਂ ਨੂੰ ਕਿਸੇ ਨੂੰ ਪ੍ਰੋਬਲਮ ਆਉਂਦੀ ਸੀ ਤੇ ਇਹਨਾਂ ਕੋਲ ਆਉਂਦੇ ਹੁੰਦੇ ਸੀ। ਆਮ ਕਰਕੇ ਉੱਥੇ ਕਈ ਵਾਰੀ ਮੁੰਡੇ ਕੁੜੀਆਂ ਦੇ ਵਿੱਚ ਕਦੀ ਕੋਈ ਚੱਕਰ ਪੈ ਜਾਂਦਾ ਹੈਗਾ। ਸੋ ਉਹ ਦੱਸੋ ਕਿ ਤੁਸੀਂ ਕਿਵੇਂ ਰਿਜ਼ੋਲਵ ਕਰਦੇ ਹੁੰਦੇ ਸੀਗੇ? ਡੈਡੀ ਨੇ ਸਾਨੂੰ ਇਹ ਕਿਹਾ ਸੀਗਾ ਕਿ ਜਦੋਂ ਘਰ ਤੋਂ ਬਾਹਰ ਜਾਂਦੀਆਂ ਆ, ਤੁਹਾਡੀ ਸ਼ਿਕਾਇਤ ਭਾਵੇਂ ਆ ਜਾਵੇ ਪਰ ਰੋਂਦੀਆਂ ਨਹੀਂ ਘਰ ਆਉਣੀਆਂ ਚਾਹੀਦੀਆਂ। ਉਹ ਕਹਿੰਦੇ ਸੀ ਵੀ ਇੰਨੀਆਂ ਕਟੱਫ ਹੋ ਕੇ ਬਾਹਰ ਆਪਣੀ ਚਿੰਨ ਅਪ ਕਰਕੇ ਵਾਕ ਕਰੋ। ਕਾਲਜ ਦੇ ਵਿੱਚ ਇੱਕ ਇਨਸੀਡੈਂਟ ਵੀ ਵੈਸੇ ਹੋਇਆ ਸੀ। ਅੱਜ ਕੱਲ੍ਹ ਤਾਂ ਅਸੀਂ ਸੋਹਣੇ ਫਰੈਂਡ ਆ, ਉਹ ਦਰਾਹੇ ਤੋਂ ਹੀ ਆ ਮੁੰਡਾ। ਕਾਫੀ ਸਾਡੀ ਝੜਪ ਹੋ ਗਈ ਸੀਗੀ। ਅੱਛਾ ਜੀ। ਉਹ ਫਿਰ ਮੇਰੇ ਫਾਦਰ ਤੇ ਵੀ ਚਲਿਆ ਗਿਆ, ਤਾਂ ਮੈਂ ਤੇਰੇ ਪਿਓ ਨੂੰ ਐਂ ਕਰ ਦੂੰ। ਮੈਨੂੰ ਬੜਾ ਗੁੱਸਾ ਚੜਿਆ। ਮੈਂ ਕਿਹਾ ਚੱਲ ਤੂੰ, ਮੈਂ ਕਿਹਾ ਮੇਰੇ ਫਾਦਰ ਨੂੰ ਕਰਦੀ, ਫਿਰ ਜਿੱਥੇ ਮੇਰੇ ਫਾਦਰ ਨੂੰ ਤੂੰ, ਕਹਿੰਦਾ ਸੀ ਮੈਂ ਉੱਥੇ ਦੱਬ ਦੂੰਗਾ ਡੱਕਰੇ ਕਰਕੇ। ਤਾਂ ਮੈਂ ਕਿਹਾ ਸੀ ਫਿਰ ਨਾਲ ਹੀ ਤੇਰੇ ਫਾਦਰ ਦੇ ਦੱਬੂਗੀ। ਮੈਂ ਕਿਹਾ ਇਸ ਚੀਜ਼ ਨੂੰ ਮੈਂ ਤੈਨੂੰ ਚੈਲੰਜ ਕਰਦੀ ਹਾਂ। ਸਾਰਾ ਮਤਲਬ ਤਕਰੀਬਨ ਕਾਲਜ ਦੇਖ ਰਿਹਾ ਸੀ ਸਾਨੂੰ ਜਦੋਂ ਸਾਡੀ ਫਾਈਟ ਹੋ ਰਹੀ ਸੀ। ਆਰਗੂਮੈਂਟ ਕਾਫੀ ਹੋਇਆ ਸੀ ਸਾਡਾ। ਬਿਲਕੁਲ। ਇਹ ਕਹਿੰਦੇ ਨੇ ਕਿ ਜਿਹੜੇ ਬੁਲੀ ਹੁੰਦੇ ਨੇ, ਜਿਹੜੇ ਕਿ ਆਪਣੇ ਜ਼ੋਰ ਤੇ, ਆਮ ਸ਼ੋਰ ਉਹ ਕਿਸੇ ਪੋਲੀਟੀਸ਼ੀਅਨ ਜਾਂ ਕਾਕਾ ਹੋਣਾ ਕਿਸੇ ਦਾ, ਹਨਾ। ਸੋ ਉਹਨਾਂ ਨੂੰ ਬੜੀ ਹੁੰਦੀ ਹੈ ਕਿ ਵੀ ਮੈਂ ਤੇ ਜੋ ਮਰਜ਼ੀ ਕਰਕੇ ਘਰ ਚਲਾ ਜਾਊਂਗਾ ਤੇ ਫੈਮਿਲੀਜ਼ देयर, ਬਟ ਇਹਨਾਂ ਨੇ ਨਾ ਇਨਜਸਟਿਸ ਕੀਤਾ ਨਾ ਸਿਆ। ਸੋ ਉਹ ਜਿਹੜੇ ਬੁਲੀ ਹੁੰਦੇ ਨੇ ਨਾ, ਸਗੋਂ ਜਦੋਂ ਤੁਸੀਂ ਉਹਨਾਂ ਦੇ ਅੱਗੇ ਖੜ ਜਾਂਦੇ ਹੋ ਤੇ ਉਹ ਆਰਾਮ ਨਾਲ ਬੈਠ ਜਾਂਦੇ ਨੇ, ਹਨਾ। ਸੋ ਹੁਣ ਅੱਜ ਕੱਲ੍ਹ ਤੁਹਾਡੇ ਦੋਸਤ ਨੇ ਉਹ? ਹਾਂਜੀ, ਗੱਲਬਾਤ ਹੋਈ ਹੈ ਇੱਕ ਦੋ ਵਾਰੀ। ਆਈ ਥਿੰਕ ਇਦਾਂ ਵੀ ਹੁੰਦਾ ਆ ਜਦੋਂ ਮੇਲ ਫੀਮੇਲ ਨਾਲ ਲੜ ਰਿਹਾ ਆ, ਨੈਚੁਰਲੀ ਉਹਦੇ ਵਿੱਚ ਈਗੋ ਹੁੰਦੀ ਹੈ ਇੱਕ। ਬਿਕਾਜ਼ ਉਹ ਸੋਚਦਾ ਮੈਂ ਮੇਲ ਹਾਂ, ਚਾਹੇ ਅਸੀਂ ਫਿਜ਼ੀਕਲੀ ਨਹੀਂ ਉਹਨਾਂ ਨਾਲ ਕੰਪੈਟੀਟਿਵ ਕਰ ਸਕਦੀਆਂ, ਪਰ ਅਸੀਂ ਆਪਣੇ ਆਪ ਨੂੰ ਬੋਡੀ ਲੈਂਗੁਏਜ ਤੇ ਤੁਹਾਨੂੰ ਮਤਲਬ ਇੰਨਾ ਕੁ ਤੁਸੀਂ ਆਪਣੀ ਵੋਇਸ ਨੂੰ ਕਲੀਨ ਤੇ ਲਾਊਡ ਰੱਖੋ। ਤੁਹਾਨੂੰ ਪਤਾ ਹੈ ਤੁਸੀਂ ਕੁਝ ਗਲਤ ਨਹੀਂ ਕੀਤਾ ਹੈਗਾ, ਤਾਂ ਤੁਸੀਂ ਕੋਈ ਚੰਗੀ ਚੀਜ਼ ਲਈ ਆਵਾਜ਼ ਉਠਾ ਰਹੇ ਹੋ। ਸੋ ਉਹਦੇ ਕਰਕੇ ਸ਼ਾਇਦ ਉਹਨੂੰ ਲੱਗਿਆ ਕਿ ਇਹ ਮੇਰੇ ਨਾਲ ਆਰਗੂਮੈਂਟ ਬੈਕ ਕਰ ਰਹੀ ਆ। ਉਹਨੇ ਨਹੀਂ ਮਤਲਬ ਗਾਹਾਂ ਜ਼ਿਆਦਾ ਉਹ ਯੂਜ਼ਡ ਟੂ ਨਹੀਂ ਸੀਗਾ। ਹਾਂਜੀ, ਪਰ ਉਹਨੇ ਐਕਸਪੈਕਟ ਨਹੀਂ ਸੀ ਕੋਈ ਬੋਲ ਜੇ ਤੇ ਇੱਕ ਮੇਰੇ ਅੱਗੇ ਕੁੜੀ ਬੋਲ ਜੇ। ਹਾਂਜੀ ਹਾਂ, ਉਹਨੇ ਐਕਸਪੈਕਟ ਨਹੀਂ ਸੀ ਕੀਤਾ ਇਹ। ਦੂਜਾ ਹੋਇਆ ਸੀ ਸਾਡੇ ਕਾਲਜ ਦੇ ਵਿੱਚ, ਜਿੱਦਾਂ ਅਸੀਂ ਬੈਠੇ ਆ, ਮੈਂ ਕਾਫੀ ਹਰੇਕ ਗਰੁੱਪ 'ਚ ਜਾਣਾ, ਹਸਾਇਆ ਆਉਣਾ, ਚੁਟਕਲੇ ਵਗੈਰਾ ਸੁਣਾਏ ਆਉਣੇ। ਇੱਦਾਂ ਅਸੀਂ ਬੈਠੀਆਂ ਤਾਂ ਇੱਕ ਦਿਨ ਮੈਨੂੰ ਯਾਦ ਆ, ਮੇਰੀ ਫਰੈਂਡ ਹੁਣ ਇਟਲੀ ਰਹਿੰਦੀ ਆ, ਉਹ ਬਹੁਤ ਮਤਲਬ ਡਰਦੀ ਸੀ ਇਕੱਲੀ ਜੇ ਕਾਲਜ 'ਚ ਅਸੀਂ ਪਾਣੀ ਪੀਣ ਨਹੀਂ ਉਹਨੇ ਜਾਣਾ ਜਾਂ ਬਾਥਰੂਮ ਨਾਲ ਲੈ ਕੇ ਜਾਣਾ। ਤਾਂ ਇੱਕ ਦੋ ਤਿੰਨ ਚਲੀਆਂ ਗਈਆਂ ਤਾਂ ਵਾਪਸ ਮੁੜ ਆਈ। ਕਹਿੰਦੀ ਭੈਣੇ ਵੀ ਉੱਥੇ ਨਾ ਬਹੁਤ ਮੁੰਡੇ ਖੜੇ ਆ, ਮੈਂ ਪਾਣੀ ਪੀਣਾ, ਕਹਿੰਦੀ ਉਹ ਪਰੇ ਨਹੀਂ ਹਟਦੇ, ਮੈਨੂੰ ਤਾਂ ਡਰ ਲੱਗ ਰਿਹਾ ਆ। ਮੈਂ ਕਿਹਾ ਤੂੰ ਡਰਦੀ ਕਿਉਂ ਆ? ਕਹਿੰਦੀ ਪਲੀਜ਼ ਤੂੰ ਮੇਰੇ ਨਾਲ ਚੱਲ। ਤੇ ਮੈਂ ਚਲੀ ਗਈ ਉੱਥੇ। ਬਸ ਮੈਨੇ ਕਿਹਾ, ਮੈਂ ਕਿਹਾ ਵੀ ਜਦੋਂ ਪਾਣੀ ਪੀ ਲਿਆ ਤਾਂ ਪਰੇ ਹੋ ਕੇ ਖੜ ਜਿਆ ਕਰੋ, ਤੇ ਹੋਰ ਕਿਸੇ ਨੇ ਵੀ ਪਾਣੀ ਪੀਣਾ ਹੁੰਦਾ। ਦੈਨ ਬਸ ਇੰਨਾ ਹੀ ਗੱਲ ਕਹੀ ਆ ਮੈਂ, ਜਾ ਕੇ ਉਹ ਸਾਰੇ ਸਪਰੈਡ ਹੋ ਗਏ। ਸੋ ਆਈ ਥਿੰਕ ਇਹ ਇੱਕ ਤੁਹਾਡਾ ਬੋਡੀ ਲੈਂਗੁਏਜ ਦਾ ਤੁਹਾਡਾ ਡਰ ਹੀ ਹੁੰਦਾ ਆ। ਹਾਂ, ਵੈਸੇ ਵੀ ਸਾਨੂੰ ਜਦੋਂ ਅਸੀਂ ਆਉਂਦੀਆਂ ਸੀ ਤਾਂ ਸਾਨੂੰ ਇਹ ਕਿਹਾ ਜਾਂਦਾ ਸੀ ਕਿ ਅੜੈਚਿਆਂ ਵਾਲੀਆਂ ਆ ਗਈਆਂ, ਕਿਉਂਕਿ ਮੇਰੇ ਪਿੰਡ ਦਾ ਨਾਂ ਅੜੈਚਾਂ ਆ। ਹਾਂ, ਅਸੀਂ ਗਰੁੱਪ 'ਚ ਜਾਂਦੀਆਂ ਸੀ ਘਰੋਂ ਕੁੜੀਆਂ, ਤਾਂ ਕਹਿੰਦੇ ਸੀ ਤੁਹਾਡੀ ਜੁਆਇੰਟ ਫੈਮਿਲੀ ਸੀ। ਹਾਂਜੀ ਹਾਂ, ਸੋ ਥੋੜਾ ਜਿਹਾ ਡਰ ਸੀ, ਅੜੈਚਿਆਂ ਵਾਲੀਆਂ ਆ ਗਈਆਂ। ਸੋ ਮਤਲਬ ਸਾਨੂੰ ਵੀ ਇਹ ਹੁੰਦਾ ਸੀ ਵੀ ਹੈ ਡਰ। ਹਾਂ, ਇੱਕ ਤਾਂ ਘਰ 'ਚੋਂ ਕਈ ਕੁੜੀਆਂ ਸੀ, ਇੱਕ ਮਤਲਬ ਅਸੀਂ ਕਹਾਉਂਦੀਆਂ ਨਹੀਂ ਸੀ ਛੇਤੀ ਕੁਛ। ਬਹੁਤ ਅੱਛਾ। ਆਪਣਾ ਕਿਰਦਾਰ ਇੰਨਾ ਉੱਚਾ ਰੱਖੋ ਕਿ ਕੋਈ ਤੁਹਾਨੂੰ ਕਹਿਣ ਤੋਂ ਪਹਿਲਾਂ ਦੋ ਵਾਰੀ ਸੋਚੇ, ਹਨਾ। ਕਹਿੰਦੇ ਕਿ ਐਵੇਂ ਦਾ ਕਿਰਦਾਰ ਰੱਖੋ ਕਿ ਦੋਸਤ ਨੂੰ ਤੁਹਾਡੇ ਤੋਂ ਆਸ ਹੋਵੇ ਤੇ ਦੁਸ਼ਮਣ ਨੂੰ ਡਰ ਹੋਵੇ। ਇਹ ਬਹੁਤ ਜ਼ਰੂਰੀ ਚੀਜ਼ ਹੈ ਨਾ। ਹਾਂਜੀ, ਸੋ ਇਹਨਾਂ ਨੇ ਤੁਸੀਂ ਪੂਰਾ ਆਪਣਾ ਡਰ ਕਾਇਮ ਰੱਖਿਆ ਹੋਇਆ। ਸੋ ਇਹ ਤਾਂ ਰਹੀ ਤੁਹਾਡੇ ਬਚਪਨ ਦੀ ਤੇ ਜਵਾਨੀ ਤੇ ਤੁਹਾਡੇ ਕਾਲਜ ਸਕੂਲ ਦਾ ਰਿਹਾ, ਹਨਾ। ਫਿਰ ਤੁਹਾਡਾ ਸ਼ਾਦੀ ਕਦੋਂ ਹੋਈ? 97 ਦੇ ਵਿੱਚ ਮੇਰੀ ਮੈਰਿਜ ਹੋਈ ਹੈ। ਅਰੇਂਜ ਮੈਰਿਜ ਸੀਗੀ ਸਾਡੀ ਇਹ। ਜਿੱਦਾਂ ਮੇਰਾ ਇੱਕ ਡ੍ਰੀਮ ਹੁੰਦਾ ਸੀ, ਮੇਰੇ ਡੈਡੀ ਨੇ, ਉਹਨਾਂ ਨੇ ਘਰ 'ਚ ਬਹੁਤ ਬੈਲੈਂਸ ਰੱਖਿਆ ਹੋਇਆ। ਘਰ 'ਚ ਕਈ ਵਾਰੀ ਗੱਲਾਂ ਹੋ ਜਾਂਦੀਆਂ ਨੇ ਸੱਸ ਨੂੰਹ ਦੀਆਂ, ਜੋ ਵੀ ਆ। ਸਾਨੂੰ ਇਹ ਹੁੰਦਾ ਸੀ ਕਿ ਡੈਡੀ ਆਉਂਦੇ ਸੀ, ਮੰਮੀ ਤੇ ਦਾਦੀ ਜੀ ਨਾਲ ਗੱਲ ਕਰਦੇ ਸੀ। ਆਲਵੇਜ਼ ਮੰਮੀ ਤੋਂ ਕਹਿ ਦੇਣਾ ਕਿ ਚੱਲ ਕੋਈ ਨਾ, ਤੂੰ ਛੋਟੀ ਆ, ਅਪੋਲੋਜਾਈਜ਼ ਕਰ ਦੇ, ਅਪੋਲੋਜਾਈਜ਼ ਕਰ ਦੇਣਾ, ਪੈਰੀ ਹੱਥ ਲਾ ਦੇਣਾ, ਉੱਥੇ ਹੀ ਉਹ ਫਿਨਿਸ਼ ਹੋ ਜਾਂਦਾ ਸੀ। ਸੋ ਮੈਨੂੰ ਬੜਾ ਲੱਗਦਾ ਸੀ ਕਿ ਡੈਡੀ ਮਤਲਬ ਇਹ ਨਹੀਂ ਹੈਗਾ ਕਿ ਕਈ ਵਾਰੀ ਕਹਿ ਦਿੰਦੇ ਆ ਵਾਈਫ ਦੇ ਮਗਰ ਲੱਗਦਾ ਆ, ਰਾਈਟ।
ਉਹ ਟਰਾਈ ਕਰਦੇ ਸੀ ਉਹਨੂੰ ਸੋਲਵ ਕਰਨ ਦੀ ਕਿ ਸਹੀ ਤਰੀਕੇ ਨਾਲ ਸੋਲਵ ਹੋ ਜਾਵੇ, ਲੌਂਗ ਟਾਈਮ ਫੈਮਿਲੀ ਇਕੱਠੀ ਰਹੇ। ਹਾਂਜੀ। ਉਹ ਮੈਨੂੰ ਬੜਾ ਹੁੰਦਾ ਸੀ ਕਿ ਮੇਰੇ ਹਸਬੈਂਡ ਮੇਰੇ ਡੈਡੀ ਵਾਂਗ ਮਤਲਬ ਚਾਹੁੰਦੀ ਸੀ ਇਦਾਂ ਦੇ ਹੋਣ। ਸੋ ਆਈ ਗੈਸ ਰੱਬ ਨੇ ਸੁਣ ਲਈ ਆ। ਸੁਣ ਲਿਆ ਨਾ। ਇਹ ਤਾਂ ਦੇਖੋ, ਇਹ ਜਦੋਂ ਵੀ ਇੱਕ ਲੜਕੀ ਵੱਡੀ ਹੁੰਦੀ ਹੈ, ਉਹਦਾ ਸਭ ਛੋਟੇ ਬਚਪਨ ਦੇ ਵਿੱਚ ਉਹਦਾ ਹੀਰੋ ਉਹਦਾ ਫਾਦਰ ਹੁੰਦਾ ਹਮੇਸ਼ਾ ਨਾ। ਤੇ ਫਿਰ ਜਦੋਂ ਉਹਦੀ ਸ਼ਾਦੀ ਵੀ ਹੁੰਦੀ ਹੈ, ਉਹ ਕਿਤੇ ਨਾ ਕਿਤੇ ਉਹ ਵਾਲੇ ਗੁਣ ਆਪਣੇ ਫਾਦਰ ਵਾਲੇ, ਕਿਉਂਕਿ ਕਹਿੰਦੇ ਨੇ ਔਰਤ ਕਿਸੇ ਲਈ ਵੀ, ਜਿਵੇਂ ਤੁਸੀਂ ਅੱਜ ਵਾਈਫ ਹੋ ਸਕਦਾ ਹੈ ਕੱਲ ਨਾ ਵਾਈਫ ਰਹੋ, ਹਨਾ, ਮਾਂ ਵੀ, ਇਹ ਸਾਰਾ ਕੁਝ, ਪਰ ਇੱਕ ਬਾਪ ਲਈ ਉਹਦੀ ਬੇਟੀ ਹਮੇਸ਼ਾ ਇੱਕ ਰਾਜਕੁਮਾਰੀ, ਇੱਕ ਪ੍ਰਿੰਸੈਸ ਰਹਿੰਦੀ ਹੈਗੀ ਹੈ ਨਾ। ਜਿਹੜੀ ਉਹ ਫੀਲਿੰਗ ਉਹਨੂੰ ਇੰਪੋਰਟੈਂਸ ਦੀ, ਇੱਕ ਪਿਆਰ ਦੀ ਆਪਣੇ ਫਾਦਰ ਤੋਂ ਆਉਂਦੀ, ਹੋਰ ਕਿਸੇ ਤੋਂ ਨਹੀਂ ਆਉਂਦੀ ਹੈਗੀ, ਹੈ ਨਾ। ਬ੍ਰਦਰ ਤੋਂ ਵੀ, ਬ੍ਰਦਰ ਦੇ ਨਾਲ ਨਿੱਘਾ ਹੋਰ ਤਰ੍ਹਾਂ ਦਾ ਪਿਆਰ ਹੁੰਦਾ ਹੈ। ਉੱਥੇ ਉਹ ਕਦੀ ਕਦੀ ਜੇ ਛੋਟਾ ਭਰਾ ਹੋਵੇ ਮਾਂ ਦਾ ਰੂਪ ਲੈਂਦੀ ਹੈ, ਪਰ ਫਾਦਰ ਦੇ ਅੱਗੇ ਹਮੇਸ਼ਾ ਉਹ ਬੱਚੀ ਰਹਿੰਦੀ ਹੈ। ਸੋ ਇੱਕ ਬਹੁਤ, ਸੋ ਤੁਸੀਂ ਜਿਹੜੀਆਂ ਕੁਆਲਿਟੀਜ਼ ਆਪਣੇ ਹਸਬੈਂਡ ਦੇ ਵਿੱਚ ਵੇਖਦੇ ਸੀ, ਚਾਹੁੰਦੇ ਸੀਗੇ, ਸੋ ਯੂ ਕੁਡ ਫਾਈਂਡ ਦੈਟ। ਹਾਂਜੀ ਹਾਂਜੀ ਹਾਂਜੀ, ਡੈਫੀਨਿਟਲੀ। ਤੇ ਫਿਰ ਤੁਸੀਂ ਕੈਨੇਡਾ ਆਏ ਵਿਆਹ ਕਰਕੇ। ਹਾਂਜੀ। ਸੋ ਤੁਹਾਨੂੰ ਕਿਵੇਂ ਲੱਗਿਆ? ਵਾਟ ਵਾਸ ਦ ਡਿਫਰੈਂਸ ਫਰੋਮ ਪਿੰਡ, ਫਰੋਮ ਇੰਡੀਆ ਟੂ ਕੈਨੇਡਾ? ਇਟਸ ਅ ਬਿਊਟੀਫੁਲ ਕੰਟਰੀ, ਕੈਨੇਡਾ। ਆਈ ਥਿੰਕ ਵੌਇਸ ਨੂੰ, ਤੁਹਾਡੀ ਨੂੰ ਇੱਥੇ ਕਾਫੀ ਰਿਸਪੈਕਟ ਮਿਲਦੀ ਆ, ਜੋ ਮੈਂ ਮਤਲਬ ਰੀਅਲਾਈਜ਼ ਕੀਤਾ ਆ। ਹੋ ਸਕਦਾ ਜਿਹੜੇ ਕੰਮ ਮੈਂ ਉੱਥੇ ਇੰਡੀਆ 'ਚ ਨਹੀਂ ਕਰ ਸਕੀ, ਆਈ ਥਿੰਕ ਉਹ ਇੱਥੇ ਮੈਂ ਕੰਪਲੀਟ ਕਰ ਲਏ ਨੇ। ਮੇਰੇ ਜੋ ਵੀ ਪੈਸ਼ਨ ਸੀਗਾ, ਮੈਂ ਕਰਨਾ ਚਾਹੁੰਦੀ ਸੀ ਐਜ਼ ਏ ਹਿਊਮਨ, ਮੈਂ ਮਤਲਬ ਅੰਦਰੋਂ ਹੰਬਲ ਚਾਹੁੰਦੀ ਹੁੰਦੀ ਹਾਂ ਕਿ ਆਈ ਲਵ ਹੈਲਪਿੰਗ ਅਦਰਸ। ਉਹ ਚੀਜ਼ਾਂ ਮੈਨੂੰ ਬੜੀਆਂ ਪਸੰਦ ਨੇ ਕਿ ਜਦੋਂ ਕੋਈ ਖੁਸ਼ ਹੁੰਦਾ ਮੈਨੂੰ ਬੜੀ ਖੁਸ਼ੀ ਮਿਲਦੀ ਆ। ਸੋ ਆਈ ਥਿੰਕ ਇੱਥੇ ਆ ਕੇ ਮੇਰੇ ਲਈ ਉਹ ਸੌਖੀਆਂ ਹੋ ਗਈਆਂ ਚੀਜ਼ਾਂ। ਹਾਂ, ਪਰ ਉਦਾਂ ਤੁਹਾਨੂੰ ਕਿੱਦਾਂ ਵਧੀਆ ਲੱਗਦਾ ਸੀ ਹੱਕਾਂ ਦੇ ਮਾਮਲੇ 'ਚ, ਕਿ ਉਦਾਂ ਵੀ ਕਈ ਚੀਜ਼ਾਂ ਦੇ ਵਿੱਚ ਜ਼ਿਆਦਾ ਡਿਫਰੈਂਸ ਲੱਗਦਾ ਸੀ? ਲਾਈਫ ਇੱਥੇ ਬਿਜ਼ੀ ਆ, ਨੋ ਡਾਊਟ, ਪਰ ਹਸਬੈਂਡ ਦੇ ਨਾਲ ਰਹਿਣਾ ਸੀ। ਸੋ ਕਿਉਂਕਿ ਤੁਸੀਂ ਤੇ ਉੱਥੇ ਵੀ ਬਹੁਤ ਮਿਹਨਤ ਕਰਦੇ ਸੀ, ਅੱਗੇ ਰਹਿਣ ਦੀ ਕੋਸ਼ਿਸ਼ ਕਰਦੇ ਸੀ, ਹਮੇਸ਼ਾ ਕਲਚਰਲੀ ਜਾਂ ਕਮਿਊਨਿਟੀ ਦੇ ਨਾਲ ਉੱਥੇ ਵੀ ਇਨਵੋਲਵ ਰਹਿੰਦਾ ਸੀ, ਸੋ ਯੂ ਕੁਡ ਕੈਰੀ ਔਨ ਇਵਨ ਬੈਟਰ, ਹੈ ਨਾ? ਹਾਂਜੀ, ਮੈਨੂੰ ਸ਼ਾਇਦ ਲੱਗਦਾ ਨਹੀਂ, because ਸਮਟਾਈਮ ਮੈਰਿਜ ਹੋ ਜਾਂਦੀ ਆ, ਮੈਰਿਜ ਤੋਂ ਬਾਅਦ ਫਿਰ ਘਰ ਦੀਆਂ ਉੱਥੇ ਮੈਜੋਰਟੀ ਆਪਾਂ ਵੂਮਨਸ ਘਰ ਰਹਿੰਦੇ ਆ, ਸੋ ਹੋ ਸਕਦਾ ਥੋੜਾ ਕੱਟ ਡਾਊਨ ਵੀ ਹੋ ਜਾਂਦਾ। ਮੇ ਬੀ, ਮੈਂ ਕੁਝ ਕਹਿ ਨਹੀਂ ਸਕਦੀ, ਪਰ ਮੈਂ ਆਈ ਲਵ ਕੈਨੇਡਾ ਟੂ ਬੀ ਓਨੈਸਟ। ਬਾਕੀ ਮੇਰੀ ਫੈਮਿਲੀ ਆਪ ਤੋਂ ਵੱਧ ਇੱਥੇ ਆ, ਸੋ ਉਹਦੇ ਕਰਕੇ ਮੈਨੂੰ ਫੀਲ ਵੀ ਨਹੀਂ ਹੋਇਆ ਜ਼ਿਆਦਾ ਕਿ ਮੈਂ ਉੱਥੋਂ ਪੇਰੈਂਟਸ ਤੋਂ, ਆਫ ਕੋਰਸ ਜਦੋਂ ਤੁਸੀਂ ਆਉਂਦੇ ਹੋ ਫੀਲ ਤਾਂ ਹੁੰਦਾ ਆ, ਸੈਡ ਹੁੰਦੇ ਹੋ ਕਿ ਫੈਮਿਲੀ ਨੂੰ ਛੱਡ ਕੇ ਚੱਲੇ ਆ, ਵਾਪਸ ਜਾਣਾ ਆ, ਤਾਂ ਨੈਵਰ ਨੋ ਕਿਨੇ ਹੋਣਾ ਕਿਨੇ ਨਹੀਂ। ਸੋ ਫੀਲਿੰਗਸ ਜ਼ਰੂਰ ਹੁੰਦੀਆਂ ਤੁਹਾਡੇ 'ਚ। ਹਾਂਜੀ। ਸੋ ਇੱਥੇ ਤੱਕ ਸਾਨੂੰ ਬਹੁਤ ਹੀ ਅੱਛਾ ਲੱਗਿਆ ਤੁਹਾਡਾ ਸਫ਼ਰ, ਤੇ ਹੁਣ ਟਾਈਮ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ, ਤੇ ਬ੍ਰੇਕ ਤੋਂ ਬਾਅਦ ਆ ਕੇ ਅਸੀਂ ਫਿਰ ਇਹਨਾਂ ਦੇ ਬਾਰੇ ਹੋਰ ਦਿਲਚਸਪ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੁਹਾਡਾ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਉਡਾਨ ਦੇ ਵਿੱਚ। ਜਿਵੇਂ ਅਸੀਂ ਪਹਿਲਾਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀ ਕਿ ਕਿੱਦਾਂ ਰੂਪਨ ਹੁਰਾਂ ਨੇ ਬੜਾ ਹੀ ਅੱਛਾ ਬਚਪਨ ਸਾਰਾ ਕੁਝ ਗੁਜ਼ਾਰ ਕੇ ਇੱਥੇ ਪਹੁੰਚੇ, ਤੇ ਫਿਰ ਇੱਥੇ ਇਹਨਾਂ ਦਾ ਸਫ਼ਰ ਇੱਕ ਸ਼ੁਰੂ ਹੋਇਆ, ਹੈ ਨਾ। ਸੋ ਜਦੋਂ ਮੈਂ ਇਹਨਾਂ ਦੇ ਨਾਲ ਗੱਲ ਕਰ ਰਹੀ ਸੀ, ਮੈਂ ਪਹਿਲਾਂ ਤੁਹਾਨੂੰ ਥੋੜ੍ਹਾ ਜਿਹਾ ਪਿੱਛੇ ਲੈ ਜਾਵਾਂਗੀ ਕਿ ਮੈਂ ਇਹਨਾਂ ਤੋਂ ਪ੍ਰਭਾਵਿਤ ਕਿਵੇਂ ਹੋਈ ਸੀਗੀ। ਮੈਂ ਇੱਕ ਫਾਰਮਰਸ ਪ੍ਰੋਟੈਸਟ 'ਤੇ ਸੀਗੇ, ਇਹ ਬੜਾ ਹੀ ਵੱਡਾ ਝੰਡਾ ਲੈ ਕੇ ਝੁਲਾ ਰਹੇ ਸੀਗੇ, ਅਤੇ ਮੈਨੂੰ ਬੜੇ ਚੰਗੇ ਲੱਗ ਰਹੇ ਸੀ। ਮੈਂ ਜਾ ਕੇ ਥੋੜ੍ਹੀ ਬਹੁਤ ਗੱਲਬਾਤ ਕੀਤੀ, ਅਤੇ ਗੱਲਬਾਤ ਅੱਗੇ ਵਧੀ, ਅਤੇ ਆਪਾਂ ਇੱਥੇ ਆਪਣੀ ਨੋਰਮਲੀ ਆਪਾਂ ਪੁੱਛ ਲੈਂਦੇ ਹਾਂ ਕਿ ਤੁਸੀਂ ਕੰਮ ਕੀ ਕਰਦੇ ਹੋ, ਹੈ ਨਾ। ਮੈਂ ਇਹਨਾਂ ਨੂੰ ਪੁੱਛਿਆ, ਮੈਂ ਕਿਹਾ ਸੋ ਵਾਟ ਡੂ ਯੂ ਡੂ ਫॉर ਵਰਕ? ਇਹ ਕਹਿੰਦੇ ਆਈ ਐਮ ਅ ਕੈਬ ਡਰਾਈਵਰ। ਯੂ ਨੋ, ਮੈਂ ਕਦੀ ਪਰੇਸ਼ਾਨ ਨਹੀਂ ਹੁੰਦੀ ਕਿਸੇ ਗੱਲ ਤੋਂ, ਕਿਉਂਕਿ ਆਈ ਡੋਂਟ ਥਿੰਕ ਕਿ ਵੀ ਕੋਈ ਵੀ ਚੀਜ਼ ਛੋਟੀ ਜਾਂ ਵੱਡੀ ਹੁੰਦੀ ਹੈ, ਪਰ ਮੇਰਾ ਇੱਕ ਵਾਰੀ ਮੂੰਹ ਖੁੱਲ੍ਹਾ ਰਹਿ ਗਿਆ। ਆਈ ਵਾਜ਼ ਲਾਈਕ ਰੀਅਲੀ, ਬਿਕੋਜ਼ ਸ਼ੀ ਇਜ਼ ਦ ਓਨਲੀ ਪੰਜਾਬੀ ਵੂਮੈਨ ਹੂ ਡਰਾਈਵਸ ਕੈਬ, ਹੈ ਨਾ। ਮੈਂ ਹੋਰ ਨਹੀਂ ਕਿਸੇ ਨੂੰ ਹਾਲੇ ਸੁਣਿਆ। ਹਾਲੇ ਉਬਰ ਚਲਾਉਂਦੇ ਨੇ ਸ਼ਾਇਦ, ਨਹੀਂ ਪਤਾ ਨਹੀਂ ਉਬਰ ਚਲਾਉਂਦੇ ਨੇ ਕਿ ਨਹੀਂ, ਬਟ ਇਹਨਾਂ ਦੀ ਮੈਨੂੰ ਇਹ, ਐਂਡ ਸ਼ੀ ਵਾਜ਼ ਨੋਰਮਲ, ਐਂਡ ਮਾਈ
ਮੇਰਾ ਜॉ ਡ੍ਰੌਪ ਹੋ ਗਿਆ ਨਾ, ਤੇ ਪਰ ਮੈਨੂੰ ਬਹੁਤ ਹੀ ਚੰਗਾ ਲੱਗਿਆ। ਮੈਂ ਕਿਹਾ ਫਿਰ ਮੈਂ ਦੁਬਾਰਾ, ਇਹ ਤਾਂ ਆਪਣਾ ਝੰਡਾ ਲਾਉਂਦੇ ਰਹੇ, ਮੈਂ ਕਿਹਾ ਮੈਂ ਤੁਹਾਨੂੰ ਆਪਣੇ ਸ਼ੋਅ ਦੇ ਉੱਤੇ ਗੈਸਟ ਲਿਆਉਣਾ ਚਾਹੁੰਦੀ ਹਾਂ, ਕਿਉਂਕਿ ਮੈਨੂੰ ਇਹਨਾਂ ਦੀਆਂ ਹੋਰ ਕਾਫੀ ਚੀਜ਼ਾਂ ਦਾ ਤੇ ਬਹੁਤ ਪਤਾ ਸੀ, ਬਟ ਮੈਨੂੰ ਇਹ ਹੋਇਆ ਕਿ ਵੀ ਵਾਹ, ਵੀ ਇਹ ਇੰਨੇ ਮਤਲਬ ਧੱਕੜ ਨੇ ਪੂਰੇ ਕਿ ਮਤਲਬ ਸ਼ੀ ਕੈਨ ਡੂ ਦੈਟ। ਸੋ ਇਹਦੇ ਬਾਰੇ ਥੋੜਾ ਜਿਹਾ ਦੱਸੋ ਕਿ ਤੁਸੀਂ ਕਿਵੇਂ ਸੋਚਿਆ, ਕਦੋਂ ਸੋਚਿਆ ਤੇ ਕਿੱਦਾਂ ਇਹਨੂੰ ਅਪਣਾਇਆ ਤੁਸੀਂ? ਹਾਂਜੀ, ਮੈਂ ਜੌਬ ਕਰਦੀ ਸੀ ਐਜ਼ ਏ ਕੁਆਲਿਟੀ ਆਡਿਟਰ ਲੈਬ ਦੇ ਵਿੱਚ। ਹਾਂਜੀ। ਉੱਥੋਂ ਮੇਰੇ ਥੋੜੇ ਹੈਲਥ ਇਸ਼ੂਜ਼ ਸ਼ੁਰੂ ਹੋ ਗਏ ਸੀਗੇ, ਸੋ ਉਹਦੇ ਕਰਕੇ ਮੈਨੂੰ ਲੱਗਦਾ ਸੀ ਕਿ ਸ਼ਾਇਦ ਰਿਜ਼ਾਈਨ ਕਰਨਾ ਪੈਣਾ ਆ। ਸੋ ਮੈਂ ਹਸਬੈਂਡ ਨੂੰ ਡਿਸਕਸ ਕੀਤਾ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ। ਉਹ ਕਹਿੰਦੇ ਸੀ ਕਿ ਜੇ ਮਤਲਬ ਨਹੀਂ ਠੀਕ ਤਾਂ ਰਿਜ਼ਾਈਨ ਕਰ ਦੇ। ਕਹਿੰਦੇ ਸੀ ਇਟਸ ਓਕੇ, ਸਾਲ 2 ਸਾਲ ਨਹੀਂ ਜੌਬ ਹੋਰ ਕੋਈ ਹੋਊਗੀ, ਇਟਸ ਓਕੇ, ਵੀ ਕੈਨ ਅਫੋਰਡ ਇਟ। ਪਰ ਫਿਰ ਕਹਿੰਦੇ ਸੀ ਕਿ ਤੇਰੀ ਤੂੰ ਡਰਾਈਵਿੰਗ ਵਧੀਆ ਕਰਦੀ ਆ, ਵਾਈ ਨਾਟ, ਜੇ ਤੂੰ ਟੈਕਸੀ ਚਲਾਉਣਾ ਚਾਹੁੰਦੀ ਆ ਤਾਂ ਤੇਰੇ ਲਈ ਤੈਨੂੰ ਕੀ ਲੱਗਦਾ ਆ, ਕੀ ਖਿਆਲ ਨੇ? ਸੋ ਆਈ ਵਾਸ ਲਾਈਕ ਯਾ, ਮੈਂ ਕਿਹਾ ਮੈਂ ਟਰਾਈ ਕਰ ਸਕਦੀ ਹਾਂ। ਮੈਨੂੰ ਸੀ ਮੈਂ 2-3 ਮਹੀਨੇ ਟਰਾਈ ਕਰਕੇ, ਕਿ ਸ਼ਾਇਦ, ਕਿਉਂਕਿ ਜਦੋਂ ਪਹਿਲੀ ਜੌਬ ਸਟਾਰਟ ਕਰਦੇ ਆ ਫੀਅਰ ਹੁੰਦਾ ਤੁਹਾਡੇ ਅੰਦਰ, ਪਤਾ ਨਹੀਂ ਕੀ ਚੀਜ਼ ਹੋਣੀ ਹੈ ਨਾ। ਪਰ ਆਈ ਥਿੰਕ ਇਟ ਵਾਸ ਜਸਟ ਡਰਾਈਵਿੰਗ, ਰੈਸਟ ਦਾ ਸਿਸਟਮ ਸੀਗਾ, ਤੁਸੀਂ ਉਹਨੂੰ ਕੰਟਰੋਲ ਕਰਨਾ ਆ ਜਾਂ ਸੋ ਉਹਦੇ ਕਰਕੇ ਮੇਰੇ ਹਸਬੈਂਡ ਨੇ ਵੀ ਵੈਸੇ ਸਪੋਰਟ ਕੀਤੀ ਮੈਨੂੰ। ਨਹੀਂ ਤਾਂ ਕਈ ਵਾਰੀ ਇਹ ਹੋ ਜਾਂਦਾ ਕਿ ਥੋੜਾ ਮੇਲਸ ਇਨਸਿਕਿਉਰ ਹੁੰਦੇ ਆ। ਹਾਂਜੀ ਹਾਂਜੀ, ਕਿ ਥੋੜੀ ਡੇਅਰਿੰਗ ਜੌਬ ਹੈ ਇਹ, ਨੋ ਡਾਊਟ ਇਟਸ ਅ ਡੇਅਰਿੰਗ ਜੌਬ। ਯਾ, ਕਿਉਂਕਿ ਆਪਾਂ ਦੇਖਦੇ ਹਾਂ ਕਿ ਟਰੱਕ ਤਾਂ ਬਹੁਤ ਲੜਕੀਆਂ ਚਲਾਉਂਦੀਆਂ ਨੇ, ਬਹੁਤ ਭੈਣਾਂ ਚਲਾਉਂਦੀਆਂ ਨੇ, ਕਿਉਂਕਿ ਟਰੱਕ ਦੇ ਵਿੱਚ ਕੀ ਹੁੰਦਾ ਕਿ ਤੁਸੀਂ ਆਪੇ ਇਕੱਲੇ ਬੈਠੇ ਹੈਗੇ ਹੋ, ਇਹਦੇ ਵਿੱਚ ਇੱਕ ਤੁਹਾਡੇ ਨਾਲ ਪੈਸੇਂਜਰ ਨੇ ਬਹਿ ਜਾਣਾ ਆ ਕੇ, ਸਟ੍ਰੇਂਜਰ ਨੇ, ਹਾਂ ਉਹ ਵੀ ਸਟ੍ਰੇਂਜਰ ਹੈ ਨਾ, ਤੇ ਫਿਰ ਤੁਸੀਂ ਉਹਨੂੰ ਅੱਛੀ ਤਰ੍ਹਾਂ ਦੇ ਨਾਲ ਵੀ ਡੀਲ ਕਰਨਾ ਹੈਗਾ। ਤੇ ਕਈ ਵਾਰੀ ਆਪਾਂ ਸੁਣਦੇ ਵੀ ਹਾਂ ਕਿ ਇਨਸੀਡੈਂਟਸ ਹੋ ਜਾਂਦੇ ਨੇ, ਬਟ ਉਹਦੇ ਕਰਕੇ ਆਪਾਂ ਨੂੰ ਥੋੜਾ ਜਿਹਾ ਡਰ ਲੱਗਦਾ ਹੈ। ਬਟ ਦਿਸ ਫੀਅਰਲੈਸ ਰੂਪਨ ਅਡੋਪਟਡ ਦੈਟ, ਐਂਡ ਮੈਨੂੰ ਇਹ ਜਾਣ ਕੇ ਹੋਰ ਵੀ ਖੁਸ਼ੀ ਹੋਈ ਕਿ ਇਹ ਸੁਜੈਸ਼ਨ ਇਹਨਾਂ ਦੇ ਹਸਬੈਂਡ ਦਾ ਸੀਗਾ, ਹਾਂਜੀ। ਸੋ ਡੈਫੀਨੇਟਲੀ ਕਹਿੰਦੇ ਨੇ ਕਿ ਜਿਹੜੀ ਇੱਕ ਲੜਕੀ ਅੱਗੇ ਵੱਧਦੀ ਹੈ ਜਾਂ ਆਪਣੇ ਸੁਪਨੇ ਪੂਰੇ ਕਰਦੀ ਹੈ, ਜਿਵੇਂ ਕਿ ਕਹਿੰਦੇ ਨੇ ਕਿ ਹਰ ਸਕਸੈਸਫੁਲ ਬੰਦੇ ਦੇ ਪਿੱਛੇ ਇੱਕ ਜਨਾਨੀ ਦਾ ਹੱਥ ਹੁੰਦਾ ਹੈ, ਇਸੇ ਤਰ੍ਹਾਂ ਹਰ ਖੁਸ਼ ਔਰਤ ਦੇ ਪਿੱਛੇ, ਹਰ ਸਕਸੈਸਫੁਲ ਔਰਤ ਦੇ ਪਿੱਛੇ ਡੈਫੀਨੇਟਲੀ ਉਹਦੇ ਹਸਬੈਂਡ ਦੀ ਸਪੋਰਟ, ਉਹਦੇ ਹਸਬੈਂਡ ਦਾ ਪਿਆਰ, ਉਹਦੇ ਹਸਬੈਂਡ ਦੀ ਤਵੱਜੋ, ਸਾਰਾ ਕੁਝ ਹੁੰਦਾ ਹੈ। ਨਹੀਂ ਤੇ ਸੁਪਨੇ ਪੂਰੇ ਕਰਨੇ ਬੜੇ ਔਖੇ ਹੋ ਜਾਂਦੇ ਨੇ। ਸੋ ਵੀ ਉਹ ਤੁਹਾਡੇ ਹਸਬੈਂਡ ਨੇ ਇਹਨੂੰ ਸੁਜੈਸਟ ਕੀਤਾ ਕਿ ਤੁਸੀਂ ਅਡਾਪਟ ਕਰ ਲਓ। ਸੋ ਕਿਹੜੇ ਚੈਲੰਜਸ ਤੁਹਾਨੂੰ ਆਏ ਇਹਦੇ ਵਿੱਚ? ਯੂਜ਼ਲੀ ਪਿਕ ਕੀਤਾ ਜਾਂਦਾ ਸਾਨੂੰ ਕਲਰਸ ਤੋਂ। ਹਾਲਾਂਕਿ ਜਦੋਂ ਮੈਂ ਮਤਲਬ ਵਰਬਲੀ ਕਮਿਊਨੀਕੇਸ਼ਨ ਕਰਦੀ ਹਾਂ ਤਾਂ ਹਾਰਡਲੀ ਯੂ ਕੈਨ ਟੈਲ ਕਿ ਮੈਂ ਮਤਲਬ ਇੰਡੀਆ ਦੀ ਬੋਰਨ ਰੇਸ ਦਾ। ਮੈਜੋਰਟੀ ਮੈਨੂੰ ਇੱਦਾਂ ਕਹਿੰਦੇ ਆ ਕਿ ਯੂ ਸੀਮਸ ਲਾਈਕ ਸਾਊਂਡਸ ਲਾਈਕ ਹਾਂ, ਪਰ ਫਿਰ ਵੀ ਤੁਹਾਨੂੰ ਕਲਰ ਕਰਕੇ ਪਿਕ ਕੀਤਾ ਜਾਂਦਾ ਆ। ਸੋ 1-2 ਮੇਰੇ ਨਾਲ ਇੰਸੀਡੈਂਟ ਇੱਦਾਂ ਦੇ ਹੋਏ ਆ, ਪਰ ਆਈ ਨੈਵਰ ਲੈਟ ਮਾਈ ਸੈਲਫ ਡਾਊਨ ਐਂਡ ਯੂ ਫਾਈਟ ਫॉर ਇਟ, ਹੈ ਨਾ। ਕਿਹਾ ਵੀ ਮੈਨੂੰ ਕਿ ਮੈਂ ਸਿਰਫ ਲੇਟ ਸੀਗੀ, ਮੇਰਾ ਹਾਲਾ 2-4 ਮਿੰਟ ਕਸਟਮਰ ਨੂੰ ਪਿਕ ਕਰਨ ਲਈ। ਉਹ ਇੱਕਦਮ ਹੀ ਇੱਦਾਂ ਫਰੀਕ ਆਊਟ ਹੋ ਗਿਆ ਜਦੋਂ ਮੈਂ ਗਈ ਉੱਥੇ, ਤਾਂ ਮੈਨੂੰ ਇੱਦਾਂ ਬੋਲਣ ਲੱਗ ਗਿਆ ਉਹ ਕਿ ਗੋ ਬੈਕ ਟੂ ਯੋਰ ਕੰਟਰੀ, ਯੂਜ਼ਲੀ ਜਿਹੜਾ ਆਪਾਂ ਨੂੰ ਕਹਿੰਦੇ ਆ। ਉਹਨੇ ਇਨਪਰੋਪਰੀਏਟ ਮੈਨੂੰ ਸ਼ਬਦ ਵੀ ਕਹੇ ਕੁਛ। ਮੈਨੂੰ ਮਤਲਬ 1 ਮਿੰਟ ਲਈ ਮੈਂ ਸੋਚਿਆ ਹੀ ਨਹੀਂ ਕਿ ਮੈਨੂੰ ਮਤਲਬ ਇਹਨੂੰ ਲੈ ਕੇ ਜਾਣਾ ਚਾਹੀਦਾ ਜਾਂ ਕੀ ਕਰਨਾ ਚਾਹੀਦਾ। ਆਈ ਨਿਊ ਕਿ ਮੈਂ ਕੀ ਕਹਿਣਾ ਆ, ਕੀ ਕਰਨਾ ਆ। ਸੋ ਰਾਈਟ ਵੇ ਮੈਂ ਉਹਨੂੰ ਕਹਿਤਾ ਕਿ ਤੂੰ ਪਿਸਡ ਆਫ ਹੋਇਆ ਕਿਉਂਕਿ ਮੈਂ 2 ਮਿੰਟ ਲੇਟ ਸੀ, ਹੁਣ ਇੱਦਾਂ ਕਰ, ਹੁਣ ਤੂੰ ਦੂਜੀ ਕੈਬ ਕਾਲ ਕਰ, ਹੁਣ ਅੱਧਾ ਘੰਟਾ ਹੋਰ ਵੇਟ ਕਰ। ਸੋ ਮੈਂ ਰਾਈਟ ਵੇ ਕੈਬ ਨੂੰ ਫੋਨ ਕੀਤਾ, ਸਾਡੀ ਕੰਪਨੀ ਨੂੰ, ਤਾਂ ਮੈਂ ਉਹਨਾਂ ਨੂੰ ਕਿਹਾ ਕਿ ਪਲੀਜ਼ ਬਲੌਕ ਹਿਮ, ਕਿ ਮੈਂ ਇਹਨੂੰ ਲਾਈਫ ਟਾਈਮ ਦੀ ਪਿਕ ਨਹੀਂ ਕਰਨਾ। ਕਿ ਜਿਹੜਾ ਮੈਨੂੰ ਮਤਲਬ ਇੱਦਾਂ ਕਹਿਤਾ ਆ, ਮਤਲਬ ਮੈਂ ਇਹ ਹੋ ਗਿਆ ਕਿ ਗੋ ਬੈਕ, ਮੈਂ ਕਿੱਥੇ ਜਾਵਾਂ ਬੈਕ? ਅਸੀਂ ਕੈਨੇਡੀਅਨ ਸਿਟੀਜ਼ਨ ਆ, ਅਸੀਂ ਇੱਥੇ ਟੈਕਸ ਲੜੋ ਕਿ ਵਾਈ ਆਰ ਯੂ ਲੇਟ ਐਂਡ ਯੂ ਕੁਡ ਹੈਵ ਐਕਸਪਲੇਨਡ ਮੈਂ ਕਿਉਂ ਲੇਟ ਹੋ ਗਈ ਹਾਂ। ਇਹ ਕੀ ਮਤਲਬ ਹੈਗਾ ਕਿ ਤੁਸੀਂ ਰੇਸ਼ੀਅਲ ਕਮੈਂਟਸ ਕਰੋ ਤੇ ਅਬਿਊਸਿਵ ਲੈਂਗੁਏਜ ਯੂਜ਼ ਕਰੋ ਤੇ ਫਿਰ ਕਹੋ ਗੋ ਬੈਕ ਟੂ? ਹਾਂਜੀ ਹਾਂ, ਉਹ ਮੈਨੂੰ ਚੈਲੰਜ ਦਿੱਤਾ ਇੱਕ ਉਹਨੇ ਕਿ ਮੈਂ ਉਹਨੂੰ ਕਿਹਾ ਕਿ ਹਾਂ ਰਵਾਂਗੇ ਵੀ ਇੱਥੇ, ਕੰਮ ਵੀ ਕਰਾਂਗੇ, ਤਾਂ ਹਾਂ ਤੈਨੂੰ ਵੀ ਨਹੀਂ ਪਿਕ ਕਰਨਾ। ਯਾ, ਸੋ ਉਹਨੂੰ ਮੈਂ ਲਾਈਫ ਟਾਈਮ ਲਈ ਬਲੌਕ ਕੀਤਾ ਹੋਇਆ ਕੈਬ ਦੇ ਵਿੱਚੋਂ। ਸੀ ਦੇਖੋ, ਮੇਰੀਆਂ ਜਿਹੜੀਆਂ ਭੈਣਾਂ ਜਾਂ ਬੀਬੀਆਂ ਜਾਂ ਬੱਚੀਆਂ ਇਹ ਪ੍ਰੋਗਰਾਮ ਦੇਖ ਰਹੀਆਂ ਨੇ, ਕਈ ਵਾਰੀ ਕੀ ਹੁੰਦਾ ਆਪਾਂ ਨੂੰ ਕੋਈ ਕੁਛ ਕਹਿ ਦਿੰਦਾ, ਆਪਾਂ ਸੋਚਦੇ ਹਾਂ ਕਿ ਮੈਂ ਤੇ ਇਕੱਲੀ ਖੜੀ ਹਾਂ, ਕਿਸੇ ਨੇ ਨਹੀਂ ਸੁਣਿਆ, ਤੇ ਆਪਾਂ ਚੁੱਪ ਕਰਕੇ ਆ ਕੇ ਘਰ ਬੈਠ ਜਾਂਦੇ ਹਾਂ। ਪਰ ਬਲੀਵ ਮੀ ਦੈਟ ਬੋਦਰਸ ਯੂ ਫॉर ਲਾਈਫ ਟਾਈਮ। ਪਰ ਇਹਨਾਂ ਨੂੰ ਇਹ ਚੀਜ਼ ਬੋਦਰ ਨਹੀਂ ਕਰਦੀ ਕਿਉਂਕਿ ਇਹਨਾਂ ਨੇ ਉਹਨੂੰ ਰਾਈਟ ਵੇ ਡੀਲ ਕੀਤਾ। ਸ਼ੀ ਸਟੂਡ ਅਪ ਫॉर ਹਰਸੈਲਫ। ਇਸ ਕੰਟਰੀ ਦੇ ਵਿੱਚ ਐਵੇਂ ਦੇ ਇਨਸੀਡੈਂਟ ਹੋਣਾ ਕੋਈ ਖਾਸ ਗੱਲ ਨਹੀਂ ਹੈਗੀ।
ਕੋਈ ਇਹ ਆਮ ਗੱਲ ਹੀ ਹੈਗੀ ਕਿ ਤੁਹਾਨੂੰ ਜਿਹੜੇ ਪ੍ਰੈਜੂਡਿਸ ਲੋਕ ਨੇ ਜਾਂ ਜਿਹੜੇ ਐਵੇਂ ਦੇ ਲੋਕ ਨੇ ਤੁਹਾਨੂੰ ਮਿਲਦੇ ਹੀ ਰਹਿੰਦੇ ਨੇ ਤੇ ਜ਼ਰੂਰ ਕੁਛ ਨਾ ਕੁਛ ਕਹਿ ਦਿੰਦੇ ਨੇ। ਸੋ ਉਹਨਾਂ ਦੇ ਅੱਗੇ ਉਹ ਵੀ ਬੁੱਲੇ ਹੋਏ ਹੁੰਦੇ ਨੇ, ਸੋ ਉਹਨਾਂ ਦੇ ਅੱਗੇ ਖੜਨਾ ਬਹੁਤ ਜ਼ਰੂਰੀ ਹੈ। ਸੋ ਇਹ ਚੀਜ਼ ਆਪਾਂ ਨੇ ਰੂਪਨ ਤੋਂ ਜ਼ਰੂਰ ਸਿੱਖਣੀ ਹੈ। ਹੁਣ ਤੱਕ ਵੀ ਜਦੋਂ ਇਹ ਕਾਲਜ ਵਿੱਚ ਵੀ ਸੀ, ਸਕੂਲ ਵਿੱਚ ਵੀ ਸੀਗੇ ਜਾਂ ਇੱਥੇ ਆ ਗਏ, ਇਹਨਾਂ ਨੇ ਆਪਣੀ ਉਹ ਸ਼ਖਸੀਅਤ ਨੂੰ ਉੱਚੇ ਰੱਖਣਾ ਤੇ ਆਪਣੇ ਰਾਈਟਸ ਲਈ ਫਾਈਟ ਕਰਨਾ ਹਮੇਸ਼ਾ ਕਾਇਮ ਰੱਖਿਆ ਹੈ ਨਾ। ਸੋ ਬਹੁਤ ਖੁਸ਼ੀ ਹੋਈ ਤੇ ਆਈ ਐਮ ਸ਼ੋਰ ਕਿ ਵੇਖਦੀਆਂ ਭੈਣਾਂ ਵੀ ਜ਼ਰੂਰ ਇਸ ਤੋਂ ਲਰਨ ਕਰਨਗੀਆਂ ਹੈ ਨਾ। ਤੇ ਫਿਰ ਤੁਹਾਡੇ ਬੱਚੇ ਵੀ ਇੱਥੇ ਸਕੂਲ ਜਾਣ ਲੱਗ ਗਏ ਹੈ ਨਾ? ਹਾਂਜੀ। ਸੋ ਕਿਉਂਕਿ ਦੇਖੋ ਜਿਹੜੇ ਲੋਕ ਤੇ ਬਰੈਂਪਟਨ 'ਚ ਰਹਿੰਦੇ ਨੇ ਨਾ, ਬਰੈਂਪਟਨ ਦੇ ਵਿੱਚ ਬਹੁਤ ਪੰਜਾਬੀ ਰਹਿੰਦੇ ਨੇ, ਮਿਸਿਸਾਗਾ ਦੇ ਵਿੱਚ ਵੀ, ਉਹ ਇਹਨਾਂ ਚੀਜ਼ਾਂ ਨੂੰ ਘੱਟ ਫੇਸ ਕਰਦੇ ਨੇ। ਬਟ ਜਦੋਂ ਤੁਸੀਂ ਥੋੜ੍ਹਾ ਜਿਹਾ ਬਾਹਰ ਚਲੇ ਜਾਂਦੇ ਹੋ, ਉੱਥੇ ਚੀਜ਼ਾਂ ਥੋੜ੍ਹੀਆਂ ਜਿਹੀਆਂ ਜ਼ਿਆਦਾ ਦੇਖਣ ਜਾਂਦੀਆਂ ਨੇ। ਸੋ ਤੁਸੀਂ ਕਿਚਨਰ 'ਚ ਰਹਿੰਦੇ ਸੀਗੇ, ਸੋ ਕਿਚਨਰ ਰਹਿੰਦਿਆਂ ਹੋਇਆਂ ਤੁਸੀਂ ਦੱਸ ਰਹੇ ਸੀ ਕਿ ਤੁਹਾਡੇ ਬੱਚਿਆਂ ਨੂੰ ਬਹੁਤ ਇਸ ਚੀਜ਼ ਨੂੰ ਫੇਸ ਕਰਨਾ ਪੈਂਦਾ ਸੀ। ਸੋ ਥੋੜ੍ਹਾ ਉਹਦੇ ਬਾਰੇ ਸ਼ੇਅਰ ਕਰੋ। ਹਾਂਜੀ, ਮੇਰੇ 2 ਬੇਟੇ ਨੇ, ਨਿਹਾਲ ਸਿੰਘ ਤੇ ਜੁਝਾਰ ਸਿੰਘ, ਦੋਨੋਂ ਹੀ ਬਾਕਸਰ ਨੇ। ਜਿਹੜਾ ਵੱਡਾ ਵਾਲਾ ਹੈ ਨਿਹਾਲ ਸਿੰਘ, ਉਹ ਪ੍ਰੋਫੈਸ਼ਨਲ ਬਾਕਸਰ ਆ। ਸੋ ਆਈ ਥਿੰਕ ਇਹ ਜਿਹੜੀ ਬਾਕਸਿੰਗ ਜਿਹੜੀ ਇਹਨਾਂ ਨੇ ਜੁਆਇਨ ਕੀਤੀ ਹੈ, ਵੱਡੇ ਨੇ ਖਾਸ ਕਰਕੇ 5-7 ਸਾਲ ਤੋਂ ਕਰ ਰਹੇ ਆ ਉਹ। ਦੋਨੋਂ ਹੀ ਬੁਲੀ ਹੋਏ ਨੇ ਵੈਸੇ ਜੇ ਦੇਖਿਆ ਜਾਵੇ। ਇੱਕ ਵਾਰੀ ਤਾਂ ਇੰਸੀਡੈਂਟ ਹੋਇਆ, ਮਤਲਬ ਅਸੀਂ ਸਾਡੀ ਪ੍ਰਾਪਰਟੀ ਤੇ ਤਾਂ ਬੱਚੇ ਇਕੱਠੇ ਹੋ ਕੇ ਖੇਡਦੇ ਸੀ ਤਾਂ ਉਹ ਦੂਜੀ ਪਾਰਟੀ ਲੂਜ਼ ਕਰ ਗਈ, ਜਿਹੜੀ ਟੀਮ ਸੀਗੀ, ਤਾਂ ਇਹਨਾਂ ਦੀ ਵਿਨ ਹੋ ਗਈ। ਤਾਂ ਇਹਨਾਂ ਨੂੰ ਫਿਰ ਐਜ਼ ਏ ਇੰਡੀਅਨ ਇੱਦਾਂ ਕਹਿ ਕੇ ਉਹ ਨੇਮਸ ਨਾਲ ਬੁਲਾਉਣ ਲੱਗ ਗਏ। ਵੱਡੇ ਵਾਲਾ ਥੋੜਾ ਡਰ ਗਿਆ, ਉਹ ਬੈਠ ਗਿਆ ਤੇ ਰੋਣ ਲੱਗ ਗਿਆ। ਛੋਟੇ ਵਾਲੇ ਨੇ ਹਾਕੀ ਸਟਿਕ ਚੱਕੀ ਤਾਂ ਉਹ ਕਹਿੰਦਾ ਜਸਟ ਗੈਟ ਆਊਟ ਮਾਈ ਪ੍ਰੋਪਰਟੀ। ਉਹਨੇ ਇੱਦਾਂ ਕਹਿ ਕੇ ਉਹਨਾਂ ਨੂੰ ਭੇਜਤਾ ਤੇ ਫਿਰ ਅੰਦਰ ਆ ਕੇ ਸਾਨੂੰ ਇੰਸੀਡੈਂਟ ਦੱਸਿਆ। ਦੈਨ ਮੈਂ ਆਪਣੇ ਹਸਬੈਂਡ ਨਾਲ ਗੱਲ ਕੀਤੀ, ਮੈਂ ਕਿਹਾ ਵੀ ਨਹੀਂ ਇੱਦਾਂ, ਮਤਲਬ ਆਪਾਂ ਬਿਕਾਜ਼ ਇਟਸ ਅ ਨੇਬਰ, ਸਾਡੇ ਨੇਬਰ 'ਚ ਸੀਗੇ ਉਹ। ਬਿਲਕੁਲ, ਇੱਥੇ ਤੇ ਰੋਜ਼ ਆਣਾ ਜਾਣਾ। ਹਾਂਜੀ ਹਾਂ, ਬੱਚੇ ਨੂੰ ਇਹ ਨਹੀਂ ਸਿਖਾ ਸਕਦੇ ਕਿ ਕੋਈ ਗੱਲ ਨਹੀਂ। ਅਸੀਂ ਬੈਠੇ ਨਹੀਂ, ਫਿਰ ਮੈਂ ਬੱਚਿਆਂ ਨੂੰ ਵੀ ਕਿਹਾ ਕਿ ਆਈ ਵਿਲ, ਆਪਾਂ ਇਹਨੂੰ ਮਤਲਬ ਐਡਰੈਸ ਕਰਨਾ ਹੈ ਇਸ ਚੀਜ਼ ਨੂੰ। ਜਿਹੜੇ ਬੱਚੇ ਤੁਹਾਨੂੰ ਬੋਲ ਕੇ ਗਏ ਨੇ ਉਹਨਾਂ ਦੇ ਪੇਰੈਂਟਸ ਨੂੰ ਪਤਾ ਲੱਗਣਾ ਚਾਹੀਦਾ ਸਾਡੇ ਬੱਚੇ ਬਾਹਰ ਕਿੱਦਾਂ ਬਿਹੇਵ ਕਰਦੇ ਆ। ਸੋ ਮੈਂ ਉਹਨਾਂ ਦੇ ਮਤਲਬ ਨੌਕ ਕੀਤਾ ਡੋਰ ਤੇ ਜਾ ਕੇ। ਮੈਂ ਪ੍ਰੋਪਰਟੀ ਤੇ ਨਹੀਂ ਖੜੀ, ਅਸੀਂ ਰੋਡ ਤੇ ਦੋਨੇ, ਮੈਂ ਹਸਬੈਂਡ ਵਾਈਫ ਖੜੇ, ਤੇ ਮੈਂ ਉਹਨਾਂ ਨੂੰ ਬੁਲਾ ਲਿਆ ਕਿ ਅਸੀਂ ਤੁਹਾਡੇ ਨਾਲ ਡਿਸਕਸ ਕਰਨਾ ਆ। ਸੋ ਮੈਂ ਉਹਨਾਂ ਨੂੰ ਇਹੀ ਕਿਹਾ, ਮੈਂ ਕਿਹਾ ਵੀ ਕਿਡਸ ਕਿੱਥੋਂ ਲਰਨ ਕਰਦੇ ਨੇ। ਅਸੀਂ ਆਪਣੇ ਬੱਚਿਆਂ ਨੂੰ ਇਹ ਗੱਲਾਂ ਨਹੀਂ ਕਹਿੰਦੇ ਕਿ ਉਹ ਕੈਨੇਡੀਅਨ ਆ, ਉਹ ਇੰਡੀਅਨ ਆ, ਜਾਂ ਉਹ ਜਮੇਕਨ ਆ। ਫਰੈਂਡਸ ਨੇ ਸਾਰੇ। ਮੈਂ ਕਿਹਾ ਵੀ ਡੈਫੀਨੇਟਲੀ ਡਾਈਨਿੰਗ ਟੇਬਲ ਤੇ ਇਦਾਂ ਦੀਆਂ ਗੱਲਾਂ ਕੋਈ ਹੁੰਦੀਆਂ ਹੋਣੀਆਂ ਆ, ਬਿਕਾਜ਼ ਮਾਈ ਕਿਡਸ ਬੀਇੰਗ ਕਾਲਡ ਅ ਟੈਰਰਿਸਟ ਵਿਚ ਇਜ਼ ਅ ਬਿਗ ਥਿੰਗ, ਰਾਈਟ। ਤੇ ਮੈਂ ਕਿਹਾ ਵੀ ਉਹਨੇ ਫਿਰ ਬੱਚਿਆਂ ਨੂੰ, ਆਪਣੇ ਮੁੰਡੇ ਨੂੰ ਬੁਲਾਇਆ, ਕਹਿੰਦਾ ਸੀ, ਮੈਂ ਨਾਮ ਲਿਆ ਤੇ ਮੈਂ ਕਿਹਾ ਵੀ ਤੁਸੀਂ ਆਪਣੇ ਬੱਚੇ ਨੂੰ ਇਹ ਚੀਜ਼ਾਂ ਸਮਝਾਇਆ ਕਰੋ ਕਿ ਜਦੋਂ ਸੱਟ ਵੱਜਦੀ ਆ, everybody have a blood color same ਆ ਸਾਡਾ। ਹਾਂ, ਤੇ ਮੈਂ ਕਿਹਾ ਵੀ ਦੂਜੀ ਗੱਲ, ਜੇ ਇੰਸੀਡੈਂਟ ਐਡਾ ਬੜਾ ਮਤਲਬ ਨੇਮਸ ਨਾਲ ਮੇਰੇ ਬੱਚਿਆਂ ਨੂੰ ਬੁਲਾਇਆ ਗਿਆ, ਹੁਣ ਤੁਹਾਨੂੰ ਕੀ ਲੱਗਦਾ ਮੇਰੇ ਬੱਚੇ ਕੀ ਫੀਲ ਕਰਨਗੇ? ਈਵਨ ਦੇ ਆਰ ਕੈਨੇਡੀਅਨ, ਉਹ ਵੀ ਕੈਨੇਡੀਅਨ ਨੇ, ਤੁਹਾਡੇ ਬੱਚੇ ਕੈਨੇਡੀਅਨ ਨੇ, ਮੇਰੇ ਬੱਚੇ ਵੀ ਕੈਨੇਡੀਅਨ ਨੇ। ਪਰ ਉਹਨਾਂ ਨੇ ਰੀਅਲਾਈਜ਼ ਕੀਤਾ। ਫਿਰ ਮੈਂ ਉਹਨਾਂ ਨੂੰ ਇਹ ਵੀ ਕਿਹਾ ਸੀ, ਇੱਕ ਤਰ੍ਹਾਂ ਇੱਕ ਸਮਝ ਲਓ ਕਿ ਥ੍ਰੈਟ ਹੀ ਸੀ। ਮੈਂ ਕਿਹਾ ਵੀ ਜੇ ਤਾਂ ਇਹ ਤੁਸੀਂ ਇਸ਼ੂ ਇੱਥੇ ਹੀ ਸੋਲਵ ਕਰਦੇ ਹੋ, ਆਪਣੇ ਬੱਚਿਆਂ ਤੋਂ ਮੇਰੇ ਬੱਚਿਆਂ ਨੂੰ ਅਪੋਲੋਜਾਈਜ਼ ਕਰਾਉਂਦੇ ਹੋ, ਆਈ ਵਿਲ ਲੈਟ ਇਟ ਗੋ। ਅਦਰਵਾਈਜ਼ ਮੈਂ ਕਿਹਾ ਮੈਨੂੰ ਹਾਇਰ ਅਥਾਰਟੀ ਨੂੰ ਕੰਟੈਕਟ ਕਰਨਾ ਪੈਣਾ ਆ। ਮੈਂ ਕਿਹਾ ਮੈਂ ਜਾਣ ਨਹੀਂ ਦੇਣੀ ਇਹ ਚੀਜ਼। ਮੈਂ ਆਪਣੀ ਕਮਿਊਨਿਟੀ 'ਚ ਹੋਰ ਇਹ ਅਵੇਅਰਨੈਸ ਲਿਆਉਂਗੀ ਕਿ ਅਸੀਂ ਸਾਡੇ ਬੱਚੇ ਅੱਜ ਗਏ ਆ ਤਾਂ ਕੱਲ੍ਹ ਨੂੰ ਕਿਸੇ ਹੋਰ ਦੇ ਵੀ ਜਾਣਗੇ। ਸੋ ਉਸ ਤੋਂ ਬਾਅਦ ਉਹਨਾਂ ਨੇ ਰੀਅਲਾਈਜ਼ ਕੀਤਾ, ਅਪੋਲੋਜਾਈਜ਼ ਵੀ ਕੀਤਾ। ਆਈ ਥਿੰਕ 4-6 ਮਹੀਨੇ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਬੱਚੇ ਮਤਲਬ ਹੋਰ ਕਿਸੇ ਨਾਲ ਵੀ ਪ੍ਰੋਬਲਮ ਆਈ, ਉਹ ਮੂਵ ਆਊਟ ਕਰ ਗਏ ਸੀ। ਹਾਂਜੀ, ਤੇ ਚਲੋ ਇਹ ਤਾਂ ਚੰਗਾ ਹੈ। ਕਈ ਵਾਰੀ ਪੇਰੈਂਟਸ ਨਾਲ ਲੱਗ ਕੇ ਵੀ ਕਹਿਣ ਲੱਗ ਜਾਂਦੇ ਨੇ ਇਟਸ ਓਕੇ, ਤੇ ਉਹ ਸ਼ਹਿ ਨਹੀਂ ਦਿੱਤੀ ਉਹਨਾਂ ਨੇ। ਸੋ ਹੋ ਸਕਦਾ ਉਹਨਾਂ ਦੇ ਬੱਚੇ ਠੀਕ ਰਾਹ ਤੇ ਚੱਲਣਗੇ। ਬਟ ਜਿਹੜੀ ਅੱਛੀ ਗੱਲ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਇੱਕ ਜ਼ਿੰਦਗੀ ਭਰ ਦਾ ਲੈਸਨ ਦਿੱਤਾ ਕਿ ਵੀ ਇੱਦਾਂ ਨਹੀਂ, ਕਿਸੇ ਤੋਂ ਬੁੱਲੀ ਨਹੀਂ ਹੋਣਾ ਹੈਗਾ, ਤੇ ਨਾ ਕਿਸੇ ਨਾਲ ਬੁਰਾ ਕਰੋ, ਨਾ ਆਪਣੇ ਨਾਲ ਹੋਣ ਦਿਓ। ਸੋ ਇਸੇ ਕਰਕੇ ਤੁਹਾਡੇ ਬੇਟੇ ਨੇ ਉਹ ਬੁੱਲੀ ਹੁੰਦੇ ਸੀ ਤੇ ਇਸ ਕਰਕੇ ਉਹਨਾਂ ਨੇ ਬਾਕਸਿੰਗ ਦਾ ਪ੍ਰੋਫੈਸ਼ਨ ਚੂਜ਼ ਕੀਤਾ। ਹਾਂਜੀ, ਉਹ ਗ੍ਰੇਡ 9 ਦੇ ਵਿੱਚ ਸੀ, 10 ਜਦੋਂ ਮਤਲਬ ਹੀ ਇਜ਼ ਮੈਚਿਓਰ ਇਨਫ ਟੂ ਅੰਡਰਸਟੈਂਡ। ਸਕੂਲ 'ਚ 3-4 ਜਣੇ ਇੱਦਾਂ ਇਕੱਠੇ ਹੋ ਕੇ ਉਹਨੂੰ 2-3 ਦਿਨ ਬੁਲੀ ਕਰਦੇ ਰਹੇ। ਘਰ ਆ ਕੇ ਹਰ ਚੀਜ਼ ਦੱਸਦਾ ਸੀ ਉਹ ਕਿ ਅੱਜ ਮੈਨੂੰ ਇੱਦਾਂ ਬੋਲਿਆ। ਟੀਚਰਸ ਨੂੰ ਵੀ ਦੱਸਦਾ ਸੀ ਉਹ, ਕਿਉਂਕਿ ਕਈ ਬੱਚੇ ਡਰ ਜਾਂਦੇ ਨੇ, ਉਹ ਕਹਿੰਦੇ ਨੇ ਕਿ ਸਾਨੂੰ ਇਹ ਬਾਹਰ ਨਾ ਕੁਛ ਕਹੇ, ਫਿਰ ਉਹ ਟੀਚਰਸ ਨੂੰ ਨਹੀਂ ਦੱਸਦੇ। ਜਦੋਂ ਟੀਚਰ ਕੋਲ ਚੀਜ਼ ਲਿਆਂਦੀ ਜਾਂਦੀ ਆ, ਕਿਉਂਕਿ ਆਪਾਂ ਸਟੈਪ ਬਾਈ ਸਟੈਪ ਜਾਂਦੇ ਹਾਂ, ਤਾਂ ਡੈਫੀਨੇਟਲੀ ਉਹਦਾ ਸੋਲੂਸ਼ਨ ਲੱਭਦਾ ਆ। ਜੇ ਅਸੀਂ ਮਤਲਬ ਹਾਈਡ ਕਰ ਲੈਂਦੇ ਆ,
ਉਹ ਫਿਰ ਚੀਜ਼ ਕਾਫੀ ਹਾਈ ਹੋ ਜਾਂਦੀ ਆ, ਉਹਨਾਂ ਨੂੰ ਸਪੋਰਟ ਮਿਲ ਜਾਂਦੀ ਹੈ ਜਿਹੜੇ ਬੁਲੀ ਨੇ। ਜਦ ਤੱਕ ਤੁਸੀਂ ਅਵੇਅਰਨੈਸ ਨਹੀਂ ਲਿਆਓਗੇ ਉਹਨਾਂ ਨੂੰ ਲੱਗੂਗਾ ਕਿ ਸਭ ਤੋਂ ਡਰਦੇ ਆ। ਕਿਉਂਕਿ ਬੁੱਲੀਜ਼ ਨੂੰ ਉਨੀ ਦੇਰ ਹੀ ਚੰਗਾ ਲੱਗਦਾ ਜਦੋਂ ਤੱਕ ਤੇ ਉਹਨਾਂ ਤੋਂ ਬੱਚੇ ਡਰਦੇ ਨੇ, ਹਨਾ। ਹਾਂਜੀ। ਸੋ ਇਹ ਬਹੁਤ ਹੀ ਇੱਕ ਅਹਿਮ ਮੁੱਦਾ ਹੈਗਾ ਜਿਹੜਾ ਕਿ ਬਰੈਂਪਟਨ ਦੇ ਵਿੱਚ ਪਿੱਛੇ ਜੇ ਬਹੁਤ ਇਹਦੇ ਤੇ ਮੈਂਟਲ ਸਿਕਨੈਸ ਕਰਕੇ ਜਾਂ ਡਿਪਰੈਸ਼ਨ ਕਰਕੇ ਬੱਚਿਆਂ ਨੂੰ ਤਾਂ ਹੀ ਹੁੰਦਾ ਕਿਉਂਕਿ ਉਹ ਬੁੱਲੀ ਹੁੰਦੇ ਨੇ, ਹਨਾ। ਸੋ ਜਦੋਂ ਤੁਸੀਂ ਕੋਈ ਵੀ ਸਾਈਨਸ ਆਪਣੇ ਬੱਚਿਆਂ ਦੇ ਵਿੱਚ ਦੇਖਦੇ ਹੋ ਕਿ ਤੁਹਾਨੂੰ ਮਾੜਾ ਜਿਹਾ ਵੀ ਪਤਾ ਲੱਗਦਾ ਹੈ ਜਾਂ ਉਹਨਾਂ ਦੇ ਨਾਲ ਜਦੋਂ ਸਕੂਲ ਤੋਂ ਘਰ ਆਉਂਦੇ ਨੇ ਜੇ ਉਹ ਥੋੜਾ ਡਾਊਨ ਫੀਲ ਕਰਦੇ ਨੇ ਉਹਨਾਂ ਨਾਲ ਗੱਲ ਕਰਿਆ ਕਰੋ, ਤੇ ਜੇ ਉਹ ਬੁੱਲੀ ਹੋ ਰਹੇ ਨੇ ਉਹਨਾਂ ਦੇ ਨਾਲ ਖੜੋ, ਉਹਨਾਂ ਨੂੰ ਸਪੋਰਟ ਕਰੋ। ਉੱਥੇ ਸਕੂਲ ਜਾ ਕੇ ਤੁਸੀਂ ਕੰਪਲੇਨ ਕਰੋ, ਆਪਣੇ ਤੁਸੀਂ ਸਿਟੀ ਵਿੱਚ ਵੀ ਜਾ ਕੇ ਦੱਸ ਸਕਦੇ ਹੋ, ਤੁਸੀਂ ਆਪਣੇ ਸਕੂਲ ਟਰਸਟੀਜ਼ ਦੇ ਕੋਲ ਜਾ ਸਕਦੇ ਹੋ। ਦੇयर ਆਰ ਸੋ ਮੈਨੀ ਹੈਲਪਲਾਈਨਸ। ਪਰ ਇਹਨੂੰ ਤੁਸੀਂ ਬਿਲਕੁਲ ਵੀ ਕਦੀ ਵੀ ਇਹ ਨਾ ਬੱਚੇ ਨੂੰ ਸਿਖਾਓ ਵੀ ਚੱਲ ਕੋਈ ਗੱਲ ਨਹੀਂ ਵੀ ਜਾਂ ਉਹਦਾ ਸਕੂਲ ਚੇਂਜ ਕਰ ਦੇ ਜਾਂ ਕੁਛ, ਕਿਉਂਕਿ ਉਹਦੀ ਇੱਕ ਪਰਸਨੈਲਿਟੀ ਡਿਵੈਲਪ ਹੋ ਰਹੀ ਹੈ। ਉਹ ਜੇ ਪੇਰੈਂਟਸ ਨਾਲ ਖੜ ਗਏ ਜਿਵੇਂ ਤੁਸੀਂ ਤੇ ਤੁਹਾਡੇ ਬੱਚੇ ਅੱਗੇ ਲੰਘ ਗਏ, ਦੇ ਆਰ ਬਾਕਸਿਸ, ਦੇ ਆਰ ਪ੍ਰੋਫੈਸ਼ਨਲ ਬਾਕਸਿਸ ਨਾਓ, ਨਾ। ਪਰ ਕਈ ਹੀ ਘਟਨਾਵਾਂ ਆਪਾਂ ਬਰੈਂਪਟਨ ਚ ਦੇਖੀਆਂ ਸੀ ਜਿੱਥੇ ਕਿ ਬੱਚਿਆਂ ਨੇ ਸੁਸਾਈਡ ਕਰ ਲਿਆ ਸੀ ਤੇ ਰੀਜ਼ਨ ਵਾਸ ਬੀਇੰਗ ਬੁਲੀਡ। ਹਾਂਜੀ। ਸੋ ਇਸ ਚੀਜ਼ ਦਾ ਇੱਕ ਖਾਸ ਧਿਆਨ ਰੱਖਿਆ ਕਰੋ ਆਪਣੇ ਬੱਚਿਆਂ ਦੇ ਲਈ। ਸੋ ਇਸ ਤੋਂ ਬਾਅਦ ਬਹੁਤ ਹੀ ਅੱਛਾ ਲੱਗਿਆ ਜਦੋਂ ਅਸੀਂ ਇਹਨਾਂ ਨਾਲ ਗੱਲਾਂ ਕਰ ਰਹੇ ਸੀ, ਜਾਂ ਜਦੋਂ ਮੈਂ ਇਹਨਾਂ ਨੂੰ ਪਹਿਲੀ ਵਾਰੀ ਜਾਣਨਾ ਸ਼ੁਰੂ ਕੀਤਾ ਸੀ ਉਦੋਂ ਮੈਂ ਤੁਹਾਨੂੰ ਮੈਚ ਫॉर ਮੈਰੋ ਦੇ ਇੱਕ ਪ੍ਰੋਗਰਾਮ ਤੇ ਮਿਲੀ ਸੀਗੀ ਤੇ ਮੈਨੂੰ ਉਦੋਂ ਨਹੀਂ ਸੀ ਪਤਾ ਕਿ ਉਹਨਾਂ ਦੇ ਸਿਸਟਰ ਦੇ ਬੇਟੇ ਨੇ। ਸੋ ਉਹਦੇ ਬਾਰੇ ਤੁਸੀਂ ਜਾਣਕਾਰੀ ਦਿਓ ਕਿਉਂਕਿ ਇੱਕ ਬਹੁਤ ਹੀ ਮੁਹਿੰਮ ਇਹਨਾਂ ਦੀ ਫੈਮਿਲੀ ਨੇ ਚਲਾਈ ਹੈ ਜਿਹੜੀ ਕਿ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਬਿਲਕੁਲ ਹੀ ਨਹੀਂ ਸੀ ਹੈਗੀ, ਅਵੇਅਰਨੈਸ ਹੈ ਹੀ ਨਹੀਂ ਸੀ, ਮੈਂ ਜ਼ੀਰੋ ਹੀ ਕਹਿ ਸਕਦੀ ਜਾਂ ਨੈਗੇਟਿਵ ਹੀ, ਕਿਸੇ ਨੂੰ ਪਤਾ ਨਹੀਂ ਸੀ। ਸੋ ਇਸ ਫੈਮਿਲੀ ਨੇ ਦਾ ਬਹੁਤ ਵੱਡਾ ਯੋਗਦਾਨ ਹੈ ਉਸ ਮੁਹਿੰਮ ਨੂੰ ਚਲਾਉਣ ਦਾ, ਤੇ ਉਹਦੇ ਬਾਰੇ ਸਾਨੂੰ ਜ਼ਰੂਰ ਦੱਸੋ। ਹਾਂਜੀ, ਇਹ ਮੇਰਾ ਭਾਣਜਾ 2010 ਦੇ ਵਿੱਚ ਡਾਇਗਨੋਜ਼ ਹੋਇਆ ਸੀ ਲੁਕੀਮੀਆ ਦੇ ਨਾਲ। ਸਾਡੀ ਕਮਿਊਨਿਟੀ ਦੇ ਵਿੱਚ ਲੈਕ ਆਫ ਐਜੂਕੇਸ਼ਨ ਇੰਨੀ ਕਾ ਕਿ ਸਾਨੂੰ ਬੋਨ ਮੈਰੋ ਦਾ ਜ਼ਿਆਦਾ ਨਹੀਂ ਪਤਾ ਹੀ ਨਹੀਂ। ਹਾਂਜੀ, ਉਹਦੇ ਕਰਕੇ ਇਹ ਅਸੀਂ ਇੱਕ ਆਰਗੇਨਾਈਜੇਸ਼ਨ ਸ਼ੁਰੂ ਕੀਤੀ। ਪਹਿਲਾਂ ਅਸੀਂ ਇਹਦਾ ਨਾਂ ਰੱਖਿਆ ਸੀ ਮੈਚ ਫॉर ਨੂਅਰ। ਫਿਰ ਜਦੋਂ ਅਸੀਂ ਫੈਮਿਲੀ ਇੱਦਾਂ ਇਕੱਠੇ ਹੋ ਗਏ ਕਿ ਅਸੀਂ ਵੋਲੰਟੀਅਰ ਲਈ ਰੈਡੀ ਹਾਂ, ਬਿਕਾਜ਼ ਇੱਦਾਂ ਹੁੰਦਾ ਕਿ ਜਦੋਂ ਜਿਸ ਤਨ ਲੱਗੀਆਂ ਸੋ ਤਨ ਜਾਣੇ, ਜਦੋਂ ਘਰ 'ਚ ਪ੍ਰੋਬਲਮ ਆਉਂਦੀ ਹੈ ਫਿਰ ਆਪਾਂ ਭੱਜਦੇ ਹਾਂ, ਫਿਰ ਉਸ ਚੀਜ਼ ਨੂੰ ਸਿੱਖਣ ਦੀ ਮਤਲਬ ਤੁਸੀਂ ਕੋਸ਼ਿਸ਼ ਕਰਦੇ ਹੋ। ਫਿਰ ਅਸੀਂ ਇਹ ਬੋਨ ਮੈਰੋ ਬਾਰੇ ਸਾਰਾ ਮਤਲਬ ਸੈਮੀਨਾਰ, ਡਾਕਟਰਸ ਨੇ ਸਾਨੂੰ ਟ੍ਰੇਨਿੰਗਸ ਦਿੱਤੀਆਂ, ਐਕਚੁਅਲੀ ਦੱਸਿਆ ਬੋਨ ਮੈਰੋ ਹੁੰਦੀ ਕੀ ਆ, ਕਿਉਂਕਿ ਫਿਰ ਅਸੀਂ ਤਾਂ ਹੀ ਆਪ ਜਾ ਕੇ ਆਪਣੇ ਕੈਂਪ ਲਗਾ ਸਕਦੇ ਸੀ। ਉਹ ਅਸੀਂ ਜਦੋਂ ਕੈਂਪ ਸ਼ੁਰੂ ਕੀਤੇ 2010 ਦੇ ਵਿੱਚ, ਪਹਿਲਾ ਕੈਂਪ ਆਪਾਂ ਡਿਕਸੀ ਗੁਰਦੁਆਰਾ ਸਾਹਿਬ ਲਾਇਆ ਸੀ, ਜਿੱਥੇ ਕਿ ਸਾਨੂੰ ਇੰਨੀ ਮਤਲਬ ਐਕਸਪੈਕਟੇਸ਼ਨ ਹੈ ਨਹੀਂ ਸੀ। ਨੋ ਡਾਊਟ ਮੀਡੀਆ ਨੇ ਬੜਾ ਸਾਥ ਦਿੱਤਾ ਸਾਡਾ ਅਵੇਅਰਨੈਸ ਲਿਆਉਣ ਲਈ, ਪਰ ਉਦੋਂ ਜਦੋਂ ਮਤਲਬ ਲੋਕੀ ਆਉਂਦੇ ਸੀ ਉਹਨਾਂ ਨੂੰ ਬੋਨ ਮੈਰੋ ਦਾ ਨਹੀਂ ਸੀ ਪਤਾ, ਪਰ ਉਹ ਇਮੋਸ਼ਨਲੀ ਕਾਫੀ ਜੁੜ ਗਏ ਸੀ ਸਾਡੇ ਨਾਲ। ਉਹ ਕਹਿੰਦੇ ਸੀ ਤੁਸੀਂ ਕੁਛ ਲੈ ਲਓ ਪਰ ਇਹ ਨੂਰ ਠੀਕ ਹੋਣਾ ਚਾਹੀਦਾ ਆ। ਸੋ ਉਸ ਦਿਨ ਦੇ ਵਿੱਚ 2375 ਸਵਾਬਿੰਗ ਕੀਤੀ ਸੀ ਅਸੀਂ ਇੱਕ ਦਿਨ ਦੇ ਵਿੱਚ, ਸਵੇਰੇ 9 ਤੋਂ 6 ਵਜੇ ਤੱਕ। ਸੋ ਆਪਣੀ ਕਮਿਊਨਿਟੀ ਨੇ ਬੜਾ ਸਾਥ ਦਿੱਤਾ। ਆਈ ਥਿੰਕ ਆਪਣੇ ਬਲੱਡ ਦੇ ਵਿੱਚ ਆ ਇਹ ਕਿ ਜਦੋਂ ਹੈਲਪ ਦੀ ਜ਼ਰੂਰਤ ਪੈਂਦੀ ਆ ਆਪਣੇ ਸਭ ਤੋਂ ਅੱਗੇ ਆਉਂਦੇ ਆ। ਉਹ ਇੱਕ ਇਸ਼ੂ ਇਹ ਵੀ ਸੀਗਾ ਕਿ ਜੇ ਹੁਣ ਮਤਲਬ ਆਪਾਂ ਨੂੰ ਕਿਸੇ ਚੀਜ਼ ਦਾ ਨਹੀਂ ਪਤਾ ਹੈਗਾ ਫਿਰ ਆਪਾਂ ਉਹਦੇ ਤੇ ਬੜਾ ਧਿਆਨ ਵੀ ਨਹੀਂ ਦਿੰਦੇ ਹੈਗੇ। ਜਾਂ ਆਪਣੀ ਕਮਿਊਨਿਟੀ ਦੇ ਵਿੱਚ ਇਹ ਸਿਰਫ 5% ਰਜਿਸਟਰੀ ਆ ਸਿਸਟਮ ਡਾਟਾਬੇਸ ਦੇ ਵਿੱਚ, ਜਿਹੜੀ ਕਿ ਬਹੁਤ ਘੱਟ ਆ। ਜਦੋਂ ਲੁਕੀਮੀਆ ਹੁੰਦਾ ਆ ਤਾਂ ਇਹਦਾ ਕਿਉਰ ਹੈਗਾ ਆ, ਬੋਨ ਮੈਰੋ ਟ੍ਰਾਂਸਪਲਾਂਟ ਹੁੰਦਾ ਆ, ਪਰ ਹਲੇ ਅਸੀਂ ਨੇ ਲੱਕੀ ਨਹੀਂ ਕਿ ਸਾਡੇ ਨੂਰ ਲਈ ਮੈਚ ਨਹੀਂ ਹਲੇ ਸਾਨੂੰ ਮਿਲਿਆ, ਪਰ ਅਸੀਂ ਲੱਗੇ ਹੋਏ ਹਾਂ। ਵੈਸੇ ਸਾਡੀ ਸਿਸਟਰ, ਮੈਂ ਉਹਨੂੰ ਸਲੂਟ ਕਰਦੀ ਹਾਂ, ਮੇਰੀ ਵੱਡੀ ਸਿਸਟਰ ਨੂੰ। ਸ਼ੀ ਇਜ਼ ਸੋ ਸਟਰੋਂਗ, ਵੈਰੀ ਸਟਰੋਂਗ, ਬਿਕਾਜ਼ ਫੈਮਿਲੀ ਦੇ ਵਿੱਚ ਹਸਬੈਂਡ ਵੀ ਹੈ ਨਹੀਂ ਹੁਣ ਉਹਨਾਂ ਦੇ। ਅਸੀਂ ਆਈ ਥਿੰਕ ਉਹਨਾਂ ਨੂੰ ਦੇਖ ਕੇ ਮਤਲਬ ਲੱਗ ਗਏ ਨਾਲ ਕਿ ਯੂ ਨੋ ਇਫ ਸ਼ੀ ਕੈਨ ਟੋਲਰੇਟ, ਅਸੀਂ ਤਾਂ ਆਪਣੀ ਲਾਈਫ ਦੇ ਵਿੱਚ ਹੈਪੀ ਹਾਂ। ਇੱਕ ਮੋਰਲ ਸਪੋਰਟ ਲਈ ਵੀ ਅਸੀਂ ਉਹਨਾਂ ਦੇ ਨਾਲ ਚਲੇ ਗਏ। ਉਹਨਾਂ ਨੇ ਇਹ ਮਤਲਬ ਇੱਕ ਕਿਹਾ, ਗੱਲ ਕਹੀ ਸੀ ਬੈਠਿਆਂ 'ਚ, ਕਹਿੰਦੇ ਕਿ ਮੈਂ ਇੰਨੀ ਕੁ ਰਜਿਸਟਰੀ ਸਿਸਟਮ ਦੇ ਵਿੱਚ ਬਣਾ ਦੇਣੀ ਆ, ਕੱਲ੍ਹ ਨੂੰ ਰੱਬ ਨਾ ਕਰੇ ਕਿਸੇ ਦਾ ਬੱਚਾ ਬਿਮਾਰ ਹੁੰਦਾ ਆ, ਮੈਚ ਚਾਹੀਦਾ ਆ। ਕਹਿੰਦੇ ਜਿੱਦਾਂ ਅਸੀਂ ਘਰ ਘਰ ਜਾ ਕੇ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਸਵਾਬ ਕਰਾਓ, ਕਹਿੰਦੇ ਕੱਲ੍ਹ ਨੂੰ ਉਹ ਮਾਂ ਨੂੰ ਜ਼ਰੂਰਤ ਨਾ ਪਵੇ ਬਾਹਰ ਨਿਕਲਣ ਦੀ, ਕਿ ਆਲਰੇਡੀ ਸਿਸਟਮ ਦੇ ਵਿੱਚ ਮੈਚ ਪਿਆ ਹੋਵੇ।
ਤੇ ਇਹ ਦੇਖੋ ਕਿੰਨੀ ਅੱਛੀ ਗੱਲ ਹੈ ਇਸ ਫੈਮਿਲੀ ਦੀ। ਜਦੋਂ ਆਪਾਂ ਦੁਖੀ ਹੁੰਦੇ ਆ ਆਪਾਂ ਸਿਰਫ ਆਪਣੇ ਲਈ ਲੱਭਦੇ ਰਹਿੰਦੇ ਆ ਚੀਜ਼ਾਂ, ਆਪਾਂ ਸੋਚਦੇ ਆ ਕਿ ਹਾਏ ਸਾਨੂੰ ਮਿਲ ਜੇ, ਹਾਏ ਸਾਨੂੰ ਮਿਲ ਜੇ, ਬਟ ਇਸ ਫੈਮਿਲੀ ਦੀ ਇੰਨੀ ਦੇਣ ਹੈਗੀ ਹੈ, ਇੰਨੀ ਅੱਛੀ ਤੇ ਨੋਬਲ ਫੈਮਿਲੀ। ਜਿਹੜੇ ਇਹਨਾਂ ਦੇ ਸਿਸਟਰ ਇੰਦਰਜੀਤ ਦਿਓਲ ਦੀ ਗੱਲ ਕਰ ਰਹੇ ਨੇ, ਜਿਹੜੇ ਕਿ ਨੂਰ ਦੇ ਮੌਮ ਨੇ, ਉਹਨਾਂ ਨੇ ਇੱਕ ਕਮਿਊਨਿਟੀ ਦੇ ਵਿੱਚ ਹੜ੍ਹ ਲੈਣ ਦਾ, ਮੈਨੂੰ ਲੱਗਦਾ ਹੈ ਕਿ ਹੁਣ ਬਰੈਂਪਟਨ ਦੇ ਵਿੱਚ ਕੋਈ ਐਸਾ ਬੰਦਾ ਨਹੀਂ ਹੈਗਾ ਜਿਹੜਾ ਕਿ ਇਸ ਆਰਗੇਨਾਈਜੇਸ਼ਨ ਨੂੰ ਨਹੀਂ ਜਾਣਦਾ। ਜਿਹੜੇ 35 ਇਅਰਸ ਤੱਕ ਹੈਗੇ ਨੇ, ਉਹਨਾਂ ਦੀ ਰਜਿਸਟਰੀ ਬਹੁਤ ਇਹਨਾਂ ਨੇ ਕਰਵਾਈ ਹੈ, ਇੰਡੀਆ ਵੀ ਤੁਸੀਂ ਬਹੁਤ ਕੀਤਾ ਹੈ। ਸੋ ਇਸ ਫੈਮਿਲੀ ਦੀ ਇੱਕ ਬਹੁਤ ਵੱਡੀ ਦੇਣ ਹੈਗੀ ਹੈ ਕਿ ਇੱਕ ਮੈਚ ਫॉर ਮੈਰੋ ਲਈ ਤੁਸੀਂ ਇੰਨਾ ਕੰਮ ਕਰਦੇ ਹੋ, ਕਿਉਂਕਿ ਇਹਨਾਂ ਦੀ ਫੈਮਿਲੀ ਦੇ ਵਿੱਚ ਤੁਹਾਨੂੰ ਆਪ ਬਹੁਤ ਲੋੜ ਪਈ ਸੀਗੀ। ਹਾਂਜੀ, ਸੋ ਜਦੇ ਅਸੀਂ ਲੱਗੇ ਆ ਇਸ ਮੁਹਿੰਮ ਦੇ ਨਾਲ, ਸ਼ੁਰੂ ਕੀਤੀ ਆ ਇਹ। ਆਈ ਥਿੰਕ ਨੂਰ ਹਾਲੇ ਲੱਕੀ ਨਹੀਂ ਮੈਚ ਮਿਲਿਆ, ਪਰ ਆਈ ਥਿੰਕ ਹੋਰ ਪੇਸ਼ੈਂਟ ਜਿਹੜੇ ਬੈਠੇ ਸੀ ਤਕਰੀਬਨ 23 ਜਾਂ 25 ਦੇ ਨੇੜੇ ਮੈਚ ਮਿਲ ਗਏ ਆ। ਸੋ ਉਹਨਾਂ ਦੀ ਲਾਈਫ ਇੱਕ ਇਹ ਲਾਈਫ ਸੇਵਿੰਗ ਹੈਗੀ ਆ ਚੀਜ਼ ਆ ਜਿਹੜੀ ਤੁਸੀਂ ਡੋਨੇਟ ਕਰਦੇ ਹੋ, ਉਹ ਦੂਜੇ ਪੇਸ਼ੈਂਟ ਦੀ ਲਾਈਫ ਸੇਵ ਹੁੰਦੀ ਆ, ਲਾਈਫ ਉਹਦੇ ਤੇ ਖੜੀ ਆ। ਹੁਣ ਜਿਹੜੇ ਕਿਉਂਕਿ ਇਹਨਾਂ ਨੇ ਇੰਨੀ ਰਜਿਸਟ੍ਰੇਸ਼ਨ, ਜਿਵੇਂ ਇਹਨਾਂ ਦੇ ਵਿੱਚ ਇੰਨਾ ਸੀਗਾ ਪੈਸ਼ਨ ਕਿ ਅਸੀਂ ਇੰਨੀ ਕਰਾ ਦੇਣੀ ਕਿ ਕਿਸੇ ਹੋਰ ਨੂੰ ਨਾ ਲੋੜ ਪਏ। ਦੇਖੋ ਇਹਨਾਂ ਦੀ ਇਸ ਸਟੈਪ ਲੈਣ ਨਾਲ 25 ਜਾਨਾਂ ਜਿਹੜੇ ਕਿ ਇਹਨਾਂ ਨੇ ਰਜਿਸਟ੍ਰੇਸ਼ਨ ਕਰਾਈ ਸੀ, ਉਹਦੇ ਵਿੱਚੋਂ 25 ਜਣਿਆਂ ਨੂੰ ਮੈਚ ਮਿਲਿਆ, ਜੋ ਕਿ ਬਹੁਤ ਹੀ ਕਮੈਂਡੇਬਲ ਜੌਬ ਹੈਗੀ ਕਿ ਕਿਸੇ ਦੀ ਲਾਈਫ ਬਚਾਈ ਗਈ ਹੈ ਨਾ। ਸੋ ਇਹਦੇ ਲਈ ਇਹਨਾਂ ਦੀ ਫੈਮਿਲੀ, ਤੁਹਾਡੀ ਫੈਮਿਲੀ, ਸਾਰੇ ਫੈਮਿਲੀ ਦੇ ਅਸੀਂ ਦਿਲੋਂ ਧੰਨਵਾਦੀ ਹਾਂ। ਤੇ ਇਹ ਬਹੁਤ, ਅਸੀਂ ਕਹਿੰਦੇ ਨੂਰ ਦੇ ਮੌਮ ਨੂੰ ਮਿਲਿਆ ਤੇ ਨਹੀਂ ਨੂਰ ਦਾ ਮੈਚ, ਪਰ ਉਹ ਕਹਿੰਦੇ ਨੇ ਕਿਤੇ ਦੁਆਵਾਂ ਨੇ ਉਹਨੂੰ ਹਾਲੇ ਤੱਕ ਬਚਾਇਆ ਹੋਇਆ ਹੈ। ਸੋ ਬਹੁਤ ਅੱਛੀ ਗੱਲ ਹੈ, ਅਸੀਂ ਦੁਆ ਕਰਦੇ ਹਾਂ ਕਿ ਨੂਰ ਨੂੰ ਮੈਚ ਮਿਲ ਜਾਏ, ਨਹੀਂ ਤੇ ਉਹਨੂੰ ਸਾਡੀਆਂ ਦੁਆਵਾਂ ਹੀ ਇੰਨੀਆਂ ਲੰਘਣ ਕਿ ਬੱਚੇ ਦੀ ਉਮਰ ਬਹੁਤ ਲੰਬੀ ਹੋਏ। ਸੋ ਇੱਥੇ ਫਿਰ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ ਟਾਈਮ ਹੋ ਗਿਆ, ਤੇ ਬ੍ਰੇਕ ਤੋਂ ਬਾਅਦ ਆ ਕੇ ਅਸੀਂ ਇਹਨਾਂ ਦੀਆਂ ਹੋਰ ਜਿਹੜੀਆਂ ਇਹਨਾਂ ਨੇ ਕਮਿਊਨਿਟੀ 'ਚ ਮੱਲਾਂ ਮਾਰੀਆਂ ਹੋਈਆਂ ਨੇ ਉਹਨਾਂ ਬਾਰੇ ਗੱਲ ਕਰਾਂਗੇ। ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਉਡਾਨ ਪ੍ਰੋਗਰਾਮ ਦੇ ਵਿੱਚ। ਜਿਵੇਂ ਕਿ ਆਪਾਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀ ਕਿ ਰੂਪਨ ਹੋਰਾਂ ਨੇ ਕਿੰਨੀਆਂ ਮੱਲਾਂ ਮਾਰੀਆਂ ਨੇ, ਇਹਨਾਂ ਦੀ ਫੈਮਿਲੀ ਵੱਲੋਂ ਇੱਕ ਬਹੁਤ ਹੀ ਵੱਡਾ ਉਪਰਾਲਾ ਕੀਤਾ ਗਿਆ, ਜਿਹੜਾ ਕਿ ਮੈਨੂੰ ਲੱਗਦਾ ਹੈ ਕਿ ਇੰਟਰਨੈਸ਼ਨਲ ਲੈਵਲ ਤੇ ਇੱਕ ਆਰਗੇਨਾਈਜੇਸ਼ਨ ਸਥਾਪਿਤ ਹੋ ਗਈ ਹੈ। ਤਾਂ ਸਿਰਫ ਇਹਨਾਂ ਨੇ ਇਹੀ ਨਹੀਂ ਕਿ ਅਸੀਂ ਬੋਨ ਮੈਰੋ ਦਾ ਕਰਦੇ ਹਾਂ ਤੇ ਇੱਥੇ ਤੱਕ ਹੀ, ਇਹਨਾਂ ਨੇ ਹੋਰ ਵੀ ਕਮਿਊਨਿਟੀ ਦੇ ਵਿੱਚ ਬਹੁਤ ਕੰਮ ਕੀਤਾ। ਸੋ ਤੁਸੀਂ ਦੱਸੋ ਕਿ ਹੋਰ ਤੁਸੀਂ ਬਲੱਡ ਡੋਨੇਸ਼ਨ ਦੇ ਲਈ ਬਹੁਤ ਕੰਮ ਕਰਦੇ ਹੋ। ਹਾਂਜੀ, ਇਹ ਇੱਕ ਮੁਹਿੰਮ ਸ਼ੁਰੂ ਹੋਈ ਸੀ 1999 ਦੇ ਵਿੱਚ, ਸਿੱਖ ਨੇਸ਼ਨਸ ਬਲੱਡ ਡੋਨੇਸ਼ਨ ਦੀ। ਉਹਨਾਂ ਨੂੰ ਮੈਂ ਹੁਣ ਰੀਸੈਂਟਲੀ ਮਤਲਬ ਜੁਆਇਨ ਕੀਤਾ, 3 ਸਾਲ ਹੋ ਗਏ ਮੈਨੂੰ। ਉਹਨਾਂ ਨਾਲ ਮੈਂ ਐਜ਼ ਏ ਵੋਲੰਟੀਅਰ ਕੰਮ ਕਰ ਰਹੀ ਹਾਂ, ਪਰ ਮੇਰੀ ਕੋਸ਼ਿਸ਼ ਹੁੰਦੀ ਹੈ ਜੇ ਮੇਰੇ ਕੋਲ ਨੈਟਵਰਕਿੰਗ ਹੈ ਤਾਂ ਵਾਈ ਨਾਟ ਉਹਨਾਂ ਨੂੰ ਗੁੱਡ ਕਾਜ਼ ਦੇ ਨਾਲ ਜੋੜਿਆ ਜਾਵੇ। ਸੋ ਇਹ ਮੈਂ ਕਿਚਨਰ ਦੇ ਵਿੱਚ ਆਰਗੇਨਾਈਜ਼ ਕਰਦੀ ਹਾਂ, ਸਾਲ ਦੇ ਵਿੱਚ ਨਵੰਬਰ ਮੰਥ ਦੇ ਵਿੱਚ ਲੱਗਦੀ ਆ ਇਹ ਉਸ ਨੂੰ ਰਿਪਰੈਜ਼ੈਂਟ ਕਰਦੀ ਹੈ ਜਦੋਂ 84 ਦੇ ਵਿੱਚ ਸਿੱਖ ਜੈਨੋਸਾਈਡ ਹੋਇਆ ਸੀਗਾ, ਉੱਥੇ ਖੂਨ ਡੋਲਿਆ ਗਿਆ ਸੀ। ਸੋ ਇਹ ਮੁਹਿੰਮ ਦੀ ਮੈਨੂੰ ਇੱਕ ਚੀਜ਼ ਮੈਸੇਜ ਇਹ ਸਟਰੋਂਗ ਲੱਗਿਆ ਕਿ ਇੱਥੇ ਖੂਨ ਡੋਨੇਟ ਕਰਕੇ ਤੁਸੀਂ ਲਾਈਫ ਸੇਵ ਕਰਦੇ ਹੋ। ਸੋ ਇਹ ਮੈਨੂੰ ਇੱਕ ਪੋਜ਼ਿਟਿਵ ਪੁਆਇੰਟ ਲੱਗਿਆ ਉਹਦੇ ਵਿੱਚ। ਬਹੁਤ ਹੀ ਮੈਨੂੰ ਵੀ ਅੱਖਾਂ ਭਰ ਆਉਂਦੀਆਂ ਨੇ ਕਿ ਉਦੋਂ ਕਿੰਨੀਆਂ ਫੈਮਲੀਜ਼ ਨੇ ਆਪਣੀ ਲਾਈਫ ਲੂਜ਼ ਕੀਤੀਆਂ, ਤੇ ਉਹਨੂੰ ਅਸੀਂ ਘੱਲੂਘਾਰਾ ਦਿਵਸ ਕਹਿੰਦੇ ਨੇ, ਕਈ ਜੈਨੋਸਾਈਡ ਕਹਿੰਦੇ ਨੇ, ਪਰ ਉਹਨੂੰ ਮਨਾਉਂਦੇ ਸਿੱਖ ਕਿੰਨੇ ਚੰਗੇ ਤਰੀਕੇ ਨਾਲ ਨੇ ਕਿ ਥਾਂ ਥਾਂ ਤੇ ਵਿੱਚ ਸਾਰੀ ਦੁਨੀਆ 'ਚ ਜਿੱਥੇ ਸਿੱਖ ਵਸਦੇ ਨੇ ਉਦੋਂ ਸਿੱਖ ਬਲੱਡ ਡੋਨੇਸ਼ਨ ਕੈਂਪ ਲਗਾਏ ਜਾਂਦੇ ਨੇ, ਤੇ ਉਹ ਕਿਸੇ ਲਈ ਵੀ ਖੂਨਦਾਨ ਕੀਤਾ ਜਾਂਦਾ ਹੈ। ਸੋ ਉਹਦੇ ਨਾਲ ਤੁਸੀਂ ਬਹੁਤ ਜੁੜੇ ਹੋ। ਹਾਂਜੀ।
ਤੇ ਇੱਕ ਤੁਸੀਂ ਦੱਸ ਰਹੇ ਸੀ ਕਿ ਤੁਸੀਂ ਇੱਕ ਆਰਗੇਨਾਈਜੇਸ਼ਨ ਸ਼ੁਰੂ ਕੀਤੀ ਹੋਈ ਹੈ ਇਹ ਕਿਉਂਕਿ ਯੂ ਵਾਂਟ ਟੂ ਡੂ ਸੋ ਗੁੱਡ ਫॉर द ਕਮਿਊਨਿਟੀ, ਉਹਦੇ ਬਾਰੇ ਦੱਸੋ। ਹਾਂਜੀ, ਮੈਂ ਇਹ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਸ਼ੁਰੂ ਕੀਤੀ ਹੈ ਜਿਸ ਦਾ ਨਾਮ ਟਰਾਈ ਸਿਟੀ ਇੰਡੋ ਕੈਨੇਡੀਅਨ ਕਲੱਬ। ਇਹਦੀ ਇੱਕ ਬਿਊਟੀ ਆ ਕਿ ਇਹਦੇ ਵਿੱਚ ਸਾਰੇ ਕਪਲਸ ਨੇ ਜਿੰਨੇ ਬੋਰਡ ਮੈਂਬਰਸ ਨੇ। ਹਾਂ, ਮੈਂ ਐਜ਼ ਏ ਸੀਈਓ ਆ ਤੇ ਸੀਈਓਐਫ ਹੈਗੇ ਆ ਸਾਡੇ ਰੌਨ ਸੈਰਾ ਤੇ ਸੁਖਵਿੰਦਰ ਜੱਸਲ ਜੀ ਨੇ। ਸਾਰੇ ਅਸੀਂ ਕਪਲਸ ਆ ਇਹਦੇ ਵਿੱਚ 6 ਜਾਣੇ। ਇਹ ਇੱਕ ਮੇਰਾ ਨਾ ਜਿਹੜੇ ਕਲਚਰ ਪ੍ਰੋਗਰਾਮ ਨੇ ਉਹਨਾਂ ਨੂੰ ਕਰਾਉਣਾ ਮੇਰਾ ਪੈਸ਼ਨ ਆ। ਐਜ਼ ਏ ਬਿਜ਼ਨਸ ਨਾ ਬਣਾਉਂਦੇ ਹੋਏ ਇਸ ਕਰਕੇ ਮੈਂ ਨਾਨ ਪ੍ਰੋਫਿਟ ਇਹਦਾ ਨਾਂ ਰੱਖਤਾ, ਰਜਿਸਟਰ ਕਰਾਈ ਆ ਇਹ ਕਿ ਇਹਦੇ ਵਿੱਚ ਜੋ ਵੀ ਪ੍ਰੋਫਿਟ ਸਾਨੂੰ ਹੋਊਗਾ ਕਿਤੇ ਵੀ ਗੁੱਡ ਫੈਮਲੀਜ਼ ਨੂੰ ਨੀਡ ਆ ਜਾਂ ਕਿਸੇ ਅਸੀਂ ਚੈਰਿਟੀ ਨੂੰ ਡੋਨੇਟ ਕਰ ਸਕਦੇ ਹਾਂ। ਕਮਿਊਨਿਟੀ ਦਾ ਹੀ ਪੈਸਾ ਹੈ ਕਿਉਂਕਿ ਸਾਡਾ ਤਾਂ ਪੈਸਾ ਨਹੀਂ, ਉਹ ਕਮਿਊਨਿਟੀ ਦਾ ਹੀ ਪੈਸਾ ਕਮਿਊਨਿਟੀ ਦੇ ਹੀ ਕਿਸੇ ਨੀਡਡ ਨੂੰ ਕੰਮ ਆਵੇ। ਸੋ ਇਹ 2 ਸਾਲ ਤੋਂ ਅਸੀਂ ਚਲਾ ਰਹੇ ਹਾਂ, ਪਰ ਉਸ ਤੋਂ ਪਹਿਲਾਂ ਮੈਂ ਸ਼ੋਜ਼ ਵਗੈਰਾ ਕਰਾਉਂਦੀ ਸੀ, ਲਾਈਕ ਮੈਂ ਤੁਹਾਡੇ ਨਾਲ ਆਪਾਂ ਪਹਿਲਾਂ ਗੱਲ ਕਰਦੇ ਸੀ। ਉਹ ਪਰ ਮੈਨੂੰ ਇਹ ਸੀਗਾ ਕਿ ਸ਼ਾਇਦ ਕਿਤੇ ਨਾ ਕਿਤੇ ਕਹਿਣ ਲੱਗ ਜਾਂਦੇ ਆ ਕਿ ਸ਼ਾਇਦ ਇਹ ਬਿਜ਼ਨਸ ਹੈ ਕਿ ਇਹਦੇ ਵਿੱਚ ਪੈਸਾ ਸੇਵ ਕੀਤਾ ਜਾਂਦਾ ਆ। ਉਸ ਕਰਕੇ ਮੈਨੂੰ ਨਾਨ ਪ੍ਰੋਫਿਟ ਰਜਿਸਟਰ ਕਰਵਾਤਾ। ਸੋ ਮੈਨੂੰ ਫਿਰ ਅਸੀਂ ਪ੍ਰੋਪਰ ਅਕਾਊਂਟੈਂਟ ਨਾਲ ਉਹਨੂੰ ਰਜਿਸਟਰ ਕਰਵਾਇਆ ਆ। ਫਿਰ ਜੋ ਵੀ ਸ਼ੋਜ਼ ਹੋਣੇ ਆ ਜਾਂ ਫੰਡਿੰਗ ਹੋਣੀ ਆ, ਸੇਵ ਹੋਣੀ ਆ, ਚੰਗੇ ਪਾਸੇ ਲੱਗੂਗੀ। ਚੰਗੇ ਪਾਸੇ, ਹਾਂਜੀ। ਜਿੱਥੇ ਕਿ ਕਈ ਕਪਲਸ ਰਲ ਕੇ ਆਪਾਂ ਕਈ ਕਪਲ ਕਿੱਟੀਜ਼ ਕਰਦੇ ਨੇ, ਕਪਲ ਬਾਹਰ ਵਕੇਸ਼ਨਸ ਲਈ ਜਾਂਦੇ ਨੇ। ਇਹਨਾਂ ਨੇ ਕਿੰਨਾ ਵਧੀਆ ਉਪਰਾਲਾ ਕੀਤਾ ਕਿ ਕਪਲਸ ਰਲ ਕੇ ਇੱਕ ਆਰਗੇਨਾਈਜੇਸ਼ਨ ਸ਼ੁਰੂ ਕਰਨ ਜਿੱਥੋਂ ਕਿ ਕਮਿਊਨਿਟੀ ਨੂੰ ਇੱਥੋਂ ਪੈਸਾ ਬਚਾ ਕੇ ਕਮਿਊਨਿਟੀ ਦੇ ਕੰਮਾਂ ਦੇ ਵਿੱਚ ਲਾਇਆ ਜਾਏ। ਹਾਂਜੀ, ਬਹੁਤ ਹੀ ਅੱਛੀ ਸੋਚ ਹੈ ਤੇ ਅਸੀਂ ਚਾਹਾਂਗੇ ਕਿ ਇਸ ਸੋਚ ਨੂੰ, ਕਿਉਂਕਿ ਆਪਣੇ ਜਿਹੜਾ ਸਿੱਖੀ ਦੇ ਜਿਹੜੇ 3 ਸਿਧਾਂਤ ਨੇ, ਨਾਮ ਜਪੋ, ਵੰਡ ਛਕੋ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਸੋ ਇਹ ਆਪਾਂ ਪਹਿਲੇ 2 ਤੇ ਬੜੀ ਅੱਛੀ ਤਰ੍ਹਾਂ ਕਰ ਲੈਂਦੇ ਹਾਂ, ਪਰ ਸਾਡੀ ਕਮਿਊਨਿਟੀ ਤੀਜੇ ਲਈ ਵੀ ਬਹੁਤ ਉਹਦਾ ਸਿਰ ਕੱਢਵੇਂ ਰਿਕਾਰਡ ਨਹੀਂ, ਪਰ ਇਹਦੇ ਵਿੱਚ ਜ਼ਰੂਰ ਕਮਿਊਨਿਟੀ ਦੇ ਲਈ ਆਪਾਂ ਨੂੰ ਥੋੜਾ ਬਹੁਤਾ ਤਿਲ ਫੁੱਲ ਜੋ ਵੀ ਹੈ ਆਪਾਂ ਨੂੰ ਕਰਦੇ ਰਹਿਣਾ ਚਾਹੀਦਾ। ਸੋ ਬਹੁਤ ਹੀ ਅੱਛਾ ਲੱਗਿਆ ਕਿ ਤੁਸੀਂ ਉਹਦੇ ਵਿੱਚ ਕਰਦੇ ਹੋ। ਤੇ ਤੁਸੀਂ ਦੱਸ ਰਹੇ ਸੀ ਕਿ ਤੁਸੀਂ ਬਹੁਤ ਸ਼ੋਅ ਕਰਾਇਆ ਜਿਹਦੇ 'ਚ ਕਿ ਤੁਸੀਂ ਆਪ ਹੀ ਤੁਹਾਨੂੰ ਹੈਰਾਨੀ ਮਹਿਸੂਸ ਹੋਈ ਕਿ ਇਹ ਏਡਾ ਸਫਲ ਰਿਹਾ, ਉਹਦੇ ਬਾਰੇ ਜ਼ਰੂਰ ਦੱਸੋ। ਹਾਂਜੀ, ਇਹ 2014 ਚ ਸ਼ੋਅ ਕਰਾਇਆ ਸੀ ਆਪਾਂ ਬਿੰਨੂ ਢਿੱਲੋਂ ਦਾ। ਉਸ ਟਾਈਮ ਮੈਂ ਮਤਲਬ ਇਹਨਾਂ ਕਮਿਊਨਿਟੀ ਦੇ ਵਿੱਚ ਇਨਵੋਲਵ ਹੋਣਾ ਸ਼ੁਰੂ ਹੋ ਗਈ ਸੀ ਬਿਕਾਜ਼ ਮੇਰੇ ਬੱਚੇ ਰੇਸ ਹੋ ਗਏ ਸੀ, ਵੱਡੇ ਹੋ ਗਏ ਸੀ, ਮੇਰੇ ਕੋਲ ਟਾਈਮ ਸੀਗਾ। ਇੱਦਾਂ ਹੀ ਮਤਲਬ ਇੱਕ ਕੋਈ ਪਲੈਨਿੰਗ ਨਹੀਂ, ਕੁਛ ਨਹੀਂ। ਮੈਨੂੰ ਲੱਗਿਆ ਕਿ ਸ਼ਾਇਦ ਸਾਡੀ ਸਿਟੀ ਦੇ ਵਿੱਚ ਬਹੁਤ ਘੱਟ ਕੁਛ ਹੁੰਦਾ ਆ, GTA ਦੇ ਵਿੱਚ ਕਾਫੀ ਇਵੈਂਟਸ ਹੁੰਦੇ ਆ। ਟਰਾਈ ਕੀਤਾ ਸੀ ਇੱਕ, ਪਰ ਮੈਂ ਐਕਸਪੈਕਟ ਨਹੀਂ ਸੀ ਕੀਤਾ ਇੰਨਾ। ਸਾਡਾ 20 ਦਿਨਾਂ ਦੇ ਵਿੱਚ ਸ਼ੋਅ ਸੋਲਡ ਆਊਟ ਹੋ ਗਿਆ ਸੀ। ਹੋਇਆ ਤਾਂ ਫੋਰ ਸ਼ੋਰ ਬਿੰਨੂ ਢਿੱਲੋਂ ਕਰਕੇ ਸੀ ਕਿਉਂਕਿ ਲੋਕੀ ਬੜਾ ਪਸੰਦ ਕਰਦੇ ਨੇ, ਪਰ ਉਹ ਕਿਤੇ ਨਾ ਕਿਤੇ ਮੈਨੂੰ ਆਪਣੇ ਆਪ ਤੇ ਪ੍ਰਾਊਡ ਹੋਇਆ ਕਿ ਭੱਜ ਨੱਠ ਕੀਤੀ 20 ਦਿਨਾਂ ਦੇ ਵਿੱਚ। ਮਤਲਬ ਛੋਟੇ ਸ਼ਹਿਰਾਂ ਦੇ ਵਿੱਚ 800 ਟਿਕਟ ਵੇਚਣੀ, ਇਟਸ ਹਾਰਡ। ਹਾਂਜੀ, ਹਾਂ। ਤਾਂ ਜਦੋਂ ਮੈਨੂੰ ਸਟੇਜ ਤੇ ਬੁਲਾਇਆ ਤਾਂ ਮੈਂ ਥੋੜੀ ਇਮੋਸ਼ਨਲ ਵੀ ਉੱਥੇ ਹੋ ਗਈ। ਮੈਨੂੰ ਮਤਲਬ ਐਕਸਪੈਕਟ ਨਹੀਂ ਸੀ ਕੀਤਾ ਕਿ ਇੰਨੀ ਗੈਦਰਿੰਗ ਕਰਾਊਡ, ਮਤਲਬ ਇਹ ਮੇਰੇ ਕਰਕੇ ਆਏ ਨੇ, ਇਹ ਮੈਨੂੰ ਸੁਣ ਕੇ ਕਿ ਰੂਪਨ ਨੇ ਸ਼ੋਅ ਕਰਵਾਇਆ ਆ। ਹਾਂਜੀ, ਹਾਂ, ਉਹ ਮੈਨੂੰ ਬੜਾ ਚੰਗਾ ਲੱਗਿਆ ਸੀ। ਮੇਰੀ ਕਿਚਨਰ, ਵਾਟਰਲੂ, ਕੈਂਬਰਿਜ, ਗੋਲਫ ਦੀ ਕਮਿਊਨਿਟੀ ਆ, ਬੜਾ ਸਾਥ ਦਿੱਤਾ ਸੀ ਮੈਨੂੰ ਉਹਨਾਂ ਨੇ। ਉਸ ਤੋਂ ਫਿਰ ਮੈਨੂੰ ਹੋ ਗਿਆ ਕਿ ਮੈਨੂੰ ਆਪਣੇ ਸ਼ਹਿਰ 'ਚ ਜ਼ਿਆਦਾ ਫੋਕਸ ਕਰਨਾ ਚਾਹੀਦਾ ਹੈ। ਹਾਂਜੀ, ਕਿਉਂਕਿ ਇੱਥੇ ਤੇ ਬਹੁਤ ਐਵੇਂ ਦੇ ਕੰਮ, ਸ਼ੋਜ਼ ਵੀ ਹੁੰਦੇ ਰਹਿੰਦੇ ਨੇ, ਕਈ ਚੈਰਿਟੀ ਇਵੈਂਟਸ ਵੀ ਬਹੁਤ ਹੁੰਦੇ ਨੇ ਆਪਣੀ ਕਮਿਊਨਿਟੀ ਦੇ, but taking it there is a huge step ਜਿਹੜਾ ਕਿ ਇਹਨਾਂ ਨੇ ਬੜੀ ਕਾਮਯਾਬੀ ਦੇ ਨਾਲ। ਹਾਂਜੀ, it was challenge। ਤੇ ਤੁਸੀਂ ਹਰ ਸਾਲ ਤੀਆਂ ਦਾ ਵੀ ਮੇਲਾ ਕਰਾਉਂਦੇ, ਉਹਦੇ ਬਾਰੇ ਵੀ ਜ਼ਰੂਰ ਦੱਸੋ। ਹਾਂਜੀ, ਪਹਿਲਾਂ ਮੈਂ ਛੋਟੇ ਲੇਡੀਜ਼ ਦੀ ਗੈਦਰਿੰਗ ਸ਼ੁਰੂ ਕੀਤੀ ਸੀਗੀ ਐਜ਼ ਅ ਕਿੱਟੀ ਪਾਰਟੀ। ਮੈਂ ਕਾਫੀ ਟਾਈਮ ਤੋਂ ਕਰਦੀ ਸੀਗੀ। ਅਸੀਂ ਇਦਾਂ ਹੀ ਲੇਡੀਜ਼ ਇਕੱਠੀਆਂ ਹੋ ਕੇ ਕਹਿ ਦੇਣਾ ਕਿ ਕੋਈ ਕੁਛ ਕਰ ਲਾ ਤੂੰ। ਉਹਨਾਂ ਨੂੰ ਜਦੋਂ ਮੇਰੇ ਨਾਲ ਗੱਲ ਕਰਦੇ ਨੇ ਉਹਨਾਂ ਨੂੰ ਹੁੰਦਾ ਕਿ ਸ਼ੀ ਇਜ਼ ਅ ਗੁੱਡ ਲੀਡਰ। ਉਹ ਹਰ ਚੀਜ਼ ਮੇਰੇ ਤੇ ਸੁੱਟ ਦਿੰਦੀਆਂ ਆ ਕਿ ਇਹਨੇ ਕਰ ਦੇਣਾ ਆ। ਦੇ ਲੁੱਕ ਅਪ ਟੂ ਯੂ, ਹੈ ਨਾ। ਹਾਂਜੀ, ਉਹ ਬਸ ਮੈਨੂੰ ਇੱਦਾਂ ਦੱਸਦੇ ਆ ਕਿ ਲੌਂਗ ਵੀਕਐਂਡ ਆਉਂਦਾ ਜਾਂ ਕੁਛ ਨਾ ਕੁਛ ਪਲੀਜ਼ ਤੁਸੀਂ ਕਰ ਦਿਓ, ਹੈ ਨਾ। ਲੇਡੀਜ਼ ਦਾ ਸ਼ੁਰੂ ਕੀਤਾ, ਫਿਰ ਅਸੀਂ ਬਾਲੀਵੁੱਡ ਨਾਈਟਸ ਦੀ ਵੀ ਮੈਂ ਕੋਸ਼ਿਸ਼ ਕੀਤੀ ਕਰਾਉਣ ਦੀ ਉੱਥੇ ਕਿਚਨ ਵਾਟਰਲੂ 'ਚ। ਦੈਨ ਫਿਰ ਫੈਮਲੀ ਨਾਈਟਸ ਤੇ ਫੋਕਸ ਕੀਤਾ। ਗੱਲਬਾਤ ਕਰਕੇ ਮੈਨੂੰ ਫਿਰ ਲੱਗਦਾ ਹੁੰਦਾ ਕਿ ਕਿਹੜੀ ਚੀਜ਼ ਦੀ ਜ਼ਿਆਦਾ ਜ਼ਰੂਰਤ ਆ, ਕਿਹੜੇ ਇਵੈਂਟ ਦੀ। ਫਿਰ ਉਸ ਤੋਂ ਪਹਿਲਾਂ ਮੈਂ ਥੋੜ੍ਹੀ ਜਿਹੀ ਮੀਟਿੰਗ ਰੱਖ ਲੈਂਦੀ ਹਾਂ। ਜਿਹੜੇ ਉੱਥੇ ਕਮਿਊਨਿਟੀ ਦੇ ਵਿੱਚ ਨੋਨ ਕੁਛ ਪਰਸਨੈਲਿਟੀਜ਼ ਨੇ ਉਹਨਾਂ ਨੂੰ ਬੁਲਾ ਕੇ ਥੋੜਾ ਉਹਨਾਂ ਦਾ ਆਈਡੀਆ ਲੈ ਲੈਂਦੇ ਹਾਂ, ਕਿਹੜੇ ਮਹੀਨੇ 'ਚ ਕੀਤਾ ਜਾਵੇ, ਕਿਹੜੀ ਡੇਟ ਰੱਖੀ ਜਾਵੇ, ਕੱਲਾ ਲੇਡੀਜ਼ ਹੋਵੇ ਜਾਂ ਫੈਮਲੀਜ਼ ਹੋਵੇ। ਹਾਂਜੀ, ਤੀਆਂ ਦਾ ਵੀ ਸੈਪਰੇਟ ਇੱਕ ਕਰਵਾਉਂਦੇ ਆ, ਤੀਆਂ ਦਾ ਮੇਲਾ, ਜਿੱਥੇ
ਜ਼ਿਆਦਾ ਫੋਕਸ ਕੀਤਾ ਜਾਂਦਾ, ਭੈਣਾਂ ਨੂੰ ਉਹਨਾਂ ਨੂੰ ਮਤਲਬ ਫਰੀडम ਦਿੱਤੀ ਜਾਂਦੀ ਹੈ। ਸਿੰਗਰਸ ਨੂੰ ਮੈਂ ਘੱਟ ਉਸ ਤੇ ਲਿਆਉਣ ਦੀ ਕੋਸ਼ਿਸ਼ ਕਰਦੀ ਹੁੰਦੀ ਆ। ਹਾਂਜੀ, ਕਿਉਂਕਿ ਜਦੋਂ ਸਿੰਗਰ ਆ ਜਾਂਦੇ ਨੇ ਡੈਫੀਨਿਟਲੀ ਚੰਗਾ ਤੇ ਬਹੁਤ ਲੱਗਦਾ, ਪਰ ਫਿਰ ਉਹ ਸਾਰਾ ਫੋਕਸ ਉਹਨਾਂ ਤੇ ਹੋ ਜਾਂਦਾ ਹੈ ਨਾ। ਤੇ ਜਦੋਂ ਮੈਂ ਵੀ ਉਹਨਾਂ ਤੀਆਂ ਦੇ ਵੀ ਗਏ ਜਿੱਥੇ ਬੜੇ ਤਗੜੇ ਸਿੰਗਰ ਆਉਂਦੇ ਨੇ, ਪਰ ਕਈ ਡੀਜੇ ਵਾਲਿਆਂ ਤੇ ਵੀ ਜਾਂਦੇ, ਉਹ ਚ ਹੁੰਦਾ ਕਿ ਸਾਰੇ ਸਿੰਗਰ ਗਾ ਰਹੇ ਨੇ ਬਟ ਉਹ ਇੱਕ ਉੱਥੇ ਉਹ ਲੇਡੀਜ਼ ਸਟਾਰ ਹੁੰਦੀਆਂ ਨੇ, ਹਨਾ। ਹਾਂ, ਕਿਉਂਕਿ ਹਰ ਆਪਣੇ ਚਾਹੇ ਸੀਨੀਅਰ ਆ ਫੀਮੇਲ, ਚਾਹੇ ਉਹ ਯੰਗ ਨੇ, ਉਹਨਾਂ ਉਹ ਕਿਤੇ ਨਾ ਕਿਤੇ ਉਹਨਾਂ 'ਚ ਵੀ ਕੁਛ ਨਾ ਕੁਛ ਟੈਲੈਂਟ ਹੁੰਦਾ ਆ। ਉਹ ਬੋਲੀਆਂ ਪਾਉਣਾ ਚਾਹੁੰਦੀਆਂ ਹੁੰਦੀਆਂ ਆ, ਸੁਹਾਗ ਆਉਂਦੇ ਆ, ਘੋੜੀਆਂ ਆਉਂਦੀਆਂ। ਸੋ ਮੇਰੀ ਕੋਸ਼ਿਸ਼ ਹੁੰਦੀ ਆ ਕਿ ਉਹਨਾਂ ਨੂੰ ਮੋਹਰੇ ਰੱਖਿਆ ਜਾਵੇ। ਫਿਰ ਉੱਥੇ ਪ੍ਰਾਈਜ਼ਸ ਦੇ ਦਿੰਦੇ ਆ ਆਪਾਂ ਉਹਨਾਂ ਨੂੰ, ਹੋਰ ਇਨਕਰੇਜ ਕਰਨ ਲਈ ਕਿ ਨੈਕਸਟ ਈਅਰ ਫਿਰ ਹੋਰ ਆਉਣ ਉਹ। ਹਾਂ, ਸੋ ਇਸ ਕਰਕੇ ਮੈਨੂੰ ਹੁੰਦਾ ਕਿ ਥੋੜਾ ਤੀਆਂ ਦਾ ਮੇਲਾ ਜਦ ਰੱਖਿਆ ਤਾਂ ਉਹ ਜੇ ਤੀਆਂ ਆ ਨਾ, ਉਹ ਤੀਆਂ ਦੀ ਤਰ੍ਹਾਂ ਸੈਲੀਬ੍ਰੇਟ ਕੀਤੀਆਂ ਜਾਣ, ਜਿੱਥੇ ਕਿ ਇਕੱਲੀਆਂ ਲੇਡੀਜ਼ ਹੁੰਦੀਆਂ ਆ। ਹਾਂਜੀ, ਸੋ ਇਹਨਾਂ ਨੇ ਕਲਚਰ ਨੂੰ ਬੜੇ ਹੀ ਸੋਹਣੇ ਤਰੀਕੇ ਨਾਲ ਕਿਚਨਰ ਦੇ ਏਰੀਏ ਦੇ ਵਿੱਚ ਸੰਭਾਲਿਆ ਹੋਇਆ ਹੈਗਾ ਨਾ। ਸੋ ਤੁਸੀਂ ਕਮਿਊਨਿਟੀ ਇਹ ਜਦੋਂ ਵੀ ਆਪਾਂ ਕਦੇ ਵੀ, ਮੈਂ ਇਸ ਤੋਂ ਬਾਅਦ ਤੁਹਾਡੇ ਨਾਲ ਜਦੋਂ ਮਿਲੀ ਤੇ ਮੈਂ ਜਦੋਂ ਮੈਨੂੰ ਉੱਧਰੋਂ ਕੋਈ ਵੀ ਮਿਲਦਾ ਕਿਚਨਰ ਤੋਂ, ਮੈਂ ਹਮੇਸ਼ਾ ਪੁੱਛਦੀ ਹਾਂ ਤੁਸੀਂ ਰੂਪਨ ਗਰੇਵਾਲ ਨੂੰ ਜਾਣਦੇ ਹੋ? ਤੇ ਉਹ ਸਾਰੇ ਕਹਿੰਦੇ ਨੇ ਹਾਂਜੀ। ਤੇ ਮੈਨੂੰ ਬਹੁਤ ਚੰਗਾ ਲੱਗਦਾ ਹੈ ਕਿ ਇਹ ਕਮਿਊਨਿਟੀ ਦੇ ਵਿੱਚ ਬਹੁਤ ਹੀ ਉੱਧਰ ਜਾਣਿਆ ਪਛਾਣਿਆ ਨਾਂ ਨੇ, ਕਿਉਂਕਿ ਇਹ ਕੰਮ ਬਹੁਤ ਅੱਛੇ ਕਰਦੇ ਨੇ। ਸੋ ਜਦੋਂ ਆਪਾਂ ਵਧੀਆ ਕੰਮ ਕਰਦੇ ਹਾਂ ਉਹਦੇ ਪਿੱਛੇ ਜੇ ਆਪਾਂ ਨੂੰ ਕਈ ਵਾਰੀ ਹੁੰਦਾ ਕਿ ਟੇਕ ਲਾਈਫ ਟਾਈਮ ਤੋਂ ਬਾਅਦ ਤੁਹਾਨੂੰ ਜਾ ਕੇ ਕਈ ਵਾਰੀ ਪਹਿਚਾਨ ਮਿਲਦੀ ਹੈ ਜਾਂ ਅਵਾਰਡ ਮਿਲਦੇ ਨੇ ਜਾਂ ਕੁਛ, ਪਰ ਇਸ ਮਾਮਲੇ ਵਿੱਚ ਵੀ ਇਹ ਬਹੁਤ ਲੱਕੀ ਨੇ ਕਿ ਇਹਨਾਂ ਨੂੰ ਕਿਚਨਰ ਦੀ ਕਮਿਊਨਿਟੀ ਜਿਹੜੀ ਕਿ ਨਾਨ ਏਸ਼ੀਅਨ ਨਹੀਂ ਆਪਾਂ ਕਹਿ ਸਕਦੇ ਹੈਗੇ, ਜਿਹੜੇ ਕਿ ਨਾਨ ਏਸ਼ੀਅਨ ਕਹਿ ਸਕਦੇ ਹਾਂ, ਜਿਹੜੇ ਇੱਥੋਂ ਕੈਨੇਡੀਅਨ ਕਮਿਊਨਿਟੀ ਹੈਗੀ ਹੈ, ਉਹਨਾਂ ਨੇ ਇਹਨਾਂ ਨੂੰ ਰੈਕਗਨਾਈਜ਼ ਵੀ ਕੀਤਾ ਤੇ ਇਹਨਾਂ ਨੂੰ ਅਵਾਰਡ ਲਈ ਵੀ ਸ਼ੋਅ ਕੀਤਾ। ਸੋ ਤੁਸੀਂ ਉਹਦੇ ਬਾਰੇ ਜ਼ਰੂਰ ਦੱਸੋ। ਹਾਂਜੀ, ਇਹ 2 ਸਾਲ ਪਹਿਲਾਂ ਮੈਨੂੰ ਰੈਂਡਮਲੀ ਈਮੇਲ ਆਈ ਸੀਗੀ। ਮੈਂ ਹਾਲਾਂਕਿ ਮੈਨੂੰ ਲੱਗਦਾ ਸੀ ਸ਼ਾਇਦ ਸਪੈਮ ਆ ਜਾਂ ਜੋ ਵੀ ਆ। ਉਹ ਫੈਸਟੀਵਲ ਦਾ ਨਾਂ ਸੀ ਫੀਅਰਲੈਸ ਐਂਡ ਫੈਬੂਲਸ ਵੂਮਨ। ਸੋ ਆਈ ਡੋਨਟ ਨੋ ਉਹਨਾਂ ਨੇ ਕਿੱਥੋਂ ਹੋਮਵਰਕ ਕੀਤਾ ਮੇਰੇ ਤੇ, ਨੈਟਵਰਕਿੰਗ ਤੋਂ ਕਿੱਥੋਂ ਕੱਢਿਆ। ਉਹਨਾਂ ਨੇ ਮੈਨੂੰ ਅਪਰੋਚ ਕੀਤੀ ਸੀ ਕਿ ਅਸੀਂ ਵੀ ਵਾਂਟ ਯੂ ਟੂ ਬੀ ਵਨ ਆਫ ਆਰ ਕੰਟੈਸਟੈਂਟ ਟੂ ਵਾਕ ਔਨ ਦ ਰੈਂਪ ਐਜ਼ ਅ ਫੀਅਰਲੈਸ ਐਂਡ ਫੈਬੂਲਸ ਵੂਮਨ। ਮੈਂ ਆਪਣੀ ਸਿਸਟਰ ਨਾਲ ਸ਼ੇਅਰ ਕੀਤਾ, ਮੈਂ ਕਿਹਾ ਵੀ ਯੂ ਥਿੰਕ ਵੀ ਦਿਸ ਇਜ਼ ਮੈਨੂੰ ਕਰਨਾ ਚਾਹੀਦਾ ਜਾਂ ਕੀ ਚੀਜ਼ ਆ ਇਹ? ਸੋ ਮੇਰੀ ਸਿਸਟਰ ਕਹਿੰਦੇ ਇਟਸ ਅ ਗੁੱਡ ਥਿੰਗ, ਕਹਿੰਦੇ ਯੂ ਸ਼ੁਡ ਗੋ ਫॉर ਇਟ, ਹੈ ਨਾ, ਕਿ ਤੈਨੂੰ ਲੋਕਲ ਆ ਨਾਲੇ ਉਹ ਸਾਡੇ, ਪਲੱਸ ਇੱਕ ਨਾਨ ਏਸ਼ੀਅਨ ਜਿੱਦਾਂ ਤੁਸੀਂ ਕਿਹਾ ਆ ਕਿ ਕਮਿਊਨਿਟੀ ਸੀ, ਕੈਨੇਡੀਅਨ ਇੱਕ ਆਰਗੇਨਾਈਜੇਸ਼ਨ ਆ ਜਿਨ੍ਹਾਂ ਨੇ ਮਤਲਬ ਮੈਨੂੰ ਇਨਵਾਈਟ ਕੀਤਾ ਰੈਕਗਨਾਈਜ਼ ਕਰਨ ਲਈ। ਉਹ ਮੇਰੇ ਲਈ ਇੱਕ ਮਤਲਬ ਆਈ ਵਾਜ਼ ਸੋ ਹੈਪੀ, ਐਕਸਾਈਟਡ ਬਹੁਤ ਸੀ ਮੈਂ। ਜੇ ਆਪਾਂ ਕੰਮ ਤੇ ਕਰਦੇ ਰਹਿੰਦੇ ਕਿ ਕੋਈ ਰੈਕਗਨਾਈਜ਼ ਕਰ ਲੇ ਕਿ ਹਾਂ ਇਹ ਕਰੇ ਤੇ ਚੰਗਾ ਤੇ ਲੱਗਦਾ। ਹਾਂਜੀ ਹਾਂਜੀ ਹਾਂਜੀ। ਸੋ ਇਹਦੇ ਬਾਰੇ ਤੁਸੀਂ ਦੱਸੋ ਕਿ ਕੈਨੇਡੀਅਨ ਹੈਗਾ ਅਵਾਰਡ, ਤੇ ਇਹ ਚ ਨਹੀਂ ਕਿ ਵੀ 150 ਜਣੇ ਆਉਂਦੇ ਨੇ, ਇਟਸ ਅ ਬਿਗ ਇਵੈਂਟ ਜਿਹਦੇ ਵਿੱਚ ਕਿ 3 ਦਿਨ ਚੱਲਦਾ ਹੈ। ਹਾਂਜੀ ਹਾਂਜੀ, 3 ਦਿਨ ਚੱਲਦਾ ਇਹ। 200 ਲੇਡੀਜ਼ ਦੀ ਉਹਨਾਂ ਨੇ ਇਕੱਠੀਆਂ ਕੀਤੇ ਸੀ ਨਾਮਸ, ਉਹਨਾਂ ਚੋਂ 12 ਅਸੀਂ ਫੀਮੇਲਸ, 10 ਫੀਮੇਲਸ ਲਈਆਂ ਸੀਗੀਆਂ। ਮੈਜੋਰਟੀ ਅਸੀਂ ਸਾਰੀਆਂ ਮੈਰਿਡ ਸੀਗੇ। ਉਹਨਾਂ ਨੇ ਪੈਸ ਸਾਡਾ ਕੰਮ ਦੇਖਿਆ ਸੀ ਕਿ ਅਸੀਂ ਇੱਕ ਡਿਫਰੈਂਟ ਕਮਿਊਨਿਟੀ ਤੋਂ, ਡਿਫਰੈਂਟ ਕੰਟਰੀ ਤੋਂ ਆ ਕੇ ਅਸੀਂ ਇੱਥੇ ਆਪਣੇ ਆਪ ਨੂੰ ਸਟੇਬਲ ਕੀਤਾ ਆ। ਉਹਦੇ ਵਿੱਚ ਫਿਰ ਉਹਨਾਂ ਨੇ ਸਾਡੀਆਂ ਇੰਟਰਵਿਊ ਲਈਆਂ। ਪਹਿਲਾਂ ਅਸੀਂ ਇੱਕ ਆਪਣੇ ਲਈ ਐਸੇ ਬਣਾ ਕੇ ਭੇਜਿਆ ਕਿ ਮੇਰਾ ਨਾਂ ਆਇਆ, ਆਪਣੇ ਆਪ ਨੂੰ ਇੰਟਰੋਡਿਊਸ ਕੀਤਾ। ਤਾਂ ਮੈਨੂੰ ਜਦੋਂ ਬੈਕ ਉਹਨਾਂ ਦੀ ਰਿਪਲਾਈ ਆਇਆ ਕਿ ਯੂ ਆਰ ਵਨ ਆਫ ਆਰ 10th ਕੰਟੈਸਟੈਂਟ, ਮੈਨੂੰ ਬੜੀ ਖੁਸ਼ੀ ਹੋਈ ਉਸ ਦੇ ਵਿੱਚ। ਫਿਰ ਉਹਨਾਂ ਨੇ ਸਾਡੀਆਂ ਟ੍ਰੇਨਿੰਗ ਸ਼ੁਰੂ ਕੀਤੀਆਂ ਵਾਕ ਤੇ ਰੈਂਪ ਕਰਨ ਲਈ, ਬਿਕਾਜ਼ ਆਈ ਥਿੰਕ ਬੇਸਿਕ ਉਹਨਾਂ ਦਾ ਜਿਹੜਾ ਮੋਟਿਵ ਸੀਗਾ ਉਹ ਹੈਗਾ ਕਿ ਵੂਮਨਸ ਨੂੰ ਆਲਵੇਜ਼ ਆਪਣੀ ਚਿਨ ਅਪ ਕਰਕੇ ਵਾਕ ਕਰਨਾ ਚਾਹੀਦਾ ਆ। ਅਸੀਂ ਕਿਤੇ ਨਾ ਕਿਤੇ ਵੀਕ ਹੋ ਜਾਂਦੇ ਆ, ਇਮੋਸ਼ਨਲ ਹੋ ਜਾਂਦੇ ਆ, ਪਰ ਸਾਨੂੰ ਬਾਡੀ ਲੈਂਗੁਏਜ ਤੇ ਸਾਨੂੰ ਆਪਣੇ ਆਪ ਨੂੰ ਸੈਲਫ ਕੌਨਫੀਡੈਂਸ ਬਹੁਤ ਜ਼ਰੂਰੀ ਆ। 100%। ਹਾਂਜੀ ਹਾਂ, ਉਹ ਇਸ ਚੀਜ਼ ਸਿਖਾਉਂਦੇ ਆ ਤੁਹਾਨੂੰ ਕਿੱਦਾਂ ਆਪਣੇ ਆਪ ਨੂੰ ਦੂਜੀ ਕਮਿਊਨਿਟੀ 'ਚ ਰੀਪ੍ਰਜੈਂਟ ਕਰਨਾ ਆ ਤੁਸੀਂ। ਅਫਕੋਰਸ ਸਾਡੀ ਲੈਂਗੁਏਜ ਬੈਰੀਅਰ ਹੁੰਦਾ ਆ ਉੱਥੇ ਕਿਤੇ ਨਾ ਕਿਤੇ, ਪਰ ਜੇ ਅਸੀਂ ਹੁਣ ਜਿੱਦਾਂ ਹੁਣ ਇੰਗਲਿਸ਼ ਦਾ ਆ, ਮੈਂ ਐਜ਼ ਅ ਕਮਿਊਨੀਕੇਸ਼ਨ ਕਰਕੇ ਇੰਗਲਿਸ਼ ਸਿੱਖੀ ਆ, ਮੈਨੂੰ ਟਾਈਮ ਨਹੀਂ ਮਿਲਿਆ ਕਾਲਜ ਸਕੂਲ ਜਾਣ ਦਾ। ਪਰ ਜੇ ਤੁਸੀਂ ਕੋਈ ਚੀਜ਼ ਨੂੰ ਪਸੰਦ ਕਰਦੇ ਹੋ, ਕਰਨਾ ਚਾਹੁੰਦੇ ਹੋ, ਆਈ ਥਿੰਕ ਡੈਫੀਨੇਟਲੀ ਤੁਹਾਨੂੰ ਆਪਣੇ ਆਪ ਨੂੰ ਚੈਲੰਜ ਦੇਣਾ ਚਾਹੀਦਾ ਆ, ਟਰਾਈ ਕਰਨਾ ਚਾਹੀਦਾ ਆ। ਹਾਂਜੀ,
ਇਹਨਾਂ ਨੇ ਜਦੋਂ ਹੁਣ ਇਹ ਤੁਸੀਂ ਇੰਗਲਿਸ਼ ਦੀ ਗੱਲ ਕਰ ਰਹੇ ਸੀ ਤੇ ਮੈਂ ਹੁਣੇ ਰੀਸੈਂਟਲੀ ਇੱਕ ਪ੍ਰੋਗਰਾਮ ਦੇਖ ਰਹੀ ਸੀ, ਆਈ ਥਿੰਕ ਫੇਸਬੁੱਕ ਜਾਂ ਕਿਤੇ ਦੇਖ ਰਹੀ ਸੀਗੀ ਕਿ ਜਿਹੜੇ ਆ ਹੁਣ ਮਾਰਚ ਤੇ ਜਿਹੜਾ ਉਹ ਗਿਆ ਹੈਗਾ ਆਪਣਾ ਹਨਾ, ਉਹਦੇ ਵਿੱਚ ਜਿਹੜੀ ਲੇਡੀ ਇਜ਼ ਪਾਰਟ ਆਫ ਦੈਟ ਟੀਮ, ਸ਼ੀ ਕੇਮ ਵਿਦ $200 ਐਂਡ ਡਿਡਨਟ ਨੋ ਇੰਗਲਿਸ਼। ਹਨਾ, ਤੇ ਲੇਡੀ ਹੈ, ਇੰਗਲਿਸ਼ ਵੀ ਨਹੀਂ ਜਾਣਦੀ, ਨਵੇਂ ਕੰਟਰੀ ਚ ਆਏ ਨੇ, ਤੇ ਸ਼ੀ ਇਜ਼ ਵਨ ਆਫ ਦੋਜ਼ ਜਿੰਨੇ ਮਾਰਚ ਤੇ ਉਹ ਜਿਹੜਾ ਜੋ ਵੀ ਉਹਨਾਂ ਨੇ ਭੇਜਿਆ ਉਹਦੇ ਵਿੱਚ ਸ਼ੀ ਵਾਜ਼ ਦ ਟੀਮ ਮੈਂਬਰ। ਸੋ ਕਦੀ ਵੀ ਆਪਣੇ ਆਪ ਨੂੰ ਘੱਟ ਨਹੀਂ ਸਮਝਣਾ ਚਾਹੀਦਾ। ਇਹ ਜਦੋਂ ਵੀ ਤੁਸੀਂ ਕਿਸੇ ਵੀ ਤੁਹਾਨੂੰ ਲੱਗਦਾ ਨਾ ਕਿ ਲੇਡੀ ਬਹੁਤ ਅੱਗੇ ਵੱਧ ਰਹੀ ਹੈ ਜਾਂ ਤੁਸੀਂ ਉਹਦੇ ਵਰਗਾ ਬਣਨਾ ਚਾਹੁੰਦੇ ਹੋ, ਹਮੇਸ਼ਾ ਦੇਖਿਆ ਕਰੋ ਕਿ ਉਹ ਹਰ ਚੀਜ਼ ਟਰਾਈ ਕਰਨ ਦੀ ਕੋਸ਼ਿਸ਼ ਕਰਦੀ ਹੈ। ਉਹ ਕਦੀ ਵੀ ਆਪਣੇ ਆਪ ਨੂੰ ਘੱਟ ਨਹੀਂ ਮੰਨਦੀ ਹੈਗੀ ਕਿਸੇ ਚੀਜ਼ ਤੋਂ। ਜੇ ਉਹਦੇ ਨਾਲ ਧੱਕਾ ਹੋ ਜੇ ਉਹਦੇ ਅੱਗੇ ਖੜੀ ਹੋ ਜਾਂਦੀ ਹੈ, ਜੇ ਉਹਨੂੰ ਕੋਈ ਐਪਰੀਸ਼ੀਏਟ ਕਰਦਾ ਹੈ ਉਹ ਬਹੁਤ ਖੁਸ਼ ਹੋ ਜਾਂਦੀ ਹੈ। ਤੇ ਜਿਹੜੀ ਮੈਨੂੰ ਇਹਨਾਂ ਦੀ ਰੈਂਪ ਵਾਕ ਤੋਂ ਜਿਹੜੀ ਚੀਜ਼ ਚੰਗੀ ਲੱਗੀ, ਜਿਹੜਾ ਮੈਂ ਪਿਕ ਕੀਤਾ, ਇਹ ਸੇਇੰਗ ਵੀ ਹੈਗੀ ਕਿ ਆਲਵੇਜ਼ ਵਾਕ ਵਿਦ ਯੂਰ ਚਿਨ ਅਪ। ਸਿਰ ਨੀਵਾਂ ਕਰਕੇ ਜਾਂ ਉੱਦਾਂ ਤੇ ਅੱਛੀ ਗੱਲ ਹੈ, ਸਿਰ ਨੀਵਾਂ ਕਰਕੇ ਚੱਲਣਾ ਚਾਹੀਦਾ ਹੈ, ਬਟ ਕਿਸੇ ਅੱਗੇ ਇਹ ਸਿਰ ਨੀਵਾਂ ਕਰਨਾ ਨਹੀਂ ਚਾਹੀਦਾ ਕਿ ਉਹਦੀਆਂ ਤੁਸੀਂ ਜਾਤੀਆਂ ਸਵੋ, ਹਨਾ। ਸੋ ਇਹਨਾਂ ਨੂੰ ਤੁਹਾਨੂੰ ਰੈਂਪ ਵਾਕ ਤੇ ਚਿਨ ਅਪ ਕਰਕੇ ਤੁਰਨਾ ਸਿਖਾਇਆ, ਹਨਾ, ਕਿ ਜਿਹੜੇ ਇਹ ਰੈਂਪ ਤੇ ਵਾਕ ਕਰਦੇ ਨੇ ਇਹਦੀ ਸਪੈਸ਼ਲ ਟ੍ਰੇਨਿੰਗ ਹੁੰਦੀ ਹੈ। ਸੋ ਯੂ ਗॉट ਦੈਟ ਟ੍ਰੇਨਿੰਗ? ਹਾਂਜੀ ਹਾਂਜੀ, ਉਹ ਬੇਸਿਕਲੀ ਤੁਹਾਡੇ ਚ ਸੈਲਫ ਕੌਨਫੀਡੈਂਸ ਬਿਲਡ ਕਰਦਾ ਆ। ਤੁਹਾਡੀ ਵਾਕ ਤੋਂ ਥਰਡ ਪਰਸਨ ਤੁਹਾਨੂੰ ਕੋਸ਼ਿਸ਼ ਕਰਦਾ ਜੱਜ ਕਰਨ ਦੀ, ਉਹਨੂੰ ਤੁਹਾਡੀ ਪਰਸਨੈਲਿਟੀ ਦਾ ਪਤਾ ਲੱਗਦਾ ਹੈ, ਕਿੱਦਾਂ ਤੁਸੀਂ ਕੈਰੀ ਆਊਟ ਕਰਦੇ ਹੋ, ਕਿੱਦਾਂ ਤੁਸੀਂ ਵਾਕ ਕਰਦੇ ਹੋ। ਹਾਂਜੀ, ਤੁਸੀਂ ਯੂ ਚਿਨ ਅਪ, ਯੂ ਲੁੱਕ everybody in eyes with a smile, ਤੁਹਾਡਾ ਹਾਂ with smile always, ਤੇ ਉਹਦੇ ਤੋਂ ਤੁਹਾਡੇ ਕੌਨਫੀਡੈਂਸ ਲੈਵਲ ਦਾ ਹਮੇਸ਼ਾ ਪਤਾ ਲੱਗਦਾ ਹੈ, ਹਨਾ। ਸੋ ਬੀ ਕੌਨਫੀਡੈਂਟ ਜਸਟ ਲਾਈਕ ਆ ਰੂਪਨ, ਹਨਾ। ਸੋ ਰੂਪਨ, ਕਦੀ ਤੁਹਾਨੂੰ ਪੋਲਿਟਿਕਸ ਦਾ ਵੱਲ ਧਿਆਨ ਗਿਆ? ਹਾਂਜੀ, ਮੈਨੂੰ ਆਫਰਸ ਆਈ, ਸਾਡੇ ਲੋਕਲ ਵੈਲ ਨੋਨ ਪਰਸਨ ਨੇ ਉੱਥੇ ਕਿਚਨ ਵਾਟਲੂ ਦੇ ਵਿੱਚ, ਪਰ ਆਈ ਥਿੰਕ ਮੈਨੂੰ ਕਿਤੇ ਨਾ ਕਿਤੇ ਲੱਗਦਾ ਆ ਕਿ ਜੇ ਅਸੀਂ ਪੋਲੀਟਿਕਸ ਦੇ ਵਿੱਚ, ਮੈਨੂੰ ਲੱਗਦਾ, ਹੋ ਸਕਦਾ ਮੈਂ ਰੋਂਗ ਵੀ ਹੋਵਾਂ, ਤੁਹਾਡੀ ਫਰੀडम ਕੰਟਰੋਲ ਹੋ ਜਾਂਦੀ ਆ। ਹਾਂਜੀ, ਤੁਸੀਂ ਜਿੱਦਾਂ ਕਿ ਮੈਨੂੰ ਹੈਲਪ, ਆਈ ਲਾਈਕ ਹੈਲਪਿੰਗ ਅਦਰਸ, ਕਿਉਂਕਿ ਸਾਡੇ ਮਹਾਰਾਜ ਨੇ ਸਾਨੂੰ ਸਿਖਾਇਆ ਕਿ ਇੱਦਾਂ ਕਰਨਾ ਹੈ, ਅਸੀਂ ਇੱਦਾਂ ਨਹੀਂ ਕਰਨਾ। ਸੋ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਮੈਂ ਹੈਲਪ ਕਰਦੀ ਹਾਂ। ਮੇਰੀਆਂ ਐਕਸਪੈਕਟੇਸ਼ਨ ਕੋਈ ਨਹੀਂ ਹੁੰਦੀ ਜਦੋਂ ਮੈਂ ਹੈਲਪ ਕਰਦੀ ਹਾਂ, ਬਸ ਮੈਨੂੰ ਇੰਨਾ ਹੁੰਦਾ ਕਿ ਜਦੋਂ ਮੈਂ ਉਹਨਾਂ ਨੂੰ ਨੈਕਸਟ ਟਾਈਮ ਮਿਲਾਂ, ਉਹਨਾਂ ਦੇ ਚਿਹਰੇ ਤੇ ਸਮਾਈਲ ਹੋਵੇ, ਤਾਂ ਜਿੱਦਾਂ ਮੈਂ ਉਹਨਾਂ ਨੂੰ ਦੇਖਿਆ ਸੀ ਉਦੋਂ ਉੱਪਰ ਹੋਣ। ਹਾਂਜੀ, ਜੋ ਵੀ ਉਹਨਾਂ ਦਾ ਉਸ ਟਾਈਮ ਕੈਰੀਅਰ ਸੀਗਾ ਉਹ ਤੋਂ ਉਹ ਹੋਰ ਜ਼ਿਆਦਾ ਉਹਨਾਂ ਨੇ ਸਕਸੈਸ ਪਾਈ ਹੋਵੇ ਲਾਈਫ ਦੇ ਵਿੱਚ। ਇਹ ਮੈਨੂੰ ਇੱਕ ਖੁਸ਼ੀ ਹੁੰਦੀ ਆ। ਜਦੋਂ ਮੈਂ ਕਿਸੇ ਨੂੰ ਦੁਖੀ ਦੇਖਦੀ ਹਾਂ ਮੈਂ ਇਮੋਸ਼ਨਲ ਹੋ ਜਾਂਦੀ ਹਾਂ, ਪਰ ਮੈਨੂੰ ਹੁੰਦਾ ਕਿ ਕਿੱਦਾਂ ਇਸ ਫੈਮਿਲੀ ਦੀ ਜਾਂ ਕਿਸੇ ਪਰਸਨ ਦੀ ਕਿੱਦਾਂ ਹੈਲਪ ਮੈਂ ਕਰ ਸਕਾਂ। ਮੈਂ ਆਪਣੀ ਫਿਰ ਪੂਰੀ ਵਾਹ ਕਰਦੀ ਹਾਂ, ਲਾਉਣ ਦੀ ਕੋਸ਼ਿਸ਼ ਕਰਦੀ ਹਾਂ। ਸੋ ਮੈਨੂੰ ਚੰਗਾ ਲੱਗਦਾ ਜਦੋਂ ਮੈਂ ਹੈਲਪ ਕਰਦੀ ਹਾਂ। ਪਰ ਆਪਾਂ ਗੱਲ ਕਰ ਰਹੇ ਸੀ ਵੀ ਤੁਸੀਂ ਪੋਲਿਟਿਕਸ ਦੇ ਵਿੱਚ, ਕਿ ਇਹ ਫਿਰ ਤੁਸੀਂ ਲੱਗਦਾ ਕਿ ਤੁਹਾਡੇ ਵਿੱਚ ਆ ਜਾਏਗਾ? ਹਾਂਜੀ, ਡੈਫੀਨੇਟਲੀ, ਕਿਉਂਕਿ ਉਸ ਟਾਈਮ ਫਿਰ ਮੈਂ ਇੱਕ ਪਾਰਟੀ ਦੇ ਨਾਲ ਨੇਮ ਨਾਲ ਸਟਕ ਹੋ ਜਾਊਂਗੀ। ਸੋ ਹੋ ਸਕਦਾ ਜੇ ਮੈਂ ਕਿਸੇ ਦੀ ਹੈਲਪ ਕਰਨੀ ਚਾਹੂੰਗੀ ਮੈਂ ਉੱਥੇ ਨਹੀਂ ਜਾ ਸਕੂੰਗੀ, ਮੇਰੇ ਤੇ ਕੁਝ ਲਿਮਿਟੇਸ਼ਨਸ ਹੋਣਗੀਆਂ। ਤੁਹਾਡੀ ਵੌਇਸ ਤੇ ਕਈ ਵਾਰੀ ਹੁੰਦਾ ਕਿ ਪਾਰਟੀ ਇਸ ਚੀਜ਼ ਨੂੰ ਸਪੋਰਟ ਕਰਦੀ ਹੈ ਪਰ ਤੁਸੀਂ ਉਹਦੇ ਨਾਲ ਨਹੀਂ ਮੇਲ ਖਾਂਦੇ ਤੇ ਤੁਹਾਨੂੰ ਮੇਲ ਖਾਣਾ ਪੈਂਦਾ ਹੈ ਉੱਥੇ, ਤੇ ਤੁਹਾਡੀਆਂ ਲਿਮਿਟੇਸ਼ਨਸ ਹੋ ਜਾਂਦੇ। ਸੋ ਵੈਰੀ ਗੁੱਡ, ਹਨਾ, ਈਵਨ ਆਈ ਫੀਲ ਦੈਟ ਵੇਜ਼। ਹਾਂਜੀ, ਸੋ ਆਈ ਐਮ ਸ਼ੋਰ ਕਿ ਮੇਰੇ ਵਾਂਗਰ ਤੁਸੀਂ ਵੀ ਅੱਜ ਰੂਪਨ ਤੋਂ ਬਹੁਤ ਹੀ ਪ੍ਰਭਾਵਿਤ ਹੋਏ ਹੋਵੋਗੇ। ਸੋ ਰੂਪਨ, ਹਰ ਇੱਕ ਬੰਦੇ ਦਾ ਕੋਈ ਨਾ ਕੋਈ ਰੋਲ ਮਾਡਲ ਹੁੰਦਾ ਲਾਈਫ ਦੇ ਵਿੱਚ। ਤੁਹਾਡੇ ਰੋਲ ਮਾਡਲ ਕੌਣ ਨੇ? ਫਰਸਟ ਮੇਰੇ ਫਾਦਰ ਦਰਸ਼ਨ ਸਿੰਘ ਗੜੈਚ। ਉਹਨਾਂ ਨੇ ਆਲਵੇਜ਼ ਲਾਈਕ ਸਾਨੂੰ ਦੱਸਿਆ ਕਿ ਕੁੜੀਆਂ ਹੋ ਤੁਸੀਂ, ਗਰਾਊਂਡ ਲੈਵਲ ਤੇ ਕੰਮ ਸਾਰੇ ਆਉਣੇ ਚਾਹੀਦੇ ਆ, ਕੁਆਲੀਫਿਕੇਸ਼ਨ ਵੀ ਬਹੁਤ ਜ਼ਰੂਰੀ ਆ, ਪਰ ਜਦੋਂ ਕੋਈ ਕੁਛ ਕਹਿੰਦਾ ਆ ਬੈਕ ਉਹਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਤੁਸੀਂ ਕੌਣ ਹੋ। ਉਹਨਾਂ ਨੂੰ ਮੈਂ ਆਪਣਾ ਰੋਲ ਮਾਡਲ ਮੰਨਦੀ ਹਾਂ, ਕਿਉਂਕਿ ਉਹਨਾਂ ਨੇ ਟਰਾਈ ਕੀਤੀ ਆ ਸਾਨੂੰ। ਜੇ ਉਹਨਾਂ ਦੇ ਵੱਸ 'ਚ ਹੁੰਦਾ ਉਹ ਸਾਨੂੰ ਸਾਰੀ ਦੁਨੀਆ ਘੁਮਾ ਦਿੰਦੇ, ਇਹ ਨਹੀਂ ਕਿ ਸਾਨੂੰ ਕੰਟਰੋਲ ਕਰਕੇ ਅੰਦਰ ਰੱਖਿਆ ਕਰਦੇ। ਜਿਹੜੀ ਗੁੜਤੀ ਹੈਗੀ ਹੈ ਇਹਨਾਂ ਗੁਣਾਂ ਦੀ, ਇਹਨਾਂ ਨੇ ਆਪਣੇ ਫਾਦਰ ਤੋਂ ਲਈ ਹੋਈ ਹੈ। ਉਹ ਕਹਿੰਦੇ ਸੀ ਜਿੰਨਾ ਬਾਹਰ ਜਾਓਗੇ ਉਹਨਾਂ ਸਿੱਖੋਗੇ, ਲਰਨ ਕਰੋਗੇ। ਦੂਜੇ ਮੇਰੇ ਹੈਗੇ ਆ ਭੂਆ ਜੀ ਨੇ, ਪ੍ਰਕਾਸ਼ ਗਿੱਲ, ਅਸੀਂ ਪਿਆਰ ਨਾਲ ਭੋਲੀ ਕਹਿੰਦੇ, ਉਹਨਾਂ ਨੂੰ ਇੱਥੇ ਨੇ। ਉਹ ਆਲਵੇਜ਼ ਇਹ ਕਹਿੰਦੇ ਹੁੰਦੇ ਨੇ ਕਿ ਜਦੋਂ ਕਿਸੇ ਨੂੰ ਮਿਲਦੇ ਹੋ ਚਿਹਰੇ ਤੇ ਸਮਾਈਲ ਰੱਖੋ, ਜਸਟ ਸ਼ੋ ਦੈਟ ਪਰਸਨ ਯੂ ਆਰ ਹੈਪੀ। ਆਲਵੇਜ਼ ਸਮਾਈਲ ਰੱਖੋ। ਜਦੋਂ ਕਿਸੇ ਨਾਲ ਡਿਬੇਟ ਕਰਦੇ ਹੋ ਆਪਣੀ ਲੈਂਗੁਏਜ ਤੇ ਕੰਟਰੋਲ ਰੱਖੋ, ਕਲੀਨ
ਵੌਇਸ ਨੂੰ ਰੇਸ ਕਰੋ, ਵੌਇਸ ਜ਼ਰੂਰ ਰੇਸ ਕਰੋ, ਡਿਬੇਟ ਕਰੋ, ਪਰ ਉਹ ਕਲੀਨ ਹੋਣੀ ਚਾਹੀਦੀ ਆ। ਹੈਲਥੀ ਡਿਸਕਸ਼ਨ। ਹਾਂਜੀ, ਹਰਟ ਨਹੀਂ ਕਿਸੇ ਨੂੰ ਹੋਣਾ ਚਾਹੀਦਾ। ਜੇ ਤੁਹਾਨੂੰ ਲੱਗਦਾ ਕੁਝ ਗਲਤ ਹੋ ਗਿਆ, ਬੀ ਰੈਡੀ ਟੂ ਆਸਕ ਫੋਰਗਿਵਨੈਸ। ਹਾਂਜੀ, ਅਪੋਲੋਜਾਈਜ਼ ਜ਼ਰੂਰ ਕਰੋ। ਬਿਲਕੁਲ, ਕਿਸੇ ਤੋਂ ਵੀ ਗਲਤੀ ਹੋ ਸਕਦੀ ਹੈ। ਜਿਹੜਾ ਬੰਦਾ ਕਹਿੰਦਾ ਕਿ ਮੈਂ ਗਲਤੀ ਨਹੀਂ ਕਰ ਸਕਦਾ ਜਾਂ ਹੋਈ ਨਹੀਂ, ਉਹ ਤੇ ਫਿਰ ਰੱਬ ਹੋ ਗਿਆ ਹੈ ਨਾ। ਸੋ ਗਲਤੀ ਨੂੰ ਮੰਨ ਕੇ ਉਹਦੀ ਅਪੋਲੋਜਾਈਜ਼ ਕਰਨਾ ਬਹੁਤ ਅੱਛੀ ਚੀਜ਼ ਹੈਗੀ ਹੈ ਨਾ। ਸੋ ਇਹ ਤੁਹਾਡੇ ਭੂਆ ਜੀ ਨੇ ਤੁਹਾਨੂੰ ਇਹ ਗੁਣ ਦਿੱਤੇ, ਸੋ ਤੁਹਾਡੇ ਰੋਲ ਮਾਡਲ ਨੇ। ਸੋ ਮੈਂ ਜਦੋਂ ਇਹਨਾਂ ਦੇ ਨਾਲ ਗੱਲ ਕਰੀ ਸੀ, ਮੈਨੂੰ ਇਹਨਾਂ ਦੇ ਭੂਆ ਜੀ ਵੀ ਬਹੁਤ ਅੱਛੇ ਲੱਗੇ। ਸੋ ਸ਼ੀ ਇਜ਼ ਅਨਦਰ ਪਰਸਨ ਦੈਟ I will like to have them as guest। ਸੋ ਅਸੀਂ ਤੁਹਾਨੂੰ ਉਹਨਾਂ ਦੇ ਨਾਲ ਵੀ ਜ਼ਰੂਰ ਮਨਾਵਾਂਗੇ ਆਉਂਦੇ ਪ੍ਰੋਗਰਾਮਸ ਦੇ ਵਿੱਚ। ਤੇ ਮੈਂ ਜਾਣ ਤੋਂ ਪਹਿਲਾਂ, ਕਿਉਂਕਿ ਅਸੀਂ ਸਾਡੀ ਹਰ ਪ੍ਰੋਗਰਾਮ ਦੇ ਵਿੱਚ ਇੱਕ ਕੋਸ਼ਿਸ਼ ਹੁੰਦੀ ਹੈ ਜਿੱਥੇ ਕਿ ਅਸੀਂ ਆਪਣੇ ਗੈਸਟ ਤੁਹਾਨੂੰ ਮਿਲਾਉਂਦੇ ਹਾਂ, ਇਸ ਕਰਕੇ ਮਿਲਾਉਂਦੇ ਹਾਂ ਉਹਨਾਂ ਦੀ ਉਡਾਨ ਤੋਂ ਅਸੀਂ ਕੀ ਸਿੱਖਿਆ। ਸੋ ਜਿਵੇਂ ਤੁਹਾਡੀ ਉਡਾਨ ਇੱਕ ਬਹੁਤ ਹੀ ਅੱਛੀ, ਪਿਆਰ ਭਰੀ, ਮਤਲਬ ਆਪਣੀ ਫੈਮਿਲੀ ਲਈ ਵੀ ਬਹੁਤ ਅੱਛੀ ਤੇ ਕਮਿਊਨਿਟੀ ਲਈ ਉਦੋਂ ਅੱਛੀ ਹੈ ਨਾ। ਸੋ ਤੁਸੀਂ ਜ਼ਰੂਰ ਇੱਕ ਮੈਸੇਜ ਦੇ ਕੇ ਜਾਓ ਸਾਡੀਆਂ ਭੈਣਾਂ ਨੂੰ, ਸਾਡੀਆਂ ਬੱਚੀਆਂ ਨੂੰ, ਜਿਹੜੀਆਂ ਕਿ ਤੁਸੀਂ ਆਪਣੀ ਜ਼ਿੰਦਗੀ 'ਚ ਅਪਣਾਇਆ, ਜਿਹਦੇ ਕਰਕੇ ਤੁਸੀਂ ਕਾਮਯਾਬ ਹੋਏ ਤੇ ਉਹ ਇੱਥੋਂ ਲੈਸਨ ਲੈ ਸਕਣ। ਹਾਂਜੀ, ਮੈਂ ਫਸਟ ਆਫ ਆਲ ਸਫਰ ਟੀਵੀ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਮਤਲਬ ਇਨਵਾਈਟ ਕੀਤਾ ਇੱਥੇ। ਆਪਣੇ ਹੋਰ ਮੇਰੀ ਰੈਕਗਨੀਸ਼ਨ 'ਚ ਵਾਧਾ ਹੋਣਾ ਆ। ਸੋ ਮੈਨੂੰ ਜਿਹੜੇ ਨਹੀਂ ਜਾਣਦੇ ਸੀ ਉਹਨਾਂ ਦੇ ਜਾਣਨ ਲੱਗਣਾ ਆ। ਦੂਜਾ ਤੁਹਾਡਾ ਮੀਕਾ ਜੀ, ਤੁਹਾਡਾ ਉਡਾਨ ਟੀਵੀ ਦਾ ਬਹੁਤ ਧੰਨਵਾਦ ਆ। ਸੋ ਮੈਨੂੰ ਵੀ ਲੱਗਦਾ ਅੱਜ ਮੈਨੂੰ ਵੀ ਇੱਕ ਉਡਾਨ ਮਿਲੀ ਆ। ਆਈ ਥਿੰਕ ਮੈਂ ਇਹ ਕਹਿੰਦੀ ਹਾਂ ਕਿ ਟਰਾਈ ਕਰੋ ਜੇ ਕਿਸੇ ਦੀ ਹੈਲਪ ਕਰ ਸਕਦੇ ਹੋ। ਜਿਹੜੀ ਚੀਜ਼ ਮੈਨੂੰ ਪਸੰਦ ਆ, ਜਦੋਂ ਕੋਈ ਦੁਖੀ ਹੁੰਦਾ, ਤੁਹਾਨੂੰ ਦੁੱਖ ਹੋਣਾ ਚਾਹੀਦਾ, ਤੁਹਾਡੇ ਇਮੋਸ਼ਨਸ ਕੰਮ ਕਰਨੇ ਚਾਹੀਦੇ ਨੇ, ਦੈਨ ਯੂ ਆਰ ਪ੍ਰੋਪਰ ਹਿਊਮਨ। ਦੂਜਾ ਬਸ ਮੈਂ ਇਹੀ ਭੈਣਾਂ ਨੂੰ ਕਹੂੰਗੀ ਕਿ ਜਦੋਂ ਕੋਈ ਗੱਲ ਹੁੰਦੀ ਆ, ਕੋਈ ਕੁਛ ਕਹਿੰਦਾ ਆ, ਫੇਸ ਕਰੋ ਉਸਨੂੰ। ਜੇ ਤੁਹਾਨੂੰ ਲੱਗਦਾ ਆ ਪਰਸਨ ਕੁਛ ਅਬਵ ਦੀ ਲਿਮਿਟ ਜਾ ਰਿਹਾ ਆ, ਯੂ ਨੀਡ ਟੂ ਸਟੈਪ ਫੋਰਵਰਡ। ਲਿਮਿਟੇਸ਼ਨ ਕਦੇ ਵੀ ਓਵਰ ਨਾ ਹੋਣ ਦਿਓ ਕਿਸੇ ਨੂੰ, ਆਪਣੇ ਓਵਰਟੇਕ ਓਵਰ ਨਾ ਕਰਨ ਦਿਓ। ਸੋ ਦੈਟਸ ਇਟ ਆਈ ਗੈਸ। ਸਟੇ ਪੋਜ਼ਿਟਿਵ। ਐਂਡ ਅਸੀਂ ਫੀਮੇਲ ਜਿਹੜੀਆਂ ਲੇਡੀਜ਼, ਅਸੀਂ ਘੱਟ ਨਹੀਂ ਕਿਸੇ ਤੋਂ। ਆਪਣਾ ਜੋ ਵੀ ਗਰਾਊਂਡ ਲੈਵਲ ਤੇ ਤੁਸੀਂ ਕੰਮ ਕੀਤਾ, ਪ੍ਰਾਊਡਲੀ ਦੱਸੋ। ਪ੍ਰਾਊਡਲੀ ਦੱਸੋ ਕਿ ਅਸੀਂ ਇਹ ਕੰਮ ਕੀਤੇ ਨੇ, ਕਿਉਂਕਿ ਜਿਹੜਾ ਬੰਦਾ ਗਰਾਊਂਡ ਲੈਵਲ ਤੇ ਸਾਰੇ ਕੰਮ ਕਰਦਾ ਆ, ਉਹ ਜ਼ਿੰਦਗੀ 'ਚ ਕਦੇ ਫੇਲ ਨਹੀਂ ਹੋਊਗਾ। ਹਾਂਜੀ, 100%। ਇਹ ਨਾ ਆਪਾਂ ਕਈ ਵਾਰੀ ਝੇਮ ਖਾ ਜਾਂਦੇ ਹਾਂ। ਛੋਟਾ ਕੰਮ ਵੈਸੇ ਤੇ ਕੋਈ ਨਹੀਂ ਹੁੰਦਾ, ਕਈ ਵਾਰੀ ਹੁੰਦਾ ਕਿ ਲੇਬਰ ਜੌਬ ਕੀਤੀ ਹੁੰਦੀ ਹੈ ਜਾਂ ਆਪਾਂ ਉਹਨਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ। ਕਦੀ ਨਾ ਲੁਕੋਇਆ ਕਰੋ, ਕਿਉਂਕਿ ਯੂ ਆਰ ਫॉर what you are। ਇੱਥੇ ਤੁਸੀਂ ਤਾਂ ਪਹੁੰਚੋ ਕਿਉਂਕਿ ਤੁਹਾਡਾ ਸਫਰ ਇੱਕ ਤੁਹਾਨੂੰ ਉੱਥੇ ਲੈ ਕੇ ਆਇਆ। ਸੋ ਆਪਣਾ ਹਮੇਸ਼ਾ ਬੀ ਪ੍ਰਾਊਡ ਆਫ yourself। ਐਂਡ ਜਿਵੇਂ ਤੁਹਾਡੇ ਭੂਆ ਜੀ ਨੇ ਕਿਹਾ ਵੀ ਸਮਾਈਲ ਰੱਖਿਆ ਕਰੋ। ਜੇ ਤੁਹਾਨੂੰ ਨਹੀਂ ਕੁਛ ਅੱਛਾ ਲੱਗਦਾ, ਸਾਫ਼ ਸੁਥਰੀ ਲੈਂਗੁਏਜ ਦੇ ਨਾਲ ਆਵਾਜ਼ ਉਠਾਇਆ ਕਰੋ। ਸੋ ਇਹ ਬੜੀਆਂ ਹੀ ਅੱਛੀਆਂ ਚੀਜ਼ਾਂ ਨੇ ਕਿ ਮਿੱਠ ਬੋਲੜੇ ਰਿਹਾ ਕਰੋ, ਹੈ ਨਾ। ਵੈਸੇ ਇਹ ਬਹੁਤ ਹੀ ਅੱਛਾ ਤੁਸੀਂ ਇੱਕ ਮੈਸੇਜ ਦਿੱਤਾ ਸਾਡੀਆਂ ਬੀਬੀਆਂ ਭੈਣਾਂ ਨੂੰ। ਸੋ ਆਉਂਦੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਫੇਰ ਤੋਂ ਦੁਬਾਰਾ ਕੋਸ਼ਿਸ਼ ਕਰਾਂਗੇ, ਰੂਪਨ ਨੂੰ ਦੁਬਾਰਾ ਲੈ ਕੇ ਆਵਾਂਗੇ, ਇਹਨਾਂ ਦੇ ਭੂਆ ਜੀ ਨੂੰ ਲੈ ਕੇ ਆਵਾਂਗੇ, ਤੇ ਤੁਸੀਂ ਸਾਰੇ ਹੀ ਇਹਨਾਂ ਤੋਂ ਜ਼ਰੂਰ ਸਿੱਖ ਲੈ ਕੇ ਆਪਣੀ ਜ਼ਿੰਦਗੀ ਦੇ ਵਿੱਚ ਇਹਨੂੰ ਅਪਣਾਓ ਤੇ ਅਸੀਂ ਵੀ ਆਪਣੀਆਂ ਉਡਾਨਾਂ ਨੂੰ ਐਵੇਂ ਹੀ ਕਾਮਯਾਬ ਤੇ ਸੋਹਣੀਆਂ ਬਣਾ ਕੇ ਰੱਖੀਏ। ਸੋ ਸਫਰ ਟੀਵੀ ਦੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।